मैं ताए नाल बरोटे थले ही बहना हुंदा। इत्थे बरोटा तो नहीं है ये ना ये बरोटा ना पिपला जी ਇਹਦਾ ਪਿੱਪਲ ਹੈ ਬਰੋਟਾ ਦਾ ਮੁੱਛਾਂ ਵਾਲਾ ਹੁੰਦਾ ਪੁੱਤ ਹੈ ਉਹ ਫਿਰ ਬਰੋਟਾ ਜਿਹੜਾ ਹੈ ਨਾ ਉਹ ਕਾਕਾ ਮੁੱਛਾਂ ਥੱਲੇ ਸਿੱਟਦਾ ਫਿਰ ਉਹ ਕਹਿੰਦਾ ਮੁੱਛਾਂ ਵਾਲਾ ਬੋੜ ਪੱਟਦਾ ਜਦੋਂ ਮੈਂ ਭਾਟੀਆ ਸਾਹਿਬ ਨੂੰ ਹਰਾਇਆ ਨਾ ਇੱਥੇ ਅੱਜ ਤੋਂ 12-14 ਸਾਲ ਉਹ ਕਹਿੰਦਾ ਵੀ ਸਿੱਧੂ ਨੇ ਮੁੱਛਾਂ ਵਾਲਾ ਬੋੜ ਪੱਟਦਾ ਵੀ ਪਿੰਡਾਂ ਵਾਲਿਆਂ ਦੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਸਮਝ ਮੇਰੀ ਗੱਲ ਵਧੀਆ ਗੱਲਾਂ ਹੁੰਦੀਆਂ ਕਹਿੰਦਾ ਗਾੜੀ ਜਲੇਬੀ ਵਾਂਗੂ ਕਰਤਾ ਇਕੱਠਾ ਕਰਤਾ ਅੱਛਾ ਜਦੋਂ ਮੈਂ ਇੱਥੇ ਆਇਆ ਹੀ ਸੀ ਨਾ ਉਦੋਂ ਮੈਂ ਬੋਲੀ ਹੋਰ ਹੁੰਦੀ ਸੀ ਮੇਰੀ ਮਾਲਵੇ ਵਾਲੀ ਫਿਰ ਮੈਂ ਇੱਥੇ ਆ ਕੇ ਸਾਰਾ ਕੁਝ ਸਿੱਖ ਗਿਆ ਗਾੜੀ ਜਾਂਡਿਆਂ ਮੈਨੂੰ ਘਰ ਵਾਲੀ ਕਹਿੰਦੀ ਇਹ ਜਾਂਡਿਆਂ ਆਂਡਿਆਂ ਮੈਂ ਮਝਾ ਲਾ ਹੁਣ ਮਿੱਤਰ ਪਿਆ ਪੂਰਾ ਦਾ ਪੂਰਾ ਖਾਲਸ ਬਾਬਿਓ ਸਤਿ ਸ੍ਰੀ ਅਕਾਲ ਕੀ ਹਾਲ ਨੇ ਮਿੱਤਰ ਪਿਆਰਿਓ ਹੋਰ ਸੁਣਾਓ ਕੀ ਹਾਲ ਆੜੀ ठीक ठाक ਕਾਇਮ ਹੈ ਬੜਾ ਮਫਰੈਲ ਸੈੱਟ ਰੱਖਿਆ ਪੂਰਾ ਹੁਣ ਤੇ ਧੁੱਪ ਨਿਕਲੇਗੀ ਠੰਡ ਵੈਸੇ ਬਣਾਈ ਜਾਂਦੀ ਹੈ ਕੁੱਕੜ ਕੀ ਹਾਲ ਨੇ ਭਾ ਹੋਰ ਸੁਣਾਓ ਠੀਕ ਠਾਕ ਹੋ ਵਧੀਆ ਹੋ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਮਿੱਤਰ ਪਿਆਰੇ ਦੂਰ ਦੂਰ ਖੜੋਤਾ ਹੈ ਹੋਰ ਸੁਣਾ ਕਾਇਮ ਚਲ ਭਾਜੀ ਹੋਰ ਸੁਣਾਓ जी बढ़िया जी ਕਾਇਮ ਹੋ ਵਾਹ ਕੀ ਬਾਤ ਹੈ ਇਹ ਬਰੂਟਾ ਤਾਂ ਨਹੀਂ ਹੈ ਪਿੱਪਲ ਹੈ ਕੀ ਹੈ ਇਹ ਪਿੱਪਲ ਹੈ ਹਾਂ ਤਾਂ ਹੀ ਇਹਦੇ ਮੁੱਛਾਂ ਮੱਛਾਂ ਹੈ ਨਹੀਂ ਚਲ ਭਾਜੀ ਬਸ ਹੋਰ ਮਹਾਰਾਜ ਕਾਇਮ ਹੋ ਸਾਰੇ ਆ ਬੰਦਿਆ ਕੀ ਬਾਤ ਹੈ ਬਾਣ ਬੜਾ ਵਧੀਆ ਇਹ ਕਿਹੜੀ ਹੈ ਇਹ ਤਾਂ ਮੈਂ ਦੇਖ ਜੇ ਤੇ ਦੇਖਿਆ ਤੇਰੇ ਆਹ ਸਭ ਤੋਂ ਵਧੀਆ ਮੈਂ ਤਾਂ ਆਇਆ ਆ ਚੱਲ ਬੈਠ ਮਿੱਤਰ ਪਿਆਰਿਆ ਬੈਠੋ ਬੈਠੋ ਬਾਬਿਓ ਬੈਠੋ ਮੈਂ ਵੀ ਤੁਹਾਡੇ ਵਰਗੇ ਹੀ ਆ ਦੇਸੀ ਜੱਟ ਆਲੇ ਯਾਰ ਗਾਂ ਨੂੰ ਆ ਜਾ ਯਾਰ ਕਮਾਲ ਕਰਦੇ ਕੋਈ ਫਾਰਮੈਲਿਟੀ लागे लागे जाओ ना ਆਪਾਂ ਗੱਪਾਂ ਹੀ ਮਾਰਨੀਆਂ ਇੱਥੇ ਕਿਹੜਾ ਕੋਈ ਹੋ ਯਾਰ ਗੱਡਾ ਖੜਾ ਆ ਜਾਓ ਗੱਡਾ ਵੀ ਤਾਂ ਖੜਾ ਹੀ ਹੈ ਹਾਂ ਮੈਂ ਜਿੱਥੇ ਜਾਣਾ ਨਾ ਸਭ ਤੋਂ ਪਹਿਲਾਂ ਪੁੱਛਦਾ ਵੀ ਉੱਥੇ ਗਾੜੀ ਕੌਣ ਗਿਆ ਪਿੰਡਾਂ ਚੋਂ ਗਏ ਆ ਸਾਰੇ ਇੱਥੋਂ ਗਿਆ ਕੋਈ ਉੱਥੇ ਹਾਂਜੀ ਗਈ ਟਰਾਲੀ ਅੱਛਾ ਇਸ ਪਿੰਡ ਚੋਂ ਗਈ ਹੈ ਹਾਂਜੀ ਇੱਕ ਅੱਧੀ ਵਾਰ ਗਈ ਹੈ ਕਿ ਹੋਰ ਵੀ ਲੋਕ ਗਏ ਜਾਂਦੇ ਰਹਿੰਦੇ ਇਹ ਲਾਗੇ ਲਾਉਣੇ ਸਾਰੇ ਜਾਂਦੇ ਆ ਹਾਂਜੀ ਵਾਰੀ ਨਾਲ ਹਰ ਪਿੰਡ ਤੇ ਜਾਂਦੇ ਜੀ ਨਾਲ ਵਾਰੀ ਬੱਧੀ ਹੈ ਅੱਛਾ ਤਰੀਕ ਵਾਈ ਦੀ ਐਕਚੁਅਲੀ ਭਾਜੀ ਇਹ ਨਾ ਇਤਿਹਾਸ ਦੁਹਰਾ ਰਹੇ ਆ ਕੋਈ ਮੈਨੂੰ ਪੁੱਛੇ ਵੀ ਕਿੱਦਾਂ ਆਪਾਂ ਇਤਿਹਾਸ ਦੁਹਰਾ ਰਹੇ ਆ ਜੱਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਇਹ ਅੱਜ ਤੋਂ 60-70 ਸਾਲ ਪਹਿਲਾਂ ਜਦੋਂ ਆਜ਼ਾਦੀ ਦੀ ਲੜਾਈ ਹੋਈ ਤੇ ਉਦੋਂ ਜਿੰਨੇ ਵੀ ਉਹ ਸੁਤੰਤਰਤਾ ਸੈਨਾਨੀ ਸੀ ਨਾ ਉਹ ਸ਼ਹਿਰ ਤੱਕ ਸੀਮਿਤ ਸੀ ਉਹ ਸ਼ਹਿਰਾਂ ਦੇ ਵਿੱਚ ਬਰਿਸਟਰ ਕੋਈ ਲਾ ਕਰਦਾ ਉੱਥੇ ਤੱਕ ਹੀ ਜਿੰਨੇ ਕਿਸਾਨ ਨੇ ਚੱਕੀ ਨਾ ਹੱਥੀ ਔਰ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਉਹ ਨੈਸ਼ਨਲ ਮੂਵਮੈਂਟ ਬਣੀ ਕਿਉਂ ਪੁੱਤ ਇਹ ਮੇਰਾ ਭਤੀਜਾ ਪਿੰਨੀਆਂ ਖਾਂਦਾ ਇਹ ਉਹਦੀਆਂ ਅਲਸੀ ਵਾਲੀਆਂ ਇਹਨੂੰ ਪੂਰਾ ਗਿਆਨ ਹੈ ਕਿਉਂ ਮੈਂ ਠੀਕ ਕਹਿ ਰਿਹਾ ਨਾ ਦੱਸਦੀ ਤੈਨੂੰ ਹਿਸਟਰੀ ਬੜੀ ਪਤਾ ਹੈ ਇਹ ਮੇਰਾ ਬਹਿਸ ਵੀ ਪੈਂਦਾ ਪੂਰਾ ਕਿਉਂ ਜਦੋਂ ਕਿਸਾਨਾਂ ਨੇ ਆਖਿਆ ਨਾ ਵੀ ਅਸੀਂ ਕਰਾਵਾਂਗੇ ਦੇਸ਼ ਦਾ ਫੇਰ ਨੈਸ਼ਨਲ ਮੂਵਮੈਂਟ ਬਣੀ ਝੰਡੇ 'ਚ ਡੰਡਾ ਲੱਗਿਆ ਤੇ ਉਹ ਇੱਕ ਐਸਾ ਰੂਪ ਅਖਤਿਆਰ ਕਰ ਗਈ ਵੀ ਉਹਨੇ ਅੰਗਰੇਜ਼ ਸਰਕਾਰ ਥੱਲੇ ਸਿੱਟ ਤੇ ਅੱਜ ਵੇਖ ਲਓ ਤੁਸੀਂ ਇਹ 1907 ਦਾ ਦੱਸਦੇ ਜੀ ਸੋਹਣਾ ਦੇ 500 ਦਾ ਵੀ ਕਰਦੇ ਬਸ ਇਹ ਤੁਸੀਂ ਗੱਲ ਬੜੀ ਵਧੀਆ ਕਰਦੀ 9 ਮਹੀਨੇ ਚੱਲੀ ਉਹਨਾਂ ਦੀ ਭਗਤ ਸਿੰਘ ਦਾ ਚਾਚਾ ਤੇ ਉਹ ਸ਼ਹੀਦ ਊਧਮ ਸਿੰਘ ਇਹ ਕੌਣ ਸੀ ਇਹ ਕਿਸਾਨ ਪਰਿਵਾਰ ਹੈ ਕਿਸਾਨ ਪਰਿਵਾਰ ਵੇਖੋ ਉਹ ਤੇ ਲੈ ਅੱਜ ਉੱਠੇ ਸਾਰੇ ਤੇ ਅੱਜ ਵੀ ਕਿਸਾਨ ਪਰਿਵਾਰਾਂ ਨੇ ਝੰਡਾ ਚੁੱਕਿਆ ਇਹ ਹੋਰ ਕੋਈ ਕਰ ਨਹੀਂ ਸੀ ਸਕਦਾ ਤੁਸੀਂ ਦੇਖੋ ਕਿ ਇਹ ਸਰਕਾਰ ਕਿਸੇ ਨਾਲ ਗੱਲਾਂ ਕਰਦੀ ਸੀ ਪਹਿਲਾਂ ਇਹ ਕਿਸੇ ਨੂੰ ਬੰਦਾ ਸਮਝਦੇ ਸੀ ਸਮਝ ਨਹੀਂ ਉਹਨਾਂ ਕਿਸਾਨ ਜਿਹੜੇ ਹਲੇ ਸੁੱਤੇ ਆ ਕੋਈ ਗੱਲ ਨਹੀਂ ਹੈ ਸੁੱਤੇ ਇਹਨਾਂ ਨੂੰ ਕਿਹੜਾ ਨਾ ਜੀ ਨਾ ਇਹ ਤੇ ਸੁੱਤਿਆਂ ਨੂੰ ਜਗਾ ਦਿੰਦੇ ਆ ਇਹ ਤੇ ਸੁੱਤਿਆਂ ਨੂੰ ਜਗਾ ਦਿੰਦੇ ਆ ਦੇਖੋ ਮੈਂ ਤੁਹਾਨੂੰ ਇੱਕ ਗੱਲ ਸਿੱਖਾਂ ਦੀ ਦੱਸਾਂ ਇੱਕ ਆਪਣੀ ਕੌਮ ਦੀ ਗੱਲ ਦੱਸਾਂ ਸਭ ਕੁਝ ਸਹਿ ਲੈਂਦੇ ਅਪਮਾਨ ਨਹੀਂ ਸਹਿਣਾ ਹਾਂਜੀ ਪਿਆਰ ਨਾਲ ਜਾਨ ਮੰਗੋ ਤੇ ਜਾਨ ਦੇ ਦਿੰਦੇ ਆ
ਲੇਕਿਨ ਜੇ ਕੋਈ ਇਹ ਕਵੇ ਨਾ ਵੀ ਦੱਬ ਲੂਗਾ, ਇਹ ਹੋਣਾ ਨਹੀਂ, ਇਹ ਹੋਣਾ ਨਹੀਂ। ਇਹ ਹੋਣਾ ਨਹੀਂ। ਤੇ ਨਾਲੇ ਤੁਸੀਂ ਬੇਇੱਜ਼ਤੀ ਦਾ ਜੀਵਨ ਚਾਹੇ 1000 ਸਾਲ ਜੀ ਲਓ, ਉਹ ਕਾਹਦਾ ਜੀਵਨ ਹੈ? ਤੇ ਉਦੋਂ ਚਲਾ ਦਾ 1 ਸਾਲ ਇੱਜ਼ਤ ਵਾਲਾ ਜੀਓ। ਇਹ ਜਿਹੜਾ ਪੰਜਾਬੀ ਹੈ, ਇਹ ਮਤਲਬ ਇਸ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਰਿਮਿਆ ਹੋਇਆ। ਇਹ ਸਾਡੇ ਗੁਰੂ ਨੇ ਵੀ ਕਿਹਾ ਨਾ, ਜ਼ੁਲਮ ਕਰਨਾ ਵੀ ਮਾੜਾ ਤੇ ਜ਼ੁਲਮ ਸਹਿਣਾ ਮਾੜਾ। ਅਲਖ ਜਿਹੜੀ ਜਾਗੀ ਹੈ ਨਾ, ਜਿਹੜੀ ਇਹ ਅਲਖ ਜਗਾਈ ਹੈ, ਜਦੋਂ ਕਿਸੇ ਦੀ ਜ਼ਮੀਰ ਜਾਗਦੀ ਹੈ, ਅਲਖ ਜਾਗਦੀ ਹੈ, ਤੇ ਫਿਰ ਕ੍ਰਾਂਤੀ ਸਮਝੋ। ਔਰ ਇਹ ਲੜਾਈ ਜਿਹੜੀ ਆਪਾਂ ਲੜ ਰਹੇ ਹਾਂ, ਮੇਰੇ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਲਿਖਿਆ ਜਾਊਗਾ, ਇਹ ਹਿਸਟਰੀ ਦੁਹਰਾਈ ਜਾਊਗੀ, ਪੂਰੀ ਰਾਜਨੀਤੀ ਦਾ ਕਾਇਆ ਕਲਪ ਹੋਊਗਾ, ਪੂਰੀ ਤਰ੍ਹਾਂ ਬਦਲਾਅ ਆਊਗਾ। ਇਹਦਾ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ। ਕਿਉਂਕਿ ਕਾਕਾ ਸਹੀ ਕਹਿ ਰਹੇ ਕਿ ਨਹੀਂ ਕਹਿ ਰਹੇ? ਚਾਚਾ ਜੀ ਇੱਕ ਹੋਰ ਬੜੀ ਤਕੜੀ ਸਿਮਿਲੈਰਿਟੀ ਹੈ ਯਾਰ ਗੱਲਾਂ ਬਾਤਾਂ ਮਾਰਦੇ ਨੇ ਉਹ, ਕੋਈ ਐਵੇਂ ਨਾ ਵਿੱਚ ਜੇ ਪੁੱਛਿਆ ਕਰਿਓ, ਮੈਂ ਤਾਂ ਬੜਾ ਖੁਸ਼ ਹੁੰਦਾ ਜੇ ਕੋਈ ਪੁੱਛਦਾ ਨਾਲ। ਇਹ ਜਿਵੇਂ ਅੰਗਰੇਜ਼ ਇੰਡੀਗੋ ਪਲਾਂਟੇਸ਼ਨ ਲੈਂਦੇ ਸੀ ਨਾ, ਵੀ ਇੰਡੀਗੋ ਅਸੀਂ ਲੈਂਡ ਲੈ ਕੇ ਜਾਵਾਂਗੇ ਤੇ ਇੱਥੇ ਕਣਕ ਜੀਰੀ ਲਾਣੀ ਬੰਦ ਕਰ ਦਿਓ, ਸਬਜ਼ੀਆਂ ਲਾਣੀਆਂ ਬੰਦ ਕਰ ਦਿਓ, ਤੇ ਉਹਨਾਂ ਨੇ ਪੂਰੇ ਰਾਜਾਂ ਦੇ ਰਾਜ ਉਹ ਚ ਕਨਵਰਟ ਕੀਤੇ ਜਦੋਂ, ਤੇ ਆਪਣੇ ਦੇਸ਼ ਭੁੱਖਮਰੀ ਆਈ ਸੀ। ਇਹਨਾਂ ਨੂੰ ਇਹ ਦੱਸ ਵੀ ਇੰਡੀਗੋ ਕੀ ਹੁੰਦਾ? ਉਹ ਟੈਕਸਟਾਈਲ ਦਾ ਕ੍ਰੌਪ ਹੁੰਦਾ। ਅੰਗਰੇਜ਼ਾਂ ਨੇ ਕੀ ਕੀਤਾ ਜਦੋਂ ਆਏ, ਉਹਨਾਂ ਨੇ ਪੂਰਾ ਕਬਜ਼ਾ ਕੀਤਾ। ਉਹਨਾਂ ਨੇ ਕਿਹਾ ਵੀ ਤੁਸੀਂ ਕਣਕ ਨਹੀਂ ਲਾਉਣੀ, ਤੁਸੀਂ ਜੀਰੀ ਨਹੀਂ ਲਾਉਣੀ, ਤੁਸੀਂ ਆਹ ਲਾਓ, ਇੰਡੀਗੋ ਲਾਓ। ਉਹ ਜਦੋਂ ਇੰਡੀਗੋ ਲਾਈ ਤੇ ਅੰਨ ਮੁੱਕ ਗਿਆ, ਭੁੱਖਮਰੀ ਆਈ ਕਿ ਨਹੀਂ ਆਈ? ਅਤੇ ਉਹ ਲੈ ਕੇ ਕਿਸ ਸਿਸਟਮ ਨਾਲ ਆਏ ਸੀ, ਉਹਨੂੰ ਕੰਟਰੈਕਟ ਫਾਰਮਿੰਗ ਕਹਿੰਦੇ ਜਿਹਨੂੰ ਜਿਹੜਾ ਉਹ ਸਿਸਟਮ ਹੈ ਕਿ ਕੰਪਨੀ ਦੱਸੂ ਕਿ ਆਹ ਬੀਜ ਹੈ, ਆਹ ਫਰਟੀਲਾਈਜ਼ਰ ਹੈ, ਆਹ ਪੈਸਟੀਸਾਈਡ ਹੈ, ਇੰਨਾ ਦਾਮ ਹੈ, ਅਸੀਂ ਚੱਕਾਂਗੇ, ਹੋਰ ਕੁਝ ਤੁਸੀਂ ਲਾ ਨਹੀਂ ਸਕਦੇ। ਜੇ ਲਾਇਆ ਤੇ ਥੋੜੀ ਜ਼ਮੀਨ ਗਈ, ਉਹਨੂੰ ਕੰਟਰੈਕਟ ਫਾਰਮਿੰਗ ਕਹਿੰਦੇ ਨੇ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਇਹ ਜਿਹੜੀ ਕੰਟਰੈਕਟ ਫਾਰਮਿੰਗ ਹੈ ਨਾ, ਇਹ ਕਾਪੀ ਕਰਦੇ, ਇਹ ਨਕਲਾਂ ਲਾਉਂਦੇ। ਨਕਲ 'ਚ ਅਕਲ ਚਾਹੀਦੀ ਹੈ। ਇਹ ਰੀਸ ਕਰਦੇ। ਇਹ ਰੀਸ ਕਿਹਨਾਂ ਦੀ ਕਰਦੇ ਆ? ਅਮਰੀਕਾ, ਇੰਗਲੈਂਡ, ਉਹ ਫਸਟ ਵਰਲਡ ਕੰਟਰੀਜ਼ ਨੇ, ਵਿਕਸਿਤ ਇਕਨੋਮੀਆਂ ਨੇ। ਇਹ ਉਹਨਾਂ ਦੀ ਰੀਸ ਕਰਦੇ ਆ ਵੀ ਉੱਥੇ ਜਾਵਾਂਗੇ, ਉਹ ਦੇਖੋ ਜੀ ਉਹਨਾਂ ਨੇ ਆਹ ਕਰਤਾ, ਉਹਨਾਂ ਨੇ ਆਹ ਕਰਤਾ। ਉੱਥੇ ਤੇ 500 ਏਕੜ ਦਾ ਫਾਰਮ ਹੈ, ਇੱਕ ਬੰਦਾ ਫਾਰਮਿੰਗ ਕਰਦਾ। ਉਹ ਮੈਂ ਕਹਿੰਦਾ ਨੇਰੀਆਂ ਲਿਆਂਦਾ, ਉਹ ਟਰੈਕਟਰ ਹੀ ਇਹੋ ਜਿਹੇ ਨੇ, ਤੁਸੀਂ ਦੇਖਿਆ ਤੁਸੀਂ ਜਿਹੜੇ ਬਾਹਰਲੇ ਅਮਰੀਕਾ ਹੋ ਗਿਆ, ਜਹਾਜ਼ਾਂ ਨਾਲ ਰੇਸ ਛੱਡ ਦਿੰਦੇ ਨੇ, ਰੇਸ ਛੱਡਦੇ ਹੁਣ ਇਹ ਕਾਪੀ ਕਰ ਮਤਲਬ ਤੁਰਨ ਦੀ ਤਾਕਤ ਨਹੀਂ, ਨਾਮ ਮਜ਼ਬੂਤ ਖਾਂ। ਇਹ ਉਹਨਾਂ ਦੀ ਰੀਸਾਂ ਕਰਦੇ ਆ। ਰੀਸ ਜੇ ਕਰਨੀ ਹੈ ਤੇ ਫਿਰ ਉਹ ਇਹ ਦੇਖੋ ਕਿ ਜਿਹੜੇ ਹਿੰਦੁਸਤਾਨੀ ਹੈਗੇ ਨੇ, ਇਹ ਕਿਹਦੇ ਨਾਲ ਰਲਦੇ ਜੁਲਦੇ ਨੇ? ਇਹ ਰਲਦੇ ਜੁਲਦੇ ਨੇ ਸਾਊਥ ਅਮਰੀਕਾ ਨਾਲ, ਇਹ ਰਲਦੇ ਜੁਲਦੇ ਨੇ ਅਫਰੀਕਾ ਵਾਲਿਆਂ ਨਾਲ। ਉੱਥੇ 2-2 ਏਕੜ ਨੇ। ਆਪਾਂ ਲੜਾਈ ਕਿਹਦੀ ਲੜ ਰਹੇ ਹਾਂ? ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ, ਆਪਾਂ ਲੜਾਈ ਕਿਹਦੀ ਲੜ ਰਹੇ ਹਾਂ? ਆਪਾਂ ਲੜਾਈ ਲੜ ਰਹੇ ਹਾਂ 2 ਏਕੜ ਵਾਲੇ ਦਾ, 5 ਏਕੜ ਵਾਲਾ, 4 ਏਕੜ ਵਾਲਾ। ਇਹ ਕਿਉਂਕਿ 86% ਲੋਕ ਅੱਜ ਹਿੰਦੁਸਤਾਨ ਦੇ ਵਿੱਚ ਇਹ 4-5 ਏਕੜ ਵਾਲੇ। ਤੇ ਉਹ ਜਿੱਥੇ ਇਹਨਾਂ ਨੇ ਕੰਟਰੈਕਟ, ਇਹ ਪੁੱਤ ਇਹਨਾਂ ਨੇ ਇੱਥੇ ਲਿਆਂਦੀ ਕਿ ਨਹੀਂ ਕੰਟਰੈਕਟ ਫਾਰਮਿੰਗ ਸਾਊਥ ਅਮਰੀਕਾ ਤੇ ਅਫਰੀਕਾ ਵਿੱਚ ਸਭ ਤਬਾਹ ਹੋ ਗਏ। ਤੁਸੀਂ ਆਪਣਾ ਪੰਜਾਬ ਦੇਖ ਲਓ। ਤੁਸੀਂ ਹੁਣ ਜਦੋਂ ਆਪਣੇ ਆ ਜਿਹੜਾ ਰੇਤ ਆ, ਆਪਣੀ ਜਿਹੜੀ ਆ ਰੇਤ, ਉਹ 5 ਫੁੱਟ ਜਿਉਂ ਜਗ੍ਹਾ ਅਸੀਂ ਪੁੱਟਦੇ ਆ, ਤੇ ਮੁੜ ਕੇ ਸਰਕਾਰ ਆ ਜਾਂਦੀ ਸਾਡੀ ਆ ਜੀ, ਇਹ ਰੇਤ ਤੋਂ ਸਾਹ ਨਹੀਂ ਤੁਸੀਂ ਜਾਣਾ, 5 ਫੁੱਟ ਤੱਕ ਤੁਸੀਂ ਹੈਗੇ। ਕੋਈ ਇਹਦਾ ਵੀ ਬਿਜ਼ਨਸ ਕਰਦੇ ਆ? ਹਾਂਜੀ, ਇਹਦਾ ਵੀ ਰੇਤ ਦਾ ਕਿੰਨਾ ਬਿਜ਼ਨਸ ਕਰਦਾ। ਤੇ ਜਿਹੜਾ ਇਹਦਾ ਬਿਜ਼ਨਸ ਕਰਦਾ ਉਹਨੂੰ ਕੋਈ ਨਹੀਂ ਪੁੱਛਦਾ, ਦੇਖ ਮੈਂ ਦੱਸਦਾ ਤੁਹਾਨੂੰ। ਇਹ ਦੇਖੋ, ਇਹ ਜਿੱਥੇ ਇਹਨਾਂ ਨੇ ਕੰਟਰੈਕਟ ਫਾਰਮਿੰਗ ਲਿਆਂਦੀ, ਤੁਸੀਂ ਜੇ ਕਿਸੇ ਦਾ ਉਦਾਹਰਣ ਲੈਣਾ ਹੈ ਤੇ ਜਿੱਤੇ ਹੋਏ ਦਾ ਲਾਓ ਨਾ, ਕਿਸੇ ਤਕੜੇ ਦਾ ਲਾਓ ਨਾ। ਤੁਸੀਂ ਹਾਰੇ ਹੋਇਆਂ ਦਾ ਉਦਾਹਰਣ ਲੈ ਕੇ ਸਾਡੇ ਤੇ ਥੋਪ ਰਹੇ ਹੋ 2 ਬੰਦਿਆਂ ਨੂੰ ਫਾਇਦਾ ਦੇਣ ਲਈ। ਮੈਂ ਤੁਹਾਨੂੰ ਉਦਾਹਰਣ ਦਿੰਦਾ, ਇਹ ਜਿੱਥੇ ਮੈਂ ਜਦੋਂ ਕਹਿ ਰਿਹਾ ਮੈਂ ਅਮਰੀਕਾ ਤੇ ਉੱਥੇ ਅਫਰੀਕਾ, ਉਹ ਸਾਰੇ ਛੋਟੇ ਜਿੰਨੇ ਫਾਰਮ ਨੇ 2-2 ਏਕੜ ਵਾਲੇ ਬਰਬਾਦ ਹੋ ਗਏ। ਤੁਸੀਂ ਇੱਥੇ ਲੈ ਲਓ ਪੰਜਾਬ 'ਚ 1990-92 ਦੇ ਵਿੱਚ ਪੈਪਸੀਕੋ ਆਈ ਸੀ, ਪੈਪਸੀਕੋ ਕੰਪਨੀ। ਉਹਨਾਂ ਨੇ ਕੰਟਰੈਕਟ ਕੀਤੇ ਸੀ ਕਿਸਾਨਾਂ ਨਾਲ। ਲੈ ਮੈਂ ਕਹਿੰਦਾ 2 ਏਕੜ ਵਾਲਾ ਤੇ 5 ਏਕੜ ਵਾਲਾ, ਇੱਕ ਤੋਂ ਪੁੱਛ ਲਓ, ਜੇ ਗਾਲਾਂ ਨਾ ਕੱਢੇ ਮੇਰਾ ਨਾਮ ਟਾਲੀ। ਕਰਦੇ ਆ ਜੀ, ਕਰਦੇ ਆ ਕਿ ਨਹੀਂ ਕਰਦੇ? ਫਿਰ ਇਹ ਜਿਹੜੀ ਗੱਲ ਹੈ ਕਿ ਇਹ 2 ਏਕੜ ਵਾਲੇ ਬੰਦੇ ਨੂੰ, ਜਿਹਦੇ ਕੋਲ ਕੋਈ ਵਕੀਲ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੈਗਾ, ਕੁਛ ਨਹੀਂ ਆ ਉਹਦੇ ਕੋਲ ਤੁਸੀਂ 5 ਏਕੜ ਵਾਲੇ ਨੂੰ, ਉਹਨੂੰ ਤੁਸੀਂ ਜਦੋਂ ਇਹਨਾਂ ਦਾ ਕੰਟਰੈਕਟ ਵਾਲੇ ਭੇੜੀਆਂ ਦੇ ਅੱਗੇ ਤੁਸੀਂ ਛੱਡ ਦਿਓਗੇ, ਇਹਨਾਂ ਦੇ ਅੱਗੇ, ਉਹ ਕਿੱਥੇ ਜਾਊਗਾ ਵਿਚਾਰਾ? ਹਾਂਜੀ, ਕੋਈ 2 ਲੱਖ ਕਰੋੜ ਗਾਲਾਂ ਤੋਂ ਸਵਾਦ ਉਹਦੀ ਕੋਈ ਕੱਖ ਵੀ ਨਹੀਂ ਹੈਗਾ। 2 ਲੱਖ ਕਰੋੜ ਦੀ 2 ਲੱਖ ਕਰੋੜ। ਹੁਣ ਕਣਕ ਤੇ ਜੀਰੀ ਆ, ਇਹ ਤੇ ਆਪਣੀ ਵਰਤੋਂ ਦੀ ਚੀਜ਼ ਆ। ਛੋਟੇ ਲੈਵਲ ਤੇ ਵੇਖੀਏ ਤੇ ਆ ਚਕੰਦਰ ਲਵਾ ਦਿੰਦੇ, ਆਪਣੀ ਮਰਜ਼ੀ ਦਾ ਭਾਅ ਲੈਂਦੇ ਆ। ਹਾਂ ਵੇਖੋ, ਇਹੀ ਜੇ ਮਤਲਬ ਇੱਥੇ ਤੁਹਾਡੇ ਕੋਲ ਕਿਤੇ ਮਾੜਾ ਮੋਟਾ 2-3 ਕਮਰੇ ਪਾਏ ਹੁਣ, ਤੁਸੀਂ ਉਹਨੂੰ ਵਿੱਚ ਰੱਖ ਲਓ ਤੇ ਤੁਸੀਂ ਆਪਦੇ ਭਾਅ ਨਾਲ ਵੇਚ ਸਕਦੇ। ਕਿਉਂ ਭਾਜੀ? ਇਹ ਵੈਸੇ ਪਹਿਲਾਂ ਪਿੱਟਿਆ ਰਾਹੁਲ ਗਾਂਧੀ ਪਾਰਲੀਮੈਂਟ 'ਚ 15 ਚ। ਅੱਛਾ। ਕਿਸੇ ਨੇ ਕੀਤਾ ਨਹੀਂ, ਉਹਦੀ ਵੀਡੀਓ ਵੀ ਆਈ ਆ, ਚੱਲਣ ਦੀ ਵੀਡੀਓ ਚੱਲਣ ਦੀ। ਉਹਨੇ ਆਖਿਆ ਵੀ ਇਹ ਤੂੰ ਆਪਣੇ ਯਾਰਾਂ ਨੂੰ ਬਾਨੀ ਡਾਨੇ ਫਾਇਦਾ ਦੇਣ ਲਈ ਇਹ ਕਿਸਾਨਾਂ ਨੂੰ ਘਸਿਆਰੇ ਬਣਾਉਣ ਡਿਆ ਵਾ, ਇਹਨਾਂ ਨੂੰ ਕਮਜ਼ੋਰ ਕਰਨ ਡਿਆ ਵਾ, ਤੂੰ ਮੁੜ ਕੇ ਇਹਨਾਂ ਦੇ ਕਾਨੂੰਨ ਲਾਗੂ ਕਰੇ।
ਹੈਗੀ ਮੇਰੇ ਕੋਲ ਵੀਡੀਓ। ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਰਿਹਾ, ਉਦੋਂ ਉਹ ਤੇ ਕਿਸੇ ਨੇ ਧਿਆਨ ਕੀਤਾ। ਉਹ ਰਾਹੁਲ ਗਾਂਧੀ ਉਹ ਆ ਪੜਿਆ ਲਿਖਿਆ ਬੰਦਾ, ਉਹ ਪਹਿਲਾਂ ਇਹ 15 ਜੋ ਉਹਨੇ ਪਾਰਲੀਮੈਂਟ 'ਚ ਰੌਲਾ ਪਾਇਆ। ਉਹ ਪੜਿਆ ਲਿਖਿਆ ਵੀ ਹੈ ਨਾ, ਲੋੜ ਨਹੀਂ, ਪੜਿਆ ਲਿਖਿਆ ਵੀ ਹੈ ਔਰ ਨੇਕ ਇਨਸਾਨ। ਨੇਕ ਪਰ ਇਨਸਾਨ। ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ, ਇਹ ਜਿਹੜੀ ਸਾਡੀ ਕੌਮ ਹੈ ਨਾ, ਇਹ ਬੜੀ ਸਿਰੜੀ ਹੈ। ਹਾਂਜੀ ਇਹ ਵੱਟ ਦਿੰਦੇ ਆ ਕੱਢ, ਕਿਸੇ ਤੋਂ ਨਹੀਂ ਦਬਦੇ। ਇਹ ਉਹ ਜੱਟ ਦੇ ਗੁਲਾਬ ਜਾਮਣ ਖਾਣ ਲੱਗਿਆ ਨਾ ਤਾਂ ਭੂੰਡ ਪੈ ਗਿਆ ਵਿੱਚ, ਤੇ ਜਦੋਂ ਖਾਣ ਲੱਗਿਆ ਉਹ ਕਰੇ ਭੀ ਭੀ ਭੀ, ਕਹਿੰਦਾ ਚੀ ਕਰ ਚਾਹੇ ਪੀ ਕਰ, ਹੁਣ ਖਾ ਕੇ ਹੀ ਛੱਡੂ ਮਿੱਤਰਾ। ਗੱਲ ਨੂੰ ਸਮਝ ਲਓ। ਇਹ ਜਿਹੜੇ ਪੰਜਾਬੀ ਨੇ ਨਾ, ਇਹ ਵੱਟ ਦਿੰਦੇ ਆ ਕੱਢ, ਜਲੇਬੀਆਂ ਨੂੰ ਕਰਦੇ ਇਕੱਠਾ। ਸਮਝ ਲਓ ਮੇਰੀ ਗੱਲ, ਇਹ ਗਲਤ ਬੰਦਿਆਂ ਨਾਲ ਪੰਗਾ ਪਾ ਲਿਆ, ਇਹ ਗਲਤ ਬੰਦਿਆਂ ਨਾਲ ਪੰਗਾ ਪਾ ਲਿਆ। ਮੈਂ ਤੈਨੂੰ ਫੇਰ ਕਹੀ ਜਾਣਾ, ਇਹ ਮੇਰੀ ਇਹ ਵਿਸ਼ਵਾਸ ਹੈ, ਯਕੀਨ ਹੈ ਕਿ ਜਿੱਤ ਪੱਕੀ ਹੈ ਆਪਣੀ। ਬਿਲਕੁਲ ਜੀ, ਸਹੀ ਗੱਲ। ਵੇਖੋ ਜੀ ਕਿੰਨਾ ਸੰਘਰਸ਼ ਕੀਤਾ, ਉੱਥੋਂ ਲੰਘ ਗਿਆ ਤੇ ਅੱਗੇ ਤਾਂ ਕੋਈ ਮਸਲਾ ਨਹੀਂ ਰਹਿ ਗਿਆ। ਵੇਖੋ ਨਾ ਸੜਕ ਪੁੱਟ ਕੇ ਕੀ ਨਹੀਂ ਕੀਤਾ। ਜਿਹੜੇ ਕੰਟੇਨਰ ਆ ਉਹ ਏਦਾਂ ਖਿੱਚਣ ਦਾ ਜਿੱਦਾਂ ਕਿਸੇ ਵੱਡੀ ਮਸ਼ੀਨ ਮਗਰ ਪਾ ਕੇ ਖਿੱਚੀ ਦੇ ਆ। ਪੱਥਰ ਜਿਨ੍ਹਾਂ ਦੀ ਆਸ ਨਹੀਂ ਉਹ ਬੰਨੇ ਕਰਤੇ। ਬਾਕੀ ਵੇਖੋ ਇੱਕ ਜ਼ਮੀਨ ਹੈ, ਜ਼ਮੀਨ 'ਚ ਆਪਣੀ ਜ਼ਮੀਨ ਦੇ ਕੋਈ ਮੰਨ ਲਓ ਵੀ ਕਬਜ਼ਾ ਕਰਨਾ ਚਾਹਵੇ ਤੇ ਉੱਥੇ ਗੋਲੀਬਾਰੀ ਸਿੱਧਾ ਇਹੋ ਨਿਸ਼ਾਨਾ ਹੁੰਦਾ, ਮਰ ਜਾਣਾ ਜਾਂ ਮਾਰ ਦੇਣਾ। ਤੇ ਜੇ ਬਾਹਰੋਂ ਬੰਦਾ ਆਊਗਾ ਤੇ ਉਹਨੂੰ ਕੋਈ ਵੜਨ ਥੋੜਾ ਦਊਗਾ। ਹੁਣ ਵੇਖੋ ਅੱਗੇ ਸਮਾਂ ਹੈਗਾ ਹੀ ਹੋਰ, ਹੁਣ ਹਰ ਇੱਕ ਤੋਂ ਹਥਿਆਰ ਆ। ਮੇਰੀ ਗੱਲ ਨੂੰ ਸੁਣ ਮਿੱਤਰਾ, ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ। ਹਾਂਜੀ ਹਾਂਜੀ, ਚਾਹੇ ਪਹਾੜ ਨੂੰ ਟੋਚਨ ਪਾ ਲਈ, ਉਹ ਵੀ ਨਿਕਲੇ ਨਿਕਲ ਆ। 1.25 ਲੱਖ ਵਰਗਾ ਹੈ। ਹਾਂਜੀ, ਹਾਂਜੀ। ਗੱਲ ਸਮਝ, ਅਸੀਂ ਸੇਧ ਕਿੱਥੋਂ ਲੈਨੇ ਆ? ਹਾਂਜੀ ਜ਼ੁਲਮ ਅੱਗੇ ਝੁਕੇ ਆ, ਨਹੀਂ ਜਬਰ ਅੱਗੇ ਝੁਕੇ ਆ ਕਦੇ? ਹੈ ਬਾਬੇ ਨਾਨਕ ਨੇ ਬਾਬਰ ਦੀ ਬਸ ਕਰਾਤੀ ਸੀ 1907 'ਚ ਤੇ ਇੰਨਾ ਰਾਜੇ ਸਿੰਘ ਆਪਣੇ ਕੋਲ ਮੁਕੱਦਮ ਲਿਟਰੇਚਰ ਨਹੀਂ ਸੀ। ਯਾਦ ਹੈ? ਕੀ ਤੋਂ ਉਹਨੂੰ ਹੁਣ ਤੇ social media ਹੈ ਨਹੀਂ, ਉਹ ਮਾਫ ਕਰਦਾ। ਬਾਕੀ ਉਹਨੂੰ ਇਹ ਹਰ world ਦੇ ਹਰ ਬੜੀ ਹੋਣੀ country ਨਹੀਂ ਹੱਥਨ ਹੋਣੀ। 2% ਲੋਕ ਨੇ, ਚਲੇ ਗਿਆ, 2% ਲੋਕ ਨੇ, ਹਾਂਜੀ 70% ਦਬਦਬਾ ਹੈ। ਜਿੱਥੇ ਖੜ ਗਏ ਉੱਥੇ ਖੜ ਗਏ ਫਿਰ ਗੁਰੂ ਦੀ ਫੌਜ। ਕਿਉਂ ਵੀ ਮਿੱਤਰਾ? ਹੈ ਅਸੀਂ ਜਿਹੜਾ ਇਹ ਕੰਟਰੈਕਟ ਫਾਰਮਿੰਗ ਮਾਡਲ ਲੈ ਕੇ ਆਏ ਨੇ ਨਾ, ਅਸਲ ਵਿੱਚ ਜੇ ਆਪਾਂ 86% ਦੇਸ਼ ਦੇਖੀਏ ਉਹਦੇ ਵਿੱਚ ਕਿਹਾ ਕਿ ਉਹ 5 ਏਕੜ ਉਸ ਤੋਂ ਘੱਟ ਜ਼ਮੀਨ ਵਾਲੇ ਨੇ। ਇਹ ਕੰਟਰੈਕਟ ਫਾਰਮਿੰਗ ਮਾਡਲ ਦੁਨੀਆ ਦੇ ਕਿਸੇ ਵੀ ਦੇਸ਼ 'ਚ ਇੰਨੀ ਘੱਟ ਜ਼ਮੀਨ ਲੈਂਡ ਹੋਲਡਿੰਗ ਵਾਲੇ ਨਾਲ ਕਾਮਯਾਬ ਨਹੀਂ ਹੋਇਆ, ਕਿਤੇ ਵੀ ਨਹੀਂ ਹੋ ਸਕਦਾ। ਪੰਜਾਬ ਨੂੰ ਲੋੜ ਹੈ, ਆਪਣੇ ਪੂਰੇ ਦੇਸ਼ ਨੂੰ ਲੋੜ ਹੈ ਇੱਕ ਸਮਾਲ ਫਾਰਮਰ ਮਾਡਲ ਦੀ, ਕਿ ਛੋਟੇ ਕਿਸਾਨ ਨੂੰ ਤੁਸੀਂ ਖੁਦ ਮੁਖਤਿਆਰ ਕਿਵੇਂ ਕਰੋਗੇ, ਉਹਨੂੰ ਤਾਕਤਵਰ ਕਿਵੇਂ ਕਰੋਗੇ, ਉਹਨੂੰ ਅੱਗੇ ਸਟੋਰੇਜ, ਉਹਨੂੰ ਅੱਗੇ ਮਾਰਕੀਟਿੰਗ ਫੈਸਿਲਿਟੀ, ਉਹਨੂੰ ਪ੍ਰੋਸੈਸਿੰਗ। ਤੁਸੀਂ ਕਣਕ ਕੁਝ ਦਿਨ ਸ਼ੈਡ ਦੇ ਨੀਚੇ ਰੱਖ ਕੇ ਵੇਚਦੇ ਹੋ, ਬੈਟਰ ਅੱਛੀ ਵਿਕ ਜਾਂਦੀ ਹੈ। ਤੁਹਾਡੀਆਂ ਰੈਗੂਲੇਟਡ ਮੰਡੀਆਂ ਨੂੰ ਹੋਰ ਤਾਕਤਵਰ ਕਿਵੇਂ ਕਰੀਏ, ਹੋਰ ਫਸਲਾਂ ਕਿਵੇਂ ਲੈ ਕੇ ਆਈਏ ਐਮਐਸਪੀ ਦੇ ਥੱਲੇ, ਉਹ ਰਾਹ ਤੇ ਚੱਲਣ ਦੀ ਲੋੜ ਹੈ। ਇਹ ਚੱਲਣੇ ਬਿਲਕੁਲ ਉੱਠ ਰਾਹ ਤੇ। ਦੱਸਦਾ, ਦੇਖੋ ਜਦੋਂ ਰਾਤ ਨੂੰ ਤਾਰੇ ਤੁਰੇ ਚਮਕਦੇ ਹੁੰਦੇ, ਬੰਦਾ ਬੜਾ ਕਹਿੰਦਾ ਯਾਰ ਤਾਰੇ ਬੜੇ ਵਧੀਆ ਨੇ, ਹੈ ਚੰਦਰਮਾ ਚਮਕ। ਜਦੋਂ ਸੂਰਜ ਆਉਂਦਾ ਨਾ, ਕਿੱਥੇ ਜਾਂਦੇ ਆ ਤਾਰੇ? ਦੀਂਦੇ ਆ। ਪੰਜਾਬ ਉਹੀ ਸੂਰਜ, ਇਹਨੇ ਸੇਧ ਦਿੱਤੀ ਹੈ। ਅੱਜ ਵੀ ਤੁਸੀਂ ਦੇਖ ਲਓ, ਦੇਸ਼ ਨੂੰ ਸੇਧ ਦੇ ਰਿਹਾ। ਔਰ ਇਹ ਤੁਸੀਂ ਜੇ ਇਨਕਮ ਦੀ ਤੁਸੀਂ ਦੇਖੋ ਨਾ, ਵੀ ਇਨਕਮ ਕਿਹੜੇ ਸੂਬੇ ਦੀ ਸਭ ਤੋਂ ਜ਼ਿਆਦਾ ਖੇਤ ਕਿਸਾਨੀ ਦੀ ਇਨਕਮ ਕਿਹੜੇ ਸੂਬੇ ਦੀ ਹੈ, ਤੇ ਪੰਜਾਬ ਦੀ ਪਰ ਕਿਸਾਨ 23000 ਰੁਪਏ ਇਨਕਮ ਹੈ। ਨੰਬਰ 1 ਤੇ ਹੈ, ਨੰਬਰ 1 ਤੇ ਹੈ ਪੰਜਾਬ। ਤੇ ਨੰਬਰ 2 ਹਰਿਆਣਾ, 18500 ਰੁਪਇਆ ਹਰਿਆਣਾ ਕਮਾਉਂਦਾ ਇੱਕ ਕਿਸਾਨ। ਇਹਦਾ ਮਤਲਬ ਪੰਜਾਬ ਤੇ ਹਰਿਆਣਾ ਮੋਢੀ ਨੇ, ਚਾਨਣ ਬਣਾ ਰਹੇ ਨੇ। ਸਭ ਤੋਂ ਅੱਗੇ ਤੁਰਨਾ ਟਾਰਚ ਬੇਅਰਰ, ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਟਾਰਚ ਬੇਅਰਰ ਨੇ। ਕੇਰਲਾ ਸਭ ਤੋਂ ਵਿਕਸਿਤ ਸੂਬਾ ਹੈ, ਉਹ ਨੰਬਰ 3 ਤੇ ਸਾਡੀ। ਅੱਛਾ, ਬਾਕੀ ਜੇ ਤੁਸੀਂ ਸਾਰੇ ਸੂਬੇ ਉਹਨਾਂ ਦੀ ਐਵਰੇਜ ਲਾਓ ਵੀ ਉਹ ਕਿੰਨਾ ਕਮਾਉਂਦੇ, ਪੂਰਾ ਦੇਸ਼ 8000 ਰੁਪਏ। ਹੁਣ ਪੰਜਾਬ 3 ਗੁਣਾ ਕਮਾਉਂਦਾ, 3 ਗੁਣਾ। ਤੇ ਬਜਾਏ ਇਹਦੇ ਵੀ ਤੁਸੀਂ ਦੇਸ਼ ਨੂੰ ਪੰਜਾਬ ਵਾਂਗ ਮਜ਼ਬੂਤ ਕਰੋ ਤੇ ਤੁਸੀਂ ਪੰਜਾਬ ਵੱਲ ਨੂੰ ਲਿਜਾਓ, ਤੇ ਤੁਸੀਂ ਪੰਜਾਬ ਤੇ ਹਰਿਆਣੇ ਵਰਗੇ ਸੂਬਿਆਂ ਨੂੰ ਉਹ ਦੇਸ਼ ਦੀ ਆਮਦਨ ਵੱਲ ਨੂੰ ਲਈ ਜਾਂਦੇ। ਮਤਲਬ ਪੁੱਠੀ ਗੰਗਾ ਬਹਾ ਰਹੇ ਹੋ, ਕੋਈ ਸ਼ਰਮ ਕਰੋ। ਕਿਉਂ ਮਿੱਤਰਾ, ਠੀਕ ਕਹਿ ਰਿਹਾ? ਕਿ ਐਮਐਸਪੀ ਦੀ ਜੇ ਗਰੰਟੀ ਦੇ ਇਹਨਾਂ ਦੀ, ਤੇ ਕਿਸਾਨ ਜਿਹੜਾ ਵਾ ਉਹ ਪੂਰੇ ਦੇਸ਼ ਨੂੰ ਵਧੀਆ ਚਲਾ ਸਕਦਾ ਤੇ ਵਧੀਆ ਬਣ ਸਕਦਾ। ਇੱਕ ਦੋ ਦੇ ਜਾਂ ਪੰਜਾਬ ਤੇ ਹਰਿਆਣੇ ਜੀ ਦਿੰਦੇ ਆ ਕਣਕ ਚੌਲ ਝੋਨੇ, ਦੂਜੀ ਕਿਸੇ ਚੀਜ਼ 'ਚ ਨਹੀਂ ਦੇ। ਮੈਂ ਕਿਹਾ ਉਹਨੂੰ ਵੀ ਦੇ ਘੱਟ ਰੇਟ ਤੇ ਵਿਕਣ ਡੀਆਂ। ਜੇ 1800 ਜਾਂਦੇ ਵੀ ਸਾਡੇ ਕੋਲ ਆਉਣ ਨਹੀਂ ਬਹੁਤ ਜ਼ਿਆਦਾ ਤੇ ਉਹ ਇਹ ਐਮਐਸਪੀ ਦੇ ਨਾਲ ਜਿਹੜੀ ਸਰਕਾਰੀ ਖਰੀਦ ਦਾ ਸਿਸਟਮ ਹੈ, ਹਾਂਜੀ ਹਾਂਜੀ, ਜਿਹੜਾ ਹੁਣ ਆਪਾਂ ਪੰਜਾਬ ਵਿੱਚ ਐਮਐਸਪੀ ਹੈ, ਸਰਕਾਰੀ ਖਰੀਦ ਹੈ, ਏਪੀਐਮਸੀ ਮੰਡੀ ਦਾ ਸਿਸਟਮ ਚੱਲ ਰਿਹਾ ਹੈ। ਹਾਂਜੀ ਜਿਹੜੇ ਸੂਬੇ 'ਚ ਇਹ ਸਿਸਟਮ ਤੋੜਿਆ ਗਿਆ, ਜੇ ਆਪਾਂ ਉਹਦੇ ਨਾਲ ਕੰਪੇਅਰ ਕਰਕੇ ਦੇਖ ਲਈਏ ਕਿ ਉੱਥੇ ਇਹ ਕਹਿੰਦੇ ਨਾ ਕਿ ਤੁਸੀਂ ਇਹ ਮੰਡੀ ਤੋੜ ਦਾਂਗੇ ਜੀ, ਤੁਹਾਡੀ ਬੈਟਰ ਓਪਰਚੁਨਿਟੀ ਬਣ ਜੂ, ਤੁਹਾਨੂੰ ਆਮਦਨ ਚੰਗੀ ਹੋ ਜੂਗੀ। ਜੇ ਆਪਾਂ ਕੰਪੇਅਰ ਕਰਕੇ ਦੇਖ ਲਈਏ 15 ਸਾਲ ਪਹਿਲਾਂ 2006 'ਚ ਬਿਹਾਰ ਦਾ ਤੋੜਿਆ ਇਹਨਾਂ ਨੇ। ਬਿਹਾਰ ਦਾ ਏਪੀਐਮਸੀ ਐਕਟ ਖਤਮ ਕੀਤਾ ਸੀ ਇਹਨਾਂ ਨੇ ਏਪੀਐਮਸੀ ਐਕਟ ਬਿਹਾਰ ਦਾ ਖਤਮ ਕੀਤਾ। ਸੁਣਨ ਵਾਲੀ ਗੱਲ ਹੈ, ਸੁਣਿਓ ਧਿਆਨ ਨਾਲ। ਤੁਸੀਂ ਜਿਹੜੇ ਉਹ ਗੱਲਾਂ ਅੱਗੇ ਕਰੋਗੇ ਨਾ ਤੇ ਅੱਗ ਵਾਂਗ ਜਾਣੀਆਂ। ਮੇਰੀ ਗੱਲ ਨੂੰ ਯਾਦ ਰੱਖਿਓ, ਬਿਹਾਰ ਦਾ ਇਹੀ ਮੰਡੀਆਂ ਇਹਨਾਂ ਨੇ ਖਤਮ ਕੀਤੀਆਂ। ਤੇ ਉਦੋਂ ਬਾਅਦ ਬਿਹਾਰ ਦੀ ਜਿਹੜੀ ਆਮਦਨ
ਔਰ ਇਹ ਇੱਕ ਬੜੀ ਵੱਡੀ ਯੂਨੀਵਰਸਿਟੀ ਹੈ, ਯੂਨੀਵਰਸਿਟੀ ਆਫ ਪੈਂਸਿਲਵੇਨੀਆ। ਉਹਨੇ ਇਹ ਹਿੰਦੁਸਤਾਨ ਦੇ ਡਾਟੇ ਲਈ ਬਿਹਾਰ ਦੀ ਇਨਕਮ 30% ਥੱਲੇ ਆ ਗਈ। ਆਪਣੇ ਨਾਲ ਕੰਪੇਅਰ ਕਰੀਏ ਜੇ ਸੋਚੋ। ਉੱਥੇ ਦੀ 30% ਆਪਣੇ ਤੋਂ ਘੱਟ ਹੈ ਮੰਡੀ ਤੋਂ ਬਾਹਰ। ਜਦੋਂ ਮੰਡੀ ਤੋਂ ਬਾਹਰ ਵੇਚਦੇ ਨੇ 30% ਆਪਣੇ ਨੀਚੇ ਵੇਚਦੇ ਨੇ। ਇਹ ਬਾਹਰ ਦੀ ਯੂਨੀਵਰਸਿਟੀ ਆਪਣਾ ਡਾਟਾ ਚੱਕ ਕੇ ਰਿਸਰਚ ਕਰਕੇ ਦੱਸ ਰਹੀ ਹੈ ਕਿ ਇਹ ਤਾਂ ਕਹਿੰਦੇ ਨੇ ਕਿ ਬੈਟਰ ਓਪਰਚੁਨਿਟੀ ਮਿਲੂ ਤੁਹਾਨੂੰ, ਉੱਥੇ ਉਹਨਾਂ ਦੇ ਕੀਮਤਾਂ ਗਿਰ ਗਈਆਂ। ਇਹ ਸਾਰੇ ਤਾਂ ਤੇ ਬਿਹਾਰੀ ਵਿਚਾਰੇ ਇੱਥੇ ਹੁੰਦੇ ਸਾਡੇ ਕੋਲ ਕੰਮ ਕਰਨ, ਨਹੀਂ ਤੇ ਬਿਹਾਰ ਵਾਲਿਆਂ ਨੂੰ ਇੱਥੇ ਕੀ ਲੋੜ ਹੈ? ਚਲੋ ਅਸੀਂ ਉਹਦੇ ਤੇ ਦਿਹਾੜੀ ਕਰਨ ਦੇ ਨਾਲੇ ਮੁੰਡੇ ਸੀ ਚਲੋ ਤੇ ਇਹ ਮੰਡੀਆਂ ਇਹ ਜੇ- ਸਾਡਾ ਕਰਨਾ ਚਾਹੁੰਦੇ ਜੇ ਆ। ਆਉਂਦੇ ਆ ਤੇ ਪੰਜਾਬ ਨੇ ਤੇ ਸਭ ਨੂੰ ਸ਼ਰਮ ਦਿੱਤੀ ਹੈ। ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਮੇਰੇ ਮਹਿਮਾਨ ਜੋ ਹਮਾਰਾ ਹੋਤਾ ਹੈ ਉਹ ਜਾਨ ਸੇ ਪਿਆਰਾ ਹੋਤਾ ਹੈ। ਪਰ ਸਰ ਇਹ ਸਾਡਾ ਹਾਲ ਤੇ ਇਹੋ ਕਰਨਾ ਚਾਹੁੰਦੇ ਨਾ ਬਿਹਾਰ ਵਾਲਾ। ਹਾਂ ਇਹ ਪੂਰੇ ਦੇਸ਼ ਨੂੰ ਪੰਜਾਬ ਵਰਗਾ ਬਣਾਉਣ ਦੀ ਜਗ੍ਹਾ ਪੰਜਾਬ ਨੂੰ ਪੂਰੇ ਦੇਸ਼ ਦੀ ਆਮਦਨ ਤੇ ਲਿਆਣ ਖੜਾ ਲਿਆ ਕੇ ਖੜਾ ਬਸ। ਕਰ ਦੇਖੋ ਪੰਜਾਬ ਦੇ ਕਿੱਡੀ ਮਤਲਬ ਨੇਰ ਨਗਰੀ ਚੌਪਟ ਰਾਜਾ ਟਕੇ ਸਿਰ ਭਾਜੀ ਟਕੇ ਸਿਰ ਖਾਜਾ। ਹਾਂ ਹੈਂ? ਬਿਹਾਰ ਦਾ ਹਨੇਰ ਝੋਨਾ ਵੀ- ਐਤਕੀ ਅਟਾਰੀ ਮੰਡੀ ਜਾ ਕੇ ਵਿਕ ਗਿਆ। ਮੈਨੂੰ ਪਤਾ ਹੈ ਉਹ ਵੀ ਇੱਕ ਪੀਡੀਐਸ ਸਕੈਮ ਹੈ। ਉਹ ਕੀ ਕਰਦੇ ਆ, ਉਹ ਇੱਥੋਂ ਅਨਾਜ ਚੁੱਕਦੇ ਆ, ਅਨਾਜ ਚੱਕ ਕੇ ਉਹਨਾਂ ਮੰਡੀਆਂ 'ਚ ਸਸਤਾ ਹੁੰਦਾ। ਪੀਡੀਐਸ ਦੇ ਵਿੱਚ ਉਹ 2 ਰੁਪਏ ਚੌਲ ਦਿੰਦੇ ਆ, ਉੱਥੇ ਸਸਤਾ ਹੁੰਦਾ। ਉੱਥੇ ਅੱਧਾ ਲਾਉਂਦੇ, ਉਹਨਾਂ ਦੀ ਅੱਟੀ ਸੱਟੀ ਹੁੰਦੀ ਆ, ਫੇਰ ਆ ਕੇ ਇੱਥੇ ਫੇਰ ਵੇਚ ਦਿੰਦੇ। ਉਹ ਵੀ ਅੱਟੀ ਸੱਟੀ ਹੈ ਪੂਰੀ, ਪੀਡੀਐਸ ਸਕੈਮ ਕਹਿੰਦੇ ਨੇ। 10-15 ਗੱਡੀਆਂ ਅਟਾਰੀ ਮੰਡੀ 'ਚ ਇੱਥੇ ਆਪਣੇ ਵਿਕ ਗਈਆਂ। ਅੱਛਾ ਸਾਰੀਆਂ ਮੰਡੀਆਂ ਜਾਈਆਂ ਧੱਕਾ ਕਰਦੇ ਆ। ਜਿਹੜੇ ਮਾਡਲ ਨੂੰ ਇਹ ਕਹਿੰਦੇ ਨੇ ਵੀ ਇਹੋ ਜਿਹਾ ਬਣੋ, ਹਾਂਜੀ ਉਹ ਤਾਂ ਉਰੇ ਲਿਆ ਕੇ ਵੇਚ ਰਿਹਾ। ਹਾਂ। ਅੱਛਾ, ਉਹਦੇ ਪਿੱਛੇ ਅਸਲ ਜੇ ਆਪਾਂ ਕਾਰਨ ਵੀ ਦੇਖੀਏ ਕਿ ਮੰਡੀ ਟੁੱਟਣਾ ਹੁੰਦਾ ਕੀ, ਮੰਡੀ ਟੁੱਟਣਾ ਬਿਹਾਰ 'ਚ ਕੀ ਹੋਇਆ ਤੇ ਉਹ ਵਾਪਰਦਾ ਕੀ ਹੈ। ਉੱਥੇ ਪ੍ਰਾਈਵੇਟ ਵੱਡੇ ਪੂੰਜੀਪਤੀ ਮੋਨੋਪੋਲੀਆਂ ਖੜੀ ਕਰ ਲੈਂਦੇ ਨੇ। ਏਪੀਐਮਸੀ ਮੰਡੀ 'ਚ ਤਾਂ ਤੁਹਾਡਾ ਮੋਇਸਚਰ ਕਿੰਨਾ ਹੈ ਜੀਰੀ ਕਣਕ 'ਚ, ਉਹ ਸਰਕਾਰ ਦੀ ਨਿਗਰਾਨੀ 'ਚ ਗ੍ਰੇਡਿੰਗ ਕਰਦੇ ਆ ਉਹ ਵੀ ਇਹ ਆਲੂ ਸੀਡ ਵਾਲਾ ਹੈ ਜਾਂ ਆਲੂ ਮੰਡੀ ਵਾਲਾ ਹੈ, ਹਾਂ। ਇਹ ਗ੍ਰੇਡਿੰਗ ਏਪੀਐਮਸੀ ਕਰਦੇ ਆ। ਜੇ ਆਪਾਂ ਇਹ ਦੇਖਣਾ ਹੈ ਕਿ ਮੋਇਸਚਰ ਕਿੰਨਾ ਉਹਦੇ 'ਚ, ਤੋਲਣਾ ਹੈ, ਉਹ ਮੰਡੀ 'ਚ ਹੁੰਦਾ ਹੈ। ਜਦੋਂ ਤੁਸੀਂ ਉਹ ਸਿਸਟਮ ਤੋਂ ਬਾਹਰ ਕੱਢ ਦਿੰਦੇ ਹੋ, ਉਹ ਪੂੰਜੀਪਤੀ ਨਹੀਂ ਤੋਲਣਾ ਹੈ, ਉਹ ਨਹੀਂ ਮੋਇਸਚਰ ਚੈੱਕ ਕਰਨਾ ਹੈ, ਉਹ ਨਹੀਂ ਗ੍ਰੇਡਿੰਗ ਕਰਨੀ ਹੈ, ਉਹਦੇ ਬੰਦੇ ਨੇ ਦੱਸਣਾ ਵੀ ਆਹ ਭਾਵ ਲੱਗਿਆ ਨਹੀਂ ਲੱਗਿਆ। ਤੇ 2 ਏਕੜ ਵਾਲੇ 4 ਏਕੜ ਵਾਲੇ ਕਿਸਾਨ ਕੋਲ ਕਿਹੜਾ ਕੋਈ ਰਾਹ ਹੈ ਕਿ ਮੁਹਤਾਜ ਹੋ ਗਿਆ, ਗੁਲਾਮ ਹੋ ਗਿਆ ਤਾਂ। ਹਾਂਜੀ ਹਾਂਜੀ ਉਹ ਮੁੜ ਕੇ ਕਿਤੇ ਸੁਣਵਾਈ ਵੀ ਨਹੀਂ ਉਹਦੀ ਹੈਗੀ ਜੀ। ਚੰਗੇ ਇੰਨੇ ਕਿਸਾਨ ਇਕੱਠੇ ਆ ਤੇ ਇਹਨਾਂ ਦੀ ਸੁਣਵਾਈ ਨਹੀਂ, ਤੇ ਜਦੋਂ 2-2 ਕਿੱਲੇ ਵਾਲੀ ਦੀ ਸੁਣਵਾਈ ਆਈ ਅੱਛਾ, ਕਿੰਨਿਆਂ ਕਨੇ ਮੋਬਾਈਲ ਇੱਥੇ ਟਾਵਰ ਟੂਵਰ ਜੇ ਕਿੰਨੇ ਕ ਬੰਦ ਕੀਤੇ ਆ ਤੇ ਕਿੰਨਿਆਂ ਕਨੇ ਮੋਬਾਈਲ ਪੋਰਟ ਕੀਤੇ ਆ? ਮੇਲਾ ਲੱਗਾ ਹਾਂ, ਕਿਆ ਸੇਕ ਲੱਗਾ ਨਾ ਹੁਣ, ਸੇਕ। ਜੀਓ ਦਾ ਖਾਸੋਂ ਪਰੇ ਹਾਂ ਥੋੜਾ ਜਿਹਾ ਜਦੋਂ ਬੰਦ ਹੋ ਗਈ। ਅੱਛਾ, ਹਾਂਜੀ ਉੱਥੇ ਸ਼ਹਿਰ ਲਾਗੇ ਜਿਹੜੀ ਚੱਲਦੀ ਸੀ ਖਾਸੋਂ ਥੋੜਾ ਜਿਹਾ 5-7 ਕਿਲੋਮੀਟਰ ਪਰੇ ਹਾਂ ਜਿੱਥੇ ਸਾਡੇ ਕੋਲ ਚੱਲਦੀ ਵੀ ਸੀ ਨਾ, ਉੱਥੇ ਬੰਦ ਹੋ ਗਈ। ਸਾਡੇ ਮਾੜੇ ਬੰਦਿਆਂ ਨੇ ਮਤਲਬ ਕਈ ਨੇ ਮਾਇਆ ਰੱਖਿਆ ਚੱਲਦੀ ਵੀ, ਅਸੀਂ ਤਾਂ ਵੀ ਉਹਨੂੰ ਬੰਦ ਕਰਤਾ ਵੀ ਨਹੀਂ ਚਲਾਉਣੀ। ਇਹ ਹੈ ਪੰਜਾਬ, ਇਹ ਕਰਕੇ ਮੈਂ ਅਸੀਂ ਚਲਾਉਣੀ ਨਹੀਂ। ਇਹ ਤਾਕਤ ਹੈ ਤੁਹਾਡੀ। ਇਹ ਤੁਹਾਡੇ ਤੇ ਕਿਹੜੀ ਮੋਨੋਪੋਲੀ ਬਣਾ ਲੈਣਗੇ? ਇਹ ਕਿਹੜੀ ਤੁਹਾਡੇ ਤੇ? ਨਹੀਂ ਸਰ ਇਹ ਗੱਲ ਹੈ। ਬਾਕੀ ਆ ਜਿਹੜੀ ਆਪਾਂ ਮੰਡੀਆਂ 'ਚ ਆਪਾਂ ਜਿੰਸ ਆਪਣੀ ਖੜਦੇ ਹਨਾ, ਮੌਚਰ ਚੈੱਕ ਕਰਦੇ, ਮੌਚਰ ਵੀ ਸਹੀ ਆ ਜਾਂਦਾ ਤੇ ਫਸਲ ਸਾਡੀ ਤੁਲ ਜਾਂਦੀ ਆ। ਤੇ ਫਿਰ ਇੰਸਪੈਕਟਰ ਦੇ 5 ਰੁਪਏ 6 ਰੁਪਏ ਦੇ ਤੋੜੇ ਆੜਤੀਏ ਕਿਉਂ ਕੱਟਦੇ ਇਹ ਕੀ ਚੱਕਰ ਹੈ? ਇੰਸਪੈਕਟਰ ਦਾ ਮੰਗਦੇ 5-6 ਰੁਪਏ ਤੋੜੇ ਦੀ, 20 ਰੁਪਏ ਕੁਇੰਟਲ ਪਿੱਛੇ ਜ਼ਿਮੀਦਾਰ ਨੂੰ ਚੂਨਾ ਲਾਉਂਦੇ ਆਵੇ। ਵੇਖੋ ਇਹ ਸਰਕਾਰ ਦੀ ਸੁਪਰਵਿਜ਼ਨ 'ਚ ਹੋ ਰਿਹਾ। ਜੇ ਕਿਤੇ ਸਰਕਾਰ ਨਾ ਹੋਵੇ ਫਿਰ ਵੀ ਹੋ ਰਿਹਾ। ਹਾਲਾਂਕਿ ਸਰਕਾਰ ਸਰਪ੍ਰਸਤ ਹੋ ਕੇ ਦੇਖਦੀ ਹੈ ਪੂਰਾ। ਜੇ ਸਰਕਾਰ ਹੀ ਨਾ ਹੋਈ ਤੇ ਕੱਲਾ ਅੰਬਾਨੀ ਅਡਾਨੀ ਆਪਦੇ ਬੰਦਿਆਂ ਦੇ ਨਾਲ ਹੈ। ਔਰ ਇਹ ਦੇਖੋ ਆੜਤੀਏ ਵੀਰਾਂ ਦੀ ਗੱਲ ਵੀ ਨਾ, ਆਪਾਂ ਤੁਸੀਂ ਠੀਕ ਕਹਿ ਰਹੇ ਹੋ ਕਿਸੇ ਹੱਦ ਤੱਕ, ਲੇਕਿਨ ਆੜਤੀਆ ਵੀ ਤਾਂ ਸਰਵਿਸ ਦੇ ਰਿਹਾ, ਇੱਕ ਉਹ ਵੀ ਤਾਂ ਸਰਵਿਸ ਪ੍ਰੋਵਾਈਡਰ ਹੀ ਹੈ ਕਿ ਨਹੀਂ। ਔਰ ਕਈ ਵੇਲੇ ਜੇ ਕਿਸੇ ਨੂੰ ਕੰਮ ਆ ਜਾਂਦਾ, ਮੈਂ ਅੱਗੇ ਉੱਥੇ ਇੱਕ ਕਮੇਟੀ ਦੇ ਵਿੱਚ ਸੁਝਾਅ ਦਿੱਤਾ ਸੀਗਾ ਵੀ ਭਾਈ ਕਿਸਾਨ ਨੂੰ ਚੈੱਕ ਦੇ ਨਾਲ ਦਿਆ ਕਰੋ। ਉਹ ਕਹਿੰਦੇ ਮਹਾਰਾਜ ਜਦੋਂ ਉਹਨੂੰ ਲੋੜ ਪੈਂਦੀ ਹੈ ਉਹ ਤੋਂ ਭੱਜਿਆ ਜਾਂਦਾ ਆੜਤੀਏ ਕੋਲ, ਕਹਿੰਦਾ 10,000 ਦੇ 15,000 ਉਹ ਦੇ ਦਿੰਦਾ ਉਦੋਂ ਨਾਲ ਦੀ ਨਾਲ। ਜਾਂਦੇ ਵੀ ਤਾਂ ਉੱਥੇ ਹੀ ਆ। ਉਹ ਗੱਲ ਸਹੀ ਆ, ਉਹ ਗੱਲ ਤੇ ਬਿਲਕੁਲ ਸਹੀ ਆ। ਸਹੀ ਆ ਕਿ ਨਹੀਂ? ਉਹ ਗੱਲ ਸਹੀ ਆ ਵੀ ਆੜਤੀਆਂ ਤੋਂ ਬਿਨਾਂ ਨਹੀਂ ਕਿਸਾਨ ਦਾ ਗੁਜ਼ਾਰਾ ਹੋ ਸਕਦਾ। ਆੜਤੀਏ ਨੂੰ ਕੱਢ ਕੇ ਆੜਤੀਏ 1 ਲੱਖ ਜਿਵੇਂ ਸਹਸਤਰ ਬਾਹੂ ਨਾ 1 ਲੱਖ ਇਹ ਆਦੇ ਦੇ ਉੱਤੇ ਮੰਤਰੀਆਂ ਤੱਕ ਉਹਨੂੰ ਕੱਢ ਕੇ ਪਾਸੇ ਕਰਕੇ ਕੱਲਾ ਡਾਇਰੈਕਟ ਕੱਲੇ ਅੰਬਾਨੀ ਤੇ ਅਡਾਨੀ ਦਾ ਵਰਚਸਵ ਕਾਇਮ ਕਰ ਦੇਣਗੇ, ਉਹ ਖਤਮ ਹੋ ਜੂ। ਮਤਲਬ ਚਲੋ ਜੇ ਦਿੰਦੇ ਵੀ ਆ ਨਾ ਆੜਤੀ ਆਪਾਂ ਨੂੰ, ਤੇ ਆਪਾਂ ਆੜਤੀਆਂ ਨੂੰ 2 ਰੁਪਏ ਦਿੰਦੇ ਵੀ ਆ ਨਾ, ਵਿਆਜ ਵੀ ਲੈਂਦੇ ਆ। ਬਿਲਕੁਲ ਠੀਕ ਹੈ, ਉਹ ਗੱਲ ਠੀਕ ਹੈ। ਨਹੀਂ ਉਹ ਵਕਤ ਹੁਣ ਵੇਖੋ ਆਹ ਜਿਹੜੀ ਸੈਂਟਰ ਦੀ ਸਰਕਾਰ ਸੀ, ਇਹ ਕੀ ਆਂਦੀ ਸੀ? ਆਖੇ ਜੀ ਮੈਂ 2 ਕਰੋੜ ਨੌਕਰੀ ਦਊਂ। ਹਾਂਜੀ, ਕਿਉਂ ਕਹਿੰਦਾ ਸੀ ਨਾ? ਕਹਿੰਦਾ ਇਹ 15 ਲੱਖ ਜੇਬ ਚ ਪਾ ਦੂੰ ਤੁਹਾਡੀ। ਕਹਿੰਦਾ ਸੀ ਨਹੀਂ ਆਂਦਾ ਸੀ ਕਿ ਨਹੀਂ? ਕਰਜ਼ੇ ਸਾਰਿਆਂ ਦਾ ਮਾਫ ਕਰ ਕਰਜ਼ੇ ਜੇ ਪੰਜੀ ਮਾਫ ਕੀਤੀ ਹੈ, ਪੰਜੀ ਕਹਿਦੀ ਮਾਫ ਕੀਤੀ ਸੈਂਟਰ ਸਰਕਾਰ ਨੇ। ਉਹ ਮੈਨੂੰ ਯਾਦ ਆ ਗਿਆ, ਇੱਕ ਮਰਾਸੀ ਨੇ ਕਿਸੇ ਤੋਂ 50 ਰੁਪਏ ਲੈ ਲਏ। ਪੁਰਾਣੇ ਭੋਲੇ ਵੇਲਿਆਂ ਦੀ ਗੱਲ ਹੈ। ਅੱਛਾ, ਉਦੋਂ 50 ਦੀ ਬੜੀ ਵੈਲਿਊ ਹੁੰਦੀ ਸੀ। ਅੱਛਾ ਭਾਈ, ਉਹ ਜਦੋਂ ਬਜ਼ੁਰਗ ਉਹਦੇ ਕੋਲ ਜਾਇਆ ਕਰੇ, ਉਹ ਮੁੱਕਰ ਜਾਇਆ ਕਰੇ। ਉਹ ਜਦੋਂ ਸਾਰੇ ਪਿੰਡ ਦੇ ਸਿਆਣੇ ਇਕੱਠੇ ਹੋ ਕੇ ਗਏ ਵੀ ਭਾਈ ਤੂੰ ਪੈਸੇ ਮੋੜ, ਹੈ ਉਹ ਢੇਲੀ ਮੋੜ, ਇਹ ਮੋੜ, ਤੂੰ ਰੁਪਈਆ ਕਰਕੇ ਮੋੜ, 50 ਪੈਸੇ ਕਰਕੇ ਮੋੜ। ਉਹ ਕਹਿੰਦਾ ਗੱਲ ਸੁਣੋ ਯਾਰ ਸਾਰੇ, ਕਹਿੰਦਾ ਮੈਂ ਧੀ ਜੰਮਾਂਗਾ ਨਾ
ਤੇ ਉਹਨੂੰ ਮੰਗਾਂਗਾ ਨਾ ਤੇ ਫਿਰ ਵਿਆਹਾਂਗਾ ਨਾ ਤੇ ਖੱਟੇ ਵਾਵਣਗੇ ਨਾ ਤੇ ਪੈਸੇ ਸੁੱਟਣਗੇ ਨਾ ਤੇ ਮੈਂ ਉੱਥੋਂ ਲੁੱਟਾਂਗਾ ਨਾ ਤੇ ਤੁਹਾਡੇ ਦੇ ਦਿਆਂਗਾ। ਗੱਲ ਨੂੰ ਸਮਝਦੇ ਹੋ ਨਾ? ਹੁਣ ਤੁਹਾਨੂੰ ਪੂਰੀ ਸਮਝ ਆਈ ਕਿ ਨਹੀਂ ਆਈ? ਇਹ ਉਹੀ ਹਾਲ ਹੈ ਇਹਨਾਂ ਦਾ, ਇਹ ਉਹੀ ਹਾਲ ਹੈ ਇਹਨਾਂ ਦਾ। ਮੈਂ ਗੱਲ ਸੁਣੋ, ਕੋਈ ਵਚਨਬੱਧਤਾ ਉਹ ਹੋਵੇ। ਦੂਜਾ ਭਰਾ ਕੀ ਕਹਿੰਦਾ ਉਹਦਾ ਉਹ ਇਧਰ ਪਰੇ ਬੈਠੀ ਤੇ ਉਹਦਾ ਵਿਆਹ ਛਡਾਤਾ ਆਹ ਵੇਖ ਕੇ ਉਹ ਉੱਠ ਕੇ ਚਲੇ ਗਿਆ ਆਂਦਾ ਯਾਰ ਬਾਕੀ ਤੇ ਬਣ ਜਾ ਆਂਦਾ ਦੂਜੀ ਬਹੂ ਦੇ ਮੂਲ ਵੀ ਛਡਾ ਦੇਣਗੇ। ਉਹ ਵਾਹ ਕਿੱਲਾ ਹੀ ਕਰਦੀ ਆ ਮਾਂ ਕਰਦੀ। ਠੀਕ ਹੈ ਮੈਂ ਇਹ ਹਾਸੇ ਖੇਡਿਆਂ ਚ ਹੀ ਰੱਬ ਹੈ। ਮੈਂ ਤੁਹਾਨੂੰ ਦੱਸਾਂ ਇਹ ਪੰਜਾਬ ਦੀ ਜਿਹੜਾ ਕਲਚਰ ਹੈ ਇਹਦਾ ਕੌਣ ਮੁਕਾਬਲਾ ਕਰ ਸਕਦਾ ਜੀ? ਗੁਰੂਆਂ ਦੀ ਸਾਜੀ ਧਰਤੀ ਦਾ ਸੇਧ ਦਿੱਤੀ ਸਾਨੂੰ, ਕੌਣ ਮੁਕਾਬਲਾ ਕਰ ਸਕਦਾ? ਐਵੇਂ ਮਿੱਤਰਾ ਮੈਨੂੰ ਥੋੜੀ ਗੱਲ ਯਾਦ ਆ ਗਈ, ਤੁਸੀਂ ਜਿਹੜਾ ਇਹ ਕਹਿੰਦੇ ਹੋ ਕਿ ਸਮਾਲ ਫਾਰਮ ਮਾਡਲ ਚਾਹੀਦਾ ਇੰਨੇ ਮਹੀਨੇ ਕਿਉਂਕਿ ਮੈਂ ਲੜਦਾ ਹਮੇਸ਼ਾ ਲੜਦਾ ਰਹੂੰਗਾ ਉਸ ਛੋਟੇ ਕਿਸਾਨ ਦੇ ਲਈ ਜਿਹਦਾ ਵਾਲੀਵਾਰ ਸੀ ਕੋਈ ਜਿਹਨੂੰ ਪੁੱਛਦਾ ਹੀ ਕੋਈ ਨਹੀਂ। ਅੱਛਾ ਹੁਣ ਤੁਸੀਂ ਮੈਨੂੰ ਗੱਲ ਦੱਸੋ, ਜਦੋਂ ਜੱਟ ਦੇ ਮੁੰਡਾ ਹੁੰਦਾ 3 ਮੁੰਡੇ ਹੋ ਗਏ ਉਹਦੀ ਜ਼ਮੀਨ ਵੰਡੀ ਜਾਂਦੀ, ਇਸ ਤਾਂ ਹੀ ਕਿਸੇ ਬਿਜ਼ਨਸਮੈਨ ਦੇ ਮੁੰਡਾ ਹੁੰਦਾ ਉਹਦੀ ਦੁਕਾਨ ਖੁੱਲਦੀ, ਉਹ ਵੱਧਦਾ ਜਾਂਦਾ, ਇਹ ਘਟਦਾ ਜਾਂਦਾ। ਇਹ ਘਟਦਾ ਜਾਂਦਾ। ਇਹ ਪ੍ਰੋਬਲਮ ਹੈ ਛੋਟੇ। ਇਸ ਕਰਕੇ ਜਿਹੜੀਆਂ ਛੋਟੀਆਂ ਲੈਂਡ ਹੋਲਡਿੰਗਸ ਨੇ ਉਹਨਾਂ ਨੂੰ ਬਚਾਉਣਾ। ਹਾਂ ਵੀ ਦਿਖਾ ਜਰਾ ਅਲਸੀ ਵਾਲੀ ਕਿੰਨੀ। ਮੈਂ ਕਹਿ ਰਿਹਾ ਸੀਗਾ ਕਿ ਜਦੋਂ ਤੁਸੀਂ ਸਮਾਲ ਫਾਰਮਰ ਦੀ ਗੱਲ ਕਰਦੇ ਹਾਂ ਹੋ, ਬੇਟਾ। ਜੇ ਆਪਾਂ ਪੰਜਾਬ ਦਾ ਉਦਾਹਰਨ ਲਈਏ, ਬਿਹਾਰ ਵਾਲੀ ਸਾਰੀ ਗੱਲ ਛੱਡੀਏ, ਜੇ ਆਪਾਂ ਕਿੰਨੂ ਦੀ ਗੱਲ ਕਰੀਏ, ਹਾਂ ਹੁਣ ਕਿੰਨੂ ਦਿੱਲੀ ਦੀ ਮੰਡੀ ਦਾ ਵਿਕਦਾ 70-80 ਰੁਪਏ ਦਾ। ਇਹ ਗੱਲ ਦੇਖੋ, ਹੁਣ ਮੇਰੀ ਗੱਲ ਸੁਣੋ, ਇੱਥੇ ਕਿੰਨੇ ਦਾ ਵੇਚਦੇ? 7 ਰੁਪਏ, 10 ਰੁਪਏ, 8 ਰੁਪਏ, ਕਿੰਨੇ ਦਾ ਵੇਚਦਾ ਹੁਣ ਕਿੰਨੂ? ਮੇਰੇ ਹਿਸਾਬ ਦੇ ਨਾਲ 7 ਰੁਪਏ ਨੂੰ ਵਿਕਦਾ ਹੋਣਾ। ਕਿੰਨਾ ਹੋਣਾ? ਜੇ ਮੰਡੀ ਦਾ ਹੋਣਾ 5 ਰੁਪਏ ਜੇ ਮੰਡੀ ਦਾ ਹਿਸਾਬ ਲਈਏ ਤਾਂ 5 ਰੁਪਏ। ਦੱਸੋ ਹੁਣ ਕੋਈ ਕਿਸਾਨ ਜਿਹੜਾ ਛੋਟਾ ਕਿਸਾਨ ਜਿਹਨੇ ਬਾਗਬੂ ਲਾਇਆ ਉਹ ਦਿੱਲੀ ਜਾ ਕੇ 70 ਰੁਪਏ ਨੂੰ ਆਪ ਵੇਚ ਸਕਦਾ? ਨਹੀਂ ਵੇਚ ਨਹੀਂ ਵੇਚ ਸਕਦਾ। ਸਟੋਰ ਕਰ ਸਕਦਾ ਜਾਂ ਸਟੋਰ ਕਰ ਸਕਦਾ? ਨਹੀਂ ਕਰ ਸਕਦਾ। ਕਣਕ ਨਹੀਂ ਰੱਖੀ ਜਾਂਦੀ ਐਦਾਂ ਹੀ ਟਮਾਟਰ ਦਾ ਹੁੰਦਾ। ਟਮਾਟਰ ਉਹ ਦੇ ਕੇ ਆਉਂਦਾ ਜਦੋਂ ਸੀਜ਼ਨ ਹੁੰਦਾ, ਟਮਾਟਰ ਉਹ ਦੇ ਕੇ ਆਉਂਦਾ 3 ਰੁਪਏ ਨੂੰ, ਫਿਰ ਆਪਦਾ ਹੀ ਟਮਾਟਰ ਬਾਜ਼ਾਰ 'ਚ ਜਾ ਕੇ 60 ਰੁਪਏ ਨੂੰ ਖਰੀਦਦਾ। ਕਿਉਂ ਖਰੀਦਦਾ ਕਿ ਨਹੀਂ ਖਰੀਦਦਾ? ਹੈ ਹੁਣ ਤੁਸੀਂ ਮੈਨੂੰ ਦੱਸੋ ਕਿ ਉਹ ਜਿਹੜਾ ਕਿੰਨੂ ਵਾਲਾ ਕੰਮ ਹੈ ਇਹ ਉਹੀ ਕਰ ਰਹੇ ਆ ਕਿਉਂ? ਅਸਲ ਵਿੱਚ ਤਾਂ ਜਿਹੜਾ ਹਾਰਟੀਕਲਚਰ ਦਾ ਪ੍ਰੋਡਿਊਸ ਵੀ ਹੈ ਉਹ APMC ਥੱਲੇ ਹੋਣਾ ਚਾਹੀਦਾ। ਮੰਡੀ ਦੇ ਵਿੱਚ ਆਵੇ ਘੱਟ ਤੋਂ ਮਿਲਦਾ 20-22 ਰੁਪਏ ਤੋਂ ਥੱਲੇ ਤਾਂ ਕਿੰਨੂ ਦਾ ਕੁਝ ਮੁੜਦਾ ਨਹੀਂ ਵਾਪਸ ਕਿਸਾਨ ਨੂੰ। ਜਿਹੜਾ ਬੰਦਾ ਕਿੰਨੂ ਚੋਂ 20-22 ਰੁਪਏ ਕੱਢਦਾ ਨਹੀਂ ਉਹਦੀ ਲਾਗਤ ਨਹੀਂ ਮੁੜਦੀ। ਇਸ ਕਰਕੇ ਜਿਹੜੀਆਂ APMC ਦੀਆਂ ਮੰਡੀਆਂ ਨੇ ਤੇ ਸਾਡਾ ਸੁਰੱਖਿਆ ਕਵਚ ਹੈ, ਸਾਡੀ ਢਾਲ। ਤੁਸੀਂ ਇਹਨੂੰ ਹੀ ਭੰਨ ਦਿਓਗੇ ਤੇ ਪੰਜਾਬ ਸਭ ਤੋਂ ਉੱਤੇ ਹੈ। 23,000 ਮਹੀਨੇ ਦਾ ਕਮਾਉਂਦਾ ਇੱਕ ਕਿਸਾਨ ਤੇ ਬਾਕੀ 8-8000 ਕਮਾਉਂਦੇ। ਤੇ ਜੇ ਤੁਸੀਂ ਪ੍ਰਾਈਵੇਟ ਟ੍ਰੇਡਰ ਲਿਆਣੀ ਹੈ, ਜੇ ਤੁਹਾਨੂੰ ਲੱਗਦਾ ਕਿ ਇਹ ਤਾਂ ਪਤਾ ਨਹੀਂ ਕੀ ਓਪਰਚੁਨਿਟੀ ਦੇਣਗੇ ਵੀ ਅੰਬਾਨੀ ਦਾ ਤੁਹਾਨੂੰ ਇੰਨਾ ਖੁਸ਼ਹਾਲ ਕਰ ਦੇਣਗੇ, ਇੰਨਾ ਚੰਗਾ ਕਰ ਦੇਣਗੇ, ਤੇ ਇਹਨੂੰ APMC ਦੀ ਮੰਡੀ 'ਚ ਲਿਆਓ। ਅਲੱਗ ਮੰਡੀ ਉਹਨੂੰ ਤੋੜ ਕੇ ਸਰਕਾਰੀ ਨਿਗਰਾਨੀ ਖਤਮ ਕਰਕੇ ਮੰਡੀ ਦਾ ਸਾਰਾ ਪ੍ਰੋਵੀਜ਼ਨ ਖਤਮ ਕਰਕੇ ਸਰਕਾਰ ਦਾ ਸੁਪਰਵਿਜ਼ਨ ਖਤਮ ਕਰਕੇ ਬਣਾਉਣ ਦੀ ਕੀ ਲੋੜ ਹੈ? ਉਹਨੂੰ ਪਹਿਲਾਂ ਮੰਡੀ 'ਚ ਲੈ ਕੇ ਆਓ ਵੀ ਆ FCI ਖੜੀ ਹੈ, ਆ ਤੇਰਾ ਆੜਤੀਆ ਖੜਾ ਵੀ ਅਡਾਨੀ ਤੇ ਉਹਨੂੰ ਚੰਗਾ ਰੇਟ ਦਿੰਦਾ, ਆ ਟੈਕਸ ਦੂ ਸਭ ਕੁਝ ਦੂ ਇਹਨੂੰ ਦੇਣਾ ਨਹੀਂ ਦੇਣਾ, ਫੇਰ ਤਾਂ ਗੱਲ ਬੰਨੇ ਹੈ ਜੀ। ਹੁਣ ਮਟਰ ਲਾਏ ਹਨ, ਮਟਰ 2 ਰੁਪਏ ਤੜਾਈ ਲੈਂਦੀਆਂ ਤੇ 3 ਰੁਪਏ ਕਿਲੋ ਸਾਡੇ ਕੋਲ ਜਾ ਕੇ ਮੰਡੀ 'ਚ ਲੈਂਦੇ। ਸਾਡੇ ਕੋਲ ਤਾਂ ਕੜੀ ਨਾ ਆਪਣਾ ਜਿਹੜਾ ਖਰਚਾ ਉਹ ਵੀ ਨਹੀਂ ਪੂਰਾ ਹੁੰਦਾ। ਤੇਲ ਦਾ, ਟਰੈਕਟਰਾਂ ਦੇ ਤੇਲ ਦਾ, ਆਪਣੀ ਮਿਹਨਤ ਦਾ, ਫਿਰ ਉਦੋਂ ਦੀ ਜ਼ਮੀਨ ਪਈ ਉਹਦਾ ਖਰਚਾ ਲੇਬਰ 2 ਰੁਪਏ ਲੇਬਰ ਦੇਤੀ। ਤੇ ਫਿਰ ਇਹ ਸਰਕਾਰ ਬਾਹ ਫੜੇ ਨਾ। ਜੇ ਸਰਕਾਰ ਇੰਨਾ ਹੀ ਕਰ ਦੇਵੇ ਵੀ ਤੁਹਾਨੂੰ ਕਹੇ ਵੀ ਯਾਰ ਆ ਗਡਾਊਨ ਨੇ ਇੱਥੇ ਤੁਸੀਂ ਆਪਦਾ ਸਟੋਰ ਕਰ ਲਓ, ਸਟੋਰ ਕਰ ਇਹ ਤੁਸੀਂ ਮਤਲਬ 115 ਰੁਪਏ ਨੂੰ ਵਿਕਦਾ ਦੇਖਿਆ ਮਟਰ ਮੈਂ। ਜੀ ਆਪਾਂ ਅੱਜ ਗੱਲ ਕਰਦੇ ਹਾਂ ਕਿ ਮੁਸ਼ਕਿਲ ਕੀ ਹੈ, ਸਰਕਾਰ ਨੀਤੀ ਕੀ ਲੈ ਕੇ ਆਈ ਤੇ ਲੈਣੀ ਕਿਸ ਵਾਸਤੇ ਚਾਹੀਦੀ ਸੀ? ਲੈਣੀ ਵਾਸਤੇ ਲੈਣੀ ਚਾਹੀਦੀ ਸੀ ਨੀਤੀ। ਇਸ ਮੁਸ਼ਕਿਲ ਵਾਸਤੇ ਲੈਣੀ ਚਾਹੀਦੀ ਸੀ ਕਿ ਕਿਸਾਨ ਉਹਨੂੰ ਸਟੋਰ ਕਿਵੇਂ ਕਰ ਸਕੇ, ਉਹਨੂੰ ਕੁਝ ਦਿਨ ਹੋਲਡ ਕਿਵੇਂ ਕਰ ਸਕੇ, ਉਹਨੂੰ ਮਾਰਕੀਟ ਕਿੱਥੇ ਕਰੇ, ਉਹਨੂੰ ਮਾਰਕੀਟ ਕਿੱਥੇ ਕਰੇ, ਉਹਨੂੰ ਆਪ ਟ੍ਰੇਡ ਕਿਵੇਂ ਕਰ ਸਕੇ। ਜੇ 86% 5 ਏਕੜ ਤੇ ਉਸ ਤੋਂ ਘੱਟ ਵਾਲੇ ਕਿਸਾਨ ਨੇ, ਤੇ ਨੀਤੀ ਤਾਂ ਇਹ ਹੁੰਦੀ ਨਾ ਕਿ ਉਹਨਾਂ ਦੀ ਬਾਹਾਂ ਕਿਵੇਂ ਮੌਜੂਦ ਹੁੰਦੀਆਂ, ਤੇ ਨੀਤੀ ਤੁਸੀਂ ਇਹ ਲੈ ਕੇ ਆਏ ਹੋ ਕਿ 2 ਪੂੰਜੀਪਤੀਆਂ ਨੂੰ ਕੰਟਰੈਕਟ ਦੇ ਕੇ ਪੂਰਾ ਦੇਸ਼ ਫੜਾ ਦੇਣਾ। ਉੱਥੇ ਭਾਜੀ ਇਹ ਆ ਵੀ ਤੇ ਜੇ ਐਦਾਂ ਹੀ ਜੇ ਤੁਹਾਨੂੰ ਐਡੀਓ ਖਿੱਚ ਲਾਇਆ ਜਦੋਂ ਇੱਥੋਂ ਬਾਰਡਰ ਤੋਂ ਆਉਂਦਾ ਤੁਹਾਡੀ ਕਣਕ ਇੱਥੇ 1800 ਦੀ ਉੱਥੇ 4500 ਵਿਕਦੀ। ਹਾਂ ਇੱਥੇ ਹੁਣ ਆਲੂਆਂ ਨੂੰ ਉਤਰਾ ਹੀ ਸੁੱਟ ਕੇ ਆਉਣਾ ਪੈਂਦਾ ਕਿ ਯਾਰ ਇਹੋ ਸਾਡੇ ਗਡਾਊਨ ਹੋਣ, ਅਸੀਂ ਗਡਾਊਨ ਕਰ ਲਈਏ ਇਹਨਾਂ ਨੂੰ। ਇਹੀ ਤੇ ਕਹੀ ਜਾਣਾ ਮੈਂ ਪਹਿਲੇ ਦਿਨਾਂ ਦਾ ਚੀਕਾ ਮਾਰਦਾ ਵੀ ਆ ਇੱਥੇ ਆਓ ਤੁਸੀਂ ਇਸ ਗੱਲ ਦੇ ਉੱਤੇ ਆਓ ਕਿ ਛੋਟੇ ਕਿਸਾਨ ਵਾਸਤੇ ਮਾਡਲ ਬਣਾਇਆ ਜਾਵੇ, ਨਾ ਕਿ ਪੂੰਜੀਪਤੀਆਂ ਵਾਸਤੇ। ਜੇ ਅੱਛਾ ਇੱਕ ਹੋਰ ਗੱਲ ਸੋਚਦੇ ਆਪਾਂ, ਜੇ ਨੀਤੀ ਦੇ ਫਰਕ ਦੇ ਆਪਾਂ ਬਾਰੇ ਗੱਲ ਕਰੀਏ ਵੀ ਕਿਸ ਬਾਰੇ ਬਣਾਈ ਤੇ ਕਿਸ ਬਾਰੇ ਬਣਾਉਣੀ ਚਾਹੀਦੀ ਸੀ, ਤੇ ਕਿਸਾਨ ਦਾ ਜਿਹੜਾ ਪਹਿਲਾ ਨਾਤਾ ਹੈ ਉਹ ਰੋਟੀ ਨਾਲ ਹੈ, ਢਿੱਡ ਭਰਨ ਨਾਲ ਹੈ। ਮੈਂ ਕਿਹਾ ਅੰਨਦਾਤਾ ਤਾਂ ਹੀ ਕਹਾਉਂਦਾ ਉਹ ਤਾਂ ਹੀ ਕਹਾਉਂਦਾ ਵੀ ਲੋਕਾਂ ਦੇ ਢਿੱਡ ਭਰਦੇ ਆ। ਤੇ ਅੱਜ ਦੁਨੀਆ 'ਚ ਆਪਣਾ ਦੇਸ਼ 107 ਦੇਸ਼ਾਂ ਦੀ ਸਟੱਡੀ ਕਰਕੇ 94 ਨੰਬਰ ਤੇ। ਸੋਚੋ ਹਿੰਦੁਸਤਾਨ ਭੁੱਖਮਰੀ ਦੇ ਵਿੱਚ ਜਿਹਨਾਂ ਰੋਟੀ ਖਾਣ ਨੂੰ ਮਿਲਦੀ ਮਤਲਬ 42 ਕਰੋੜ ਬੰਦੇ ਨੇ
ਤੇ ਤੁਸੀਂ ਦੇਖੋ 94 ਨੰਬਰ ਤੇ ਖੜਾ ਹੈ ਔਰ ਇਹਦਾ ਇੱਕ ਕ੍ਰਾਈਟੇਰੀਆ ਜਿੱਦਾਂ ਕਿਉਂ ਠੀਕ ਕਹਿ ਰਿਹਾ ਨਾ ਮੈਂ ਔਰ ਜਦੋਂ ਉਹਨੂੰ ਸਟੱਡੀ ਕਰਦੇ ਨਾ ਉਹ ਦੇਖਦੇ ਆ ਵੀ 5 ਸਾਲ ਤੋਂ ਥੱਲੇ ਜਿਹੜੇ ਜਵਾਕ ਨੇ ਹੈ ਉਹਨਾਂ ਨੂੰ ਕੁਪੋਸ਼ਣ ਤਾਂ ਨਹੀਂ ਉਹ ਇਹ ਉਹਨਾਂ ਦਾ ਬੈਂਚਮਾਰਕ ਹੈ ਵੀ ਤਾਂ ਫਿਰ ਉਹ ਇਸ ਨਤੀਜੇ ਤੇ ਪਹੁੰਚਦੇ ਵੀ ਕੌਣ ਕਿੰਨੇ ਨੰਬਰ ਦੇ ਉੱਤੇ ਹੈ ਕੌਣ ਕਿੰਨੇ ਨੰਬਰ ਦੇ ਉੱਤੇ ਤੁਸੀਂ ਹੈਰਾਨ ਰਹਿ ਜਾਓਗੇ 9 ਲੱਖ ਜਵਾਕ ਸਾਡਾ ਮਤਲਬ ਮੈਂ 2 ਸਾਲ ਪਹਿਲਾਂ ਦੀ ਗੱਲ ਨਹੀਂ ਕਰ ਰਿਹਾ ਅੱਜ ਦੀ ਗੱਲ ਕਰ 9 ਲੱਖ ਜਵਾਕ ਕੁਪੋਸ਼ਣ ਨਾਲ ਮਰ ਗਿਆ ਤੇ ਜਿੰਨੇ ਮਤਲਬ 5 ਸਾਲ ਤੋਂ ਘੱਟ ਉਮਰ ਦਾ 9 ਲੱਖ ਜਵਾਕ ਮਰ ਗਿਆ 40% ਜਵਾਕ 38% ਜਵਾਕ ਸੀ ਉਦੋਂ ਹੁਣ 40% ਜਵਾਕ ਕੁਪੋਸ਼ਣ ਲੈ ਕੇ ਅਸੀਂ ਆਪਣੀ ਪੀੜ੍ਹੀ ਦੇ ਲਈ ਅਗਲੀ ਪੀੜ੍ਹੀ ਦੇ ਲਈ ਲੜਦੇ ਹਾਂ ਕਿ ਨਹੀਂ ਅੱਜ ਵੀ ਪੀੜ੍ਹੀ ਬਾਹਰ ਜਾਈ ਜਾਂਦੀ ਹੈ ਸਾਰੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਭਾਈ ਜੇ ਜਵਾਕ ਨੂੰ ਤੁਸੀਂ ਮਤਲਬ ਰੋਟੀ ਪਾਣੀ ਨਹੀਂ ਦੇ ਸਕਣੀ ਤੁਸੀਂ ਇਹਨਾਂ ਨੇ ਕਦੇ ਸੋਚਿਆ ਕਿ ਜਦੋਂ ਇਹ ਪੀਡੀਐਸ ਦਿੰਦੇ ਆ ਗਰੀਬ ਬੰਦੇ ਨੂੰ ਇਹ ਕਣਕ ਦਿੰਦੇ ਆ ਉਹਦੇ ਨਾਲ ਮਾੜੀ ਮੋਟੀ ਭਾਈ ਕੋਈ ਸਬਜ਼ੀ ਦੇ ਦੇਣ ਇੱਕ ਅੱਧਾ ਸੇਬ ਦੇ ਦੇਣ ਕਦੇ ਸੋਚਿਆ ਭਾਈ ਅਸਲ ਵਿੱਚ ਨਾ ਚਾਚੀ ਹੁਣ ਜੇ 5 ਸਾਲ ਤੋਂ ਘੱਟ ਵਾਲੇ ਉਮਰ ਵਾਲੇ ਬੱਚੇ ਦੇਖੇ ਜਾਣ ਤੇ ਉਹਨਾਂ ਜਿੰਨੇ ਬੱਚੇ ਮਰਦੇ ਆ ਉਹਨਾਂ ਵਿੱਚ 70% ਬੱਚੇ ਕੁਪੋਸ਼ਣ ਕਾਰਨ ਮਰਦੇ ਆ ਕੁਪੋਸ਼ਣ ਦਾ ਮਤਲਬ ਇਹ ਨਹੀਂ ਕਿ ਕਣਕ ਤੇ ਚੌਲ ਤਾਂ ਚਲੋ ਆਪਾਂ ਦਿੰਨੇ ਆ ਠੀਕ ਕਣਕ ਜਿਹੜੀ ਤਾਂ ਆਪਾਂ ਪੀਡੀਐਸ ਸਪਲਾਈ ਕਰਦੀ ਹੈ 80 ਕਰੋੜ ਲੋਕਾਂ ਨੂੰ ਮਗਰ ਉਹਦੇ ਨਾਲ ਤਾਂ ਪੂਰਾ ਪੋਸ਼ਣ ਮਿਲਦਾ ਨਹੀਂ ਸਬਜ਼ੀ ਵੀ ਚਾਹੀਦੀ ਹੈ ਦਾਲ ਵੀ ਚਾਹੀਦਾ ਫਰੂਟ ਵੀ ਚਾਹੀਦਾ ਠੀਕ ਹੈ ਅੱਛਾ ਸਰਕਾਰ ਨੂੰ ਜੇ ਨੀਤੀ ਬਣਾਣੀ ਸੀ ਜੇ ਐਡੀ ਵੱਡੀ ਮੁਸ਼ਕਿਲ 'ਚ ਆਪਾਂ ਕਹਿ ਰਹੇ ਹਾਂ ਆਪਣਾ ਦੇਸ਼ ਸੁਪਰ ਪਾਵਰ ਬਣ ਗਿਆ ਜੀ ਬਹੁਤ ਕਾਮਯਾਬ ਦੇਸ਼ ਹੈ ਆਪਣਾ ਇਹ ਸਾਰੀ ਤਾਕਤ ਦਾ ਇਹ ਸਾਰੀ ਸੁਪਰ ਪਾਵਰ ਦਾ ਵਰਲਡ ਦੇ ਸਾਡਾ ਨਾਮ ਹੋਣ ਦਾ ਕੀ ਫਾਇਦਾ ਜੇ ਤੁਹਾਡੇ 5 ਸਾਲ ਤੋਂ ਛੋਟੇ ਜਵਾਕ ਜਿਹੜਾ ਤੁਹਾਡਾ ਫਿਊਚਰ ਹੈ ਜਿਨ੍ਹਾਂ ਦਾ ਤਨ ਜਿਨ੍ਹਾਂ ਦਾ ਮਨ ਦੀ ਡਿਵੈਲਪਮੈਂਟ ਸਹੀ ਹਲਕਾ ਕਿ ਹੋਣੀ ਹੈ ਗਰੀਬੀ ਵਰਤੇ ਰਹੇ ਜੇ ਗਰੀਬੀ ਵਰਤੇ ਰਹੇ ਤਾਂ ਉਹਦਾ ਫਾਇਦਾ ਕੀ ਹੈ ਉਹ ਸਾਰੀ ਤਰੱਕੀ ਦਾ ਤਾਕਤ ਦਾ ਫਾਇਦਾ ਕੀ ਹੈ ਇਹਨਾਂ ਨੂੰ ਤਾਂ ਇਹ ਬਣਾਉਣਾ ਚਾਹੀਦਾ ਵੀ ਸਾਡਾ ਦੇਸ਼ ਇਹਨਾਂ ਤਾਕਤਵਰ ਹੋ ਗਿਆ ਜੀ ਹੁਣ ਅਸੀਂ ਪੀਡੀਐਸ ਨੂੰ ਐਕਸਪੈਂਡ ਕਰਾਂਗੇ ਅਸੀਂ ਐਮਐਸਪੀ ਵੀ ਸਾਰੀ ਫਸਲਾਂ ਤੇ ਦੇ ਕੇ ਐਫਸੀਏ ਚੱਕ ਕੇ ਗਰੀਬ ਬੰਦੇ ਨੂੰ ਕਣਕ ਜੀਰੀ ਦੇ ਨਾਲ ਸਬਜ਼ੀਆਂ ਫਰੂਟ ਦਾਲਾਂ ਹੋਰ ਚੀਜ਼ਾਂ ਸਪਲਾਈ ਕਰੂਗੀ ਕਿ ਘੱਟ ਤੋਂ ਘੱਟ ਕੁਪੋਸ਼ਣ ਨਾਲ ਵੀ ਲੜ ਸਕੀਏ ਕਿਸਾਨ ਨੂੰ ਵੀ ਮਜ਼ਬੂਤ ਕਰ ਸਕੀਏ ਜੇ ਪਾਲਿਸੀ ਲਿਆਣੀ ਸੀ ਇਹ ਮੁਸ਼ਕਲ ਦਾ ਹੱਲ ਕਰਨ ਵਾਸਤੇ ਤਾਂ ਪਾਲਿਸੀ ਇਹ ਆਂਦੀ ਕਿ ਐਮਐਸਪੀ ਵੀ ਸਾਰੀ ਫਸਲਾਂ ਤੇ ਹੋਵੇ ਸਰਕਾਰੀ ਖਰੀਦ ਵੀ ਸਾਰੀ ਫਸਲਾਂ ਤੇ ਹੋਵੇ ਤੇ ਜਿਹੜੀ ਇਹ ਮਾਲ ਨਿਊਟ੍ਰੀਸ਼ਨ ਦੀ ਕੁਪੋਸ਼ਣ ਦੀ ਜੰਗ ਆਪਾਂ ਲੜ ਰਹੇ ਹਾਂ ਜਿਹੜੇ ਬੱਚਿਆਂ ਅੰਦਰ ਕੁਪੋਸ਼ਣ ਹੈ ਉਹਦਾ ਵੀ ਹੱਲ ਕੀਤਾ ਜਾਵੇ ਜੇ ਸਰਕਾਰ ਨੇ ਨੀਤੀ ਬਣਾਣੀ ਤੇ ਇਹ ਬਣਾਉਂਦੇ ਉਹ ਨੀਤੀ ਕੀ ਬਣਾ ਕੇ ਲੈ ਕੇ ਗਰੀਬ ਬੰਦੇ ਨੂੰ ਸਸਤਾ ਅਨਾਜ ਦੇਣ ਦੀ ਨੀਤੀ ਕੀ ਆਈ ਐਸੈਂਸ਼ੀਅਲ ਕਮੋਡਿਟੀ ਐਕਟ ਵਿੱਚੋਂ ਜ਼ਰੂਰੀ ਸੁਵਿਧਾਵਾਂ ਵਿੱਚੋਂ ਅਨਾਜ ਹੀ ਕੱਢਤਾ ਤੁਸੀਂ ਦੇਖੋ ਸੋਚੋ ਆਪਾਂ ਕੀ ਗਾਣਾ ਗਾਉਂਦੇ ਹੁੰਦੇ ਰੋਟੀ ਕੱਪੜਾ ਮਕਾਨ ਹੈ ਹਰੇਕ ਬੰਦਾ ਕਹਿੰਦਾ ਵੀ ਉਹਦੀ ਮੁੱਢਲੀ ਜ਼ਰੂਰਤ ਕੀ ਹੈ ਇਹ ਆਂਦੇ ਰੋਟੀ ਹੁਣ ਐਸੈਂਸ਼ੀਅਲ ਜਿਹੜੀਆਂ ਮੁੱਢਲੀਆਂ ਸੁਵਿਧਾਵਾਂ ਨੇ ਐਸੈਂਸ਼ੀਅਲ ਕਮੋਡਿਟੀ ਉਹੀ ਹੋਈ ਨਾ ਮੁੱਢਲੀਆਂ ਸੁਵਿਧਾਵਾਂ 'ਚ ਰੋਟੀ ਹੈ ਨਹੀਂ ਇਹਨਾਂ ਗਰੀਬ ਦੀ ਰੋਟੀ ਕੱਢਤੀ 2 ਬੰਦਿਆਂ ਨੂੰ ਫਾਇਦਾ ਦੇਣ ਲਈ ਮਤਲਬ 70% ਆਬਾਦੀ ਢਾਉਣ ਨੂੰ ਫਿਰਦੇ ਆ 2 ਬੰਦਿਆਂ ਨੂੰ ਫਾਇਦਾ ਦੇਣ ਲਈ ਮਤਲਬ ਜੋ ਉਹਦੇ ਪੱਲੇ ਸੀ ਉਹ ਵੀ ਖੋਲਿਆ ਉਹਦੇ ਸਾਰੇ ਇੱਕ ਨਹੀਂ ਤੇ ਇਹਨਾਂ ਕਰਤਾ ਨਾ ਉਹਦੇ ਹੁਣ ਆਪਣੇ ਦਮ ਨਾਲ ਛਡਾਉਣਾ ਪੈਣਾ ਉਹਨਾਂ ਦੇ ਮੈਂ ਆਪਣਾ ਕਿਹਾ ਦਮ ਨਾਲ ਹੀ ਛਡਾਵਾਂਗੇ ਉਹ ਗੱਲ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੋ ਉਹਦੇ ਕੋਲ ਸੀ ਉਹੀ ਨਹੀਂ ਮਿਲਦਾ ਹੁਣ ਉਹਨੂੰ ਐਮਐਸਪੀ ਕਿੱਥੇ ਮਿਲਦੀ ਹੈ ਤੁਸੀਂ ਮੰਨੋ ਮੇਰੀ ਗੱਲ ਕਿ ਇਹ ਅੱਜ ਦੀ ਡੇਟ ਦੇ ਵਿੱਚ 1900 ਕਰੋੜ ਰੁਪਏ ਦਾ 2 ਮਹੀਨਿਆਂ 'ਚ ਕਿਸਾਨ ਨੂੰ ਘਾਟਾ ਹੋਇਆ 23 ਫਸਲਾਂ ਜਿਹੜੀਆਂ ਇਹ ਕਹਿੰਦੇ ਨਾ ਪਬਲਿਕ ਅਨਾਉਂਸਮੈਂਟ ਕਰਕੇ ਵੀ ਅਸੀਂ ਇਹਨਾਂ 23 ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ 1900 ਕਰੋੜ ਰੁਪਇਆ ਘਾਟਾ ਪਿਆ ਪਿਛਲੇ 2 ਮਹੀਨਿਆਂ ਦੇ ਵਿੱਚ ਐਮਐਸਪੀ ਨਹੀਂ ਮਿਲਦੀ ਇਹੋ ਛੋਟੇ ਗਰੀਬ ਨੂੰ ਦਿੱਤਾ ਹੁੰਦਾ ਨਾ ਇੰਨਾ ਪੈਸਾ ਤੇ ਸਾਡੇ ਕੋਲ ਗਰੀਬੀ ਰਹਿਣੀ ਨਹੀਂ ਬਿਲਕੁਲ ਆ ਮੈਨੂੰ ਇਹ ਕਹਾਣੀ ਯਾਦ ਆ ਗਈ ਮਿੱਤਰਾ ਬਾਬੇ ਬਲਟੋਈ ਵਾਲੀ ਬਿਲਕੁਲ ਉਹ ਨਾ ਇੱਕ ਮੁੰਡਾ ਸੀ ਜਵਾਨ ਉਹਦਾ ਵਿਆਹ ਨਹੀਂ ਸੀ ਹੁੰਦਾ ਤੁਹਾਨੂੰ ਸਮਝ ਆਓ ਹੁਣ ਪੂਰੀ ਟਿਕਾ ਕੇ ਵੀ ਇਹਨਾਂ ਦੇਣਾ ਤਾਂ ਕੀ ਸੀ ਜਿਹੜਾ ਤੁਹਾਡੇ ਪੱਲੇ ਸੀ ਉਹ ਵੀ ਖੋਲਿਆ ਹੈ ਉਹਦਾ ਵਿਆਹ ਨਹੀਂ ਸੀ ਹੁੰਦਾ ਉਹਨੇ ਪੀਰ ਬਾਬੇ ਬਲਟੋ ਆਪਣੇ ਹੁਣ ਪੀਰ ਪੈਗੰਬਰਾਂ ਨੂੰ ਆਪਾਂ ਮੰਨਦੇ ਹਾਂ ਉਹਨੇ ਪੀਰ ਬਾਬੇ ਬਲਟੋਈ ਤੇ ਜਾ ਕੇ ਨਾ ਸੁਖਣਾ ਸੁਖੀ ਵੀ ਬਾਬਾ ਮੇਰਾ ਵਿਆਹ ਕਰਾ ਦੇ ਕਿਰਾਂ 40 ਦਿਨ ਦੇਸੀ ਘਿਓ ਦੇ 100 ਦੀਵੇ ਬਣ ਉਹਨੇ ਜੀ ਪੀਪੀ ਪੂਪੀ ਚੋਰੀ ਕੀਤੀ ਕਿਤੋਂ ਤੇ ਰੋਜ਼ ਪਟੰਦਰ 100 ਦੀਵੇ ਵਾਲਿਆ ਕਰੇ ਦੇਸੀ ਘਿਓ ਦੇ ਜਦੋਂ 39 ਦਿਨ ਹੋ ਗਏ ਤੇ 40ਵਾਂ ਦਿਨ ਆਇਆ ਤੇ ਉਹਨੇ 2-4 ਹੀ ਵਾਲੇ ਸੀ ਅਜੇ 40ਵੇਂ ਦਿਨ ਤੇ ਪਿੱਛੋਂ ਆਵਾਜ਼ ਆਈ ਮੁਖਤਿਆਰ ਸਿਆਂ ਓਏ ਉਹਨੇ ਕਿਹਾ ਲੈ ਵੀ ਮਕਲਾਵਾ ਹੀ ਆ ਗਿਆ ਉਹਨੇ ਕਿਹਾ ਲੈ ਵੀ ਉਹਨੇ ਫਟੋ-ਫਟ 30-40 ਹੋਰ ਵਾਲੇ ਕਹਿੰਦਾ ਦੱਸ ਓਏ ਵੀ ਰਿਆ ਕੀ ਗੱਲ ਹੈ ਕਹਿੰਦਾ ਮੁਖਤਿਆਰ ਸਿਆਂ ਉਹ ਕਹਿੰਦਾ ਦੱਸ ਲੰਮੀ ਐ ਉੱਚੀ ਐ ਸੋਹਣੀ ਐ ਗੋਰੀ ਐ ਚਿੱਟੀ ਕਹੇ ਜੀ ਐ ਕਹਿੰਦਾ ਮੁਖਤਿਆਰ ਸਿਆਂ ਓਏ ਤੇਰੀ ਮਾਂ ਮਰ ਗਈ ਮਾਂ ਮਰ ਗਈ ਕਹਿੰਦਾ ਵਾਹ ਤੇਰੇ ਪੀਰ ਬਾਬਾ ਬਲਟੋਈ ਉਹ ਵਾਹ ਤੇਰੇ ਪੀਰ ਬਾਬਾ ਬਲਟੋਈ ਤਾਂ ਨਵੀਂ ਲਾੜੀ ਤਾਂ ਕੀ ਦੇਣੀ ਸੀ ਮੇਰੇ ਬਾਪੂ ਵਾਲੀ ਵੀ ਖੋਈ ਦੇਲਾ ਛੱਡਦਾ ਬਾਪੂ ਮੈਂ ਸਾਡਾ ਜਾਤਾ ਦੇ ਜਿਹੜਾ ਮੈਂ ਵੀ ਨਹੀਂ ਪੈਣ ਦਿੰਦਾ ਆਹ ਤੁਸੀਂ ਉਂਗਲ ਕੀਤੀ ਵਾਰੀ ਮੇਰੀ ਹੋਣੀ ਕਿਉਂਕਿ
ਮੈਨੂੰ ਪਤਾ ਵੀ ਤੇਰੀ ਮੇਰੇ ਨਾਲ ਰਗ ਮਿਲਦੀ ਹੈ ਕਿਉਂ ਦੱਸ ਵੀ ਵੈਸੇ ਇਹਨਾਂ ਨੇ ਨਾ ਗੱਲ ਬੜੀ ਡੂੰਗੀ ਕੀਤੀ ਹਾਂ ਇਹਨਾਂ ਨੇ ਜਿਹੜੀ ਇਹ ਗੱਲ ਕਹੀ ਨਾ ਕਿ ਇਹ ਪੈਸਾ ਜੇ ਕਿਸਾਨ ਨੂੰ ਦਿੱਤਾ ਹੁੰਦਾ ਤੇ ਉਹ ਕੀ ਕਰ ਦਿੰਦਾ ਇਹ ਗੱਲ ਇੰਨੀ ਡੂੰਗੀ ਹੈ ਅਸਲ ਵਿੱਚ ਕੱਲੀ ਇਹੀ ਗੱਲ ਨਹੀਂ ਕਿ ਦੁਨੀਆ ਪੰਜਾਬ ਪਲਟ ਜਾਂਦੀ ਲੋਕਾਂ ਦੇ ਪ੍ਰਤੀ ਨੀਤੀਆਂ ਚੱਲ ਜਾਂਦੀਆਂ ਨੀਤੀ ਮਤਲਬ ਇਹਨਾਂ ਦੀ ਨੀਅਤ 'ਚ ਖਰਾਬੀ ਮਤਲਬ ਕਿ 50% ਦੇਸ਼ ਦੀ ਆਬਾਦੀ ਪਹਿਲੀ ਗੱਲ ਤਾਂ ਕਿਸਾਨ ਹੈ ਹਾਂ ਪਰ ਉਹ ਕਿਸਾਨ ਉਹਦੇ ਨਾਲ ਉਹਦਾ ਘਰ ਚੱਲਦਾ ਉਹ ਬੱਚੇ ਆਪਣੇ ਸਕੂਲ ਭੇਜਦਾ ਉਹਦੇ ਨਾਲ ਉਹਦਾ ਸਾਰਾ ਮੈਡੀਕਲ ਦਾ ਖਰਚਾ ਚੱਕਦਾ ਮਗਰ ਉਸ ਤੋਂ ਵੱਡੀ ਇੱਕ ਹੋਰ ਇੱਥੇ ਗੱਲ ਹੈ ਜੋ ਤੁਸੀਂ ਦੋ ਪੂੰਜੀਪਤੀਆਂ ਨੂੰ ਪੈਸੇ ਦਿੰਦੇ ਹੋ ਉਹਨਾਂ ਦਾ ਜਾ ਕੇ ਦੁਬਈ 'ਚ ਆਈਲੈਂਡ ਖਰੀਦਣਾ ਉਹਨਾਂ ਦਾ ਜਾ ਕੇ ਅਮਰੀਕਾ ਪੈਸਾ ਪਾਣਾ ਜੋ ਤੁਸੀਂ 50% ਆਬਾਦੀ ਨੂੰ ਪੈਸਾ ਦਿੰਦੇ ਹੋ ਥੋੜਾ ਉਹਨੇ ਕੀ ਕਰਨਾ ਉਹਨੇ ਛੋਟੇ ਛੋਟੇ ਬਾਜ਼ਾਰ ਚਲਾਣੇ ਉਹਨੇ ਛੋਟੇ ਛੋਟੇ ਵਪਾਰ ਚਲਾਣੇ ਉਹਦੇ ਨਾਲ ਉਹਨੇ ਕੱਪੜੇ ਲੈਣੇ ਲੋਕਲ ਬਣੇ ਬੂਟ ਲੈਣੇ ਸ਼ਾਲ ਲੈਣੇ ਉਹ ਸਾਰੀ ਇਕਨੋਮੀ ਨੀਚੋਂ ਖੜੀ ਹੁੰਦੀ ਹੈ ਅਸਲ ਵਿੱਚ ਫਰਕ ਬਸ ਇੰਨਾ ਹੈ ਕਿ ਉਹ 1% ਲੋਕਾਂ ਦਾ ਸੋਚ ਰਹੇ ਨੇ ਤੇ ਕਿਸਾਨ ਲੜ ਰਹੇ ਨੇ 99% ਦੇਸ਼ ਵਾਸਤੇ ਜਿਹੜੀ ਤੁਸੀਂ ਤੁਹਾਡੀ ਲੜਾਈ ਹੈ ਨਾ ਜੇ 50 ਇਹ ਪੈਸਾ ਦੋ ਲੋਕਾਂ ਕੋਲ ਜਾਣ ਦੀ ਜਗ੍ਹਾ 50% ਕਿਸਾਨ ਕੋਲੇ ਚਲਾ ਗਿਆ ਤੇ ਪੂਰੇ ਦੇਸ਼ ਦੀ ਇਕਨੋਮੀ ਖੜੀ ਹੋ ਜੂ ਠੀਕ ਹੈ ਜਿੰਨੇ ਆਪਣਾ ਛੋਟੇ ਸ਼ਹਿਰ ਦੇਖ ਲਈਏ ਉੱਥੇ ਵਪਾਰ ਦੇਖ ਲਈਏ ਐਗਰੀਕਲਚਰ ਨਾਲ ਜੁੜਦੇ ਬੰਦੀਆਂ ਕਿੰਨੀਆਂ ਸਰਵਿਸਿਜ਼ ਖੜੀਆਂ ਹੋ ਜਾਣਗੀਆਂ ਠੀਕ ਹੈ ਉਹ ਸਾਰਾ ਚੰਗੀ ਜੱਫੀ ਪਾਈ ਹੈ ਸ਼ਾਲ ਹੀ ਹਲਾਤੀ ਮੇਰੀ ਮੈਂ ਕਹਿੰਦਾ ਠੰਡ ਲੱਗਣ ਲੱਗੀ ਦੁਆਰੇ ਪਾਣੀ ਪਈ ਮਿੱਤਰਾ ਮੈਂ ਪਹਿਲਾਂ ਕਿੜਕਾ ਮਾਰੇ ਇਹਨਾਂ ਨੇ ਆ ਦੇਖ ਨਾ ਆ ਦੇ ਮੈਂ ਅਹੀਂ ਮੇਰਾ ਤਾਇਆ ਹੁੰਦਾ ਸੀ ਮੈਂ ਪਹਿਲਾਂ ਹੀ ਘੜਕਾ ਮਾਰਿਆ ਮਤਲਬ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਇਦਾਂ ਹੀ ਆਪਣੇ ਕਿਸਾਨ ਨੇ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲ ਲਿਆ ਦੇਖੋ ਉੱਥੇ ਪਹਿਲਾਂ ਹੀ ਜਾ ਪਹੁੰਚੇ ਜੇ ਕਿਤੇ ਕੋਈ ਨਾ ਹੁੰਦੀ ਸਿਰੜੀ ਕੌਮ ਗੁਰੂਆਂ ਦੀ ਮਤਲਬ ਉਹ ਅਣਖ ਨਾ ਹੁੰਦੀ ਗੈਰਤ ਨਾ ਹੁੰਦੀ ਤੇ ਮੰਨ ਜਾਂਦੇ ਨਾ ਮੰਨ ਜਾਂਦੇ ਚੱਲ ਵੀ ਹੁਣ ਦਿਖਾ ਪਿੰਨੀਆਂ ਦਾ ਜਲਵਾ ਨਹੀਂ ਮੈਨੂੰ ਤਾਂ ਇਹਨਾਂ ਦੀ ਗੱਲ ਬੜੀ ਅੱਛੀ ਲੱਗੀ ਮੈਂ ਤਾਂ ਇਹ ਸੋਚ ਰਿਹਾ ਸੀਗਾ ਕਿ ਜੇ ਆਪਾਂ ਫਿਰ ਇਹ ਸੋਚੀਏ ਕਿ ਕਿਹੜੀ ਮੁਸ਼ਕਿਲ ਹੈ ਤੇ ਕਿਹਦਾ ਹੱਲ ਕੀਤਾ ਇੱਕ ਹੋਰ ਮੁਸ਼ਕਿਲ ਜੇ ਆਪਾਂ ਦੇਖੀਏ ਤੇ ਸਾਰੇ ਸਾਇੰਟਿਸਟ ਕਹਿੰਦੇ ਨੇ ਯੂਨੀਵਰਸਿਟੀਆਂ ਕਹਿ ਰਹੀਆਂ ਨੇ ਪਿਛਲੇ ਦਸ਼ਕ ਤੋਂ ਪਿਛਲੇ ਕਈ ਸਾਲਾਂ ਤੋਂ ਜੇ ਆਪਾਂ ਪੂਰੇ ਦੇਸ਼ ਦੀ ਐਵਰੇਜ ਕੱਢੀਏ ਤੇ ਆਪਣੇ ਅਨਾਜ ਦੀ ਪ੍ਰੋਡਕਟਿਵਿਟੀ ਘਟਦੀ ਜਾ ਰਹੀ ਹੈ ਉਪਜ ਪ੍ਰੋਡਕਟਿਵਿਟੀ ਮਤਲਬ ਜਿਹੜੀ ਉਪਜ ਹੈ ਉਹ ਘਟਦੀ ਜਾ ਰਹੀ ਹੈ ਪਹਿਲੇ ਜਿੰਨਾ ਵਧ ਨਹੀਂ ਰਹੀ ਵੀ ਪਰ ਏਕੜ ਜੋ ਆਪਾਂ ਯੀਲਡ ਕੱਢਦੇ ਆ ਉਹ ਪਿਛਲੇ ਕੋਈ ਸਾਲਾਂ ਤੋਂ ਘਟ ਰਹੀ ਹੈ ਤੇ ਜੇ ਸਰਕਾਰ ਨੇ ਹੱਲ ਕਰਨਾ ਸੀ ਵੀ ਅਸੀਂ ਕਿਸਾਨੀ ਦਾ ਕੋਈ ਕਰਨਾ ਚਾਹੁੰਦੇ ਆ ਤੇ ਇੱਕ ਮੁਸ਼ਕਿਲ ਸੀ ਇਹਦਾ ਹੱਲ ਬਾਰੇ ਸੋਚਦੇ ਵੀ ਇਰੀਗੇਸ਼ਨ ਸਿਸਟਮ ਇਹੋ ਜਿਹਾ ਡਿਵੈਲਪ ਕਰਦੇ ਕਿ ਪਿੰਡ ਕਨਾਲ ਦਾ ਪਾਣੀ ਪਹੁੰਚੇ ਵਾਹ ਕੀ ਵਧੀਆ ਗੱਲ ਕੀਤੀ ਲਓ ਤੁਸੀਂ ਆਪ ਯਾਰ ਇਹੋ ਵੀਰ ਜੀ ਪਤਾ ਕੀ ਗੱਲ ਆ ਮੈਂ ਦੱਸਦਾ ਤੂੰ ਇੱਕ ਗੱਲ ਸੁਣ ਮੇਰਾ ਇੱਕ ਯਾਰ ਹੈ ਬਨੀ ਸੰਧੂ ਉਹਦਾ ਫਾਦਰ ਇਰੀਗੇਸ਼ਨ ਚ ਚੀਫ ਇੰਜੀਨੀਅਰ ਹੁੰਦਾ ਬੜਾ ਸਿਆਣਾ ਬੰਦਾ ਮੈਨੂੰ ਯਾਦ ਆਪਦੀ ਹੋਸ਼ ਚ 30-35 ਸਾਲ ਪਹਿਲਾਂ ਕਿ ਅਸੀਂ ਜਾਂਦੇ ਹੁੰਦੇ ਜਿਹੜੀਆਂ ਨਹਿਰਾਂ ਗੋਰਿਆਂ ਨੇ ਬਣਾਈਆਂ ਅੱਜ ਤਾਈਂ ਟੁੱਟੀਆਂ ਦੇਖ ਲਓ ਤੁਸੀਂ ਜ਼ਬਰਦਸਤ ਨਹਿਰਾਂ ਨੇ ਉਹ ਟੇਲ ਤੱਕ ਪਾਣੀ ਜਾਂਦਾ ਹੁੰਦਾ ਸੀ ਅਖੀਰ ਚ ਛੋਟੇ ਕਿਸਾਨ ਨੂੰ 3-3 ਏਕੜ ਵਾਲੇ ਕਿਸਾਨ ਨੂੰ ਪਾਣੀ ਜਾਂਦਾ ਨਹਿਰੀ ਪਾਣੀ ਜਾਂਦਾ ਹੁੰਦਾ ਸੀ ਕਿ ਨਹੀਂ ਜਾਂਦਾ ਹੁਣ ਮੋਗੇ ਨੱਪੇ ਹੁੰਦੇ ਆ ਤੇ ਟਿਊਬਵੈਲ ਆ ਗਏ ਖਿੱਚੀ ਜਾਂਦੇ ਆ ਇਹ ਜਿਹੜੀ ਰਿਸਰਚ ਇਹ ਜਿਹੜੀ ਤਕਨੀਕੀ ਜਿਹੜੀ ਆਧੁਨਿਕ ਸਹਿਯੋਗ ਕਿਸਾਨ ਨੂੰ ਦੇਣਾ ਮੈਂ ਉਦੋਂ ਛੋਟਾ ਜਿਹਾ ਹੁੰਦਾ ਤੇ ਆ ਜਿਹੜੀ ਹਰੀ ਕ੍ਰਾਂਤੀ ਆਈ ਹੈ ਉਦੋਂ ਇੱਕ ਬੰਦਾ ਹੁੰਦਾ ਮੈਂ ਉਹਨੂੰ ਪਰਲੋ ਹੀ ਕਹੀ ਜਾਂਦਾ ਹੁੰਦਾ ਕੀ ਨਾਂ ਸੀ ਉਹਦਾ ਯਾਰ ਮੇਰਾ ਪਿਓ ਕਹਿੰਦਾ ਪਰਲੋ ਨਹੀਂ ਓਏ ਬਰਲੋ ਉਹ ਬਰਲੋ ਇੱਥੇ ਆਇਆ ਸੀ ਉਹਨੇ ਆ ਕੇ ਉਹ ਸੀਡਸ ਦੀ ਉਹ ਦੱਸੀ ਤੇ ਕਿੰਨੀ ਉਪਜ ਵਧੀ ਪੰਜਾਬ ਬਿਲਕੁਲ ਸਹੀ ਕਰ ਯੂਨੀਵਰਸਿਟੀ ਨੇ ਕਿੰਨਾ ਉਸ ਟਾਈਮ ਤੇ ਉਹਨੂੰ ਫੰਡ ਮਿਲਿਆ ਉਹਨੇ ਹੁਣ ਰਿਸਰਚ ਸਾਰੇ ਇੱਕ ਗੱਲ ਹੋ ਰਿਹਾ ਅੱਜ ਕੱਲ ਭਾਵੇਂ ਕਿਸੇ ਤੋਂ 10 15 20 ਕਿੱਲੇ ਪੈਲੀ ਆ ਨਾ ਉਹਦਾ ਕੱਲਾ ਬੱਚਾ ਵੀ ਆ ਉਹਦੀ ਸੋਚਣੀ ਪਤਾ ਕੀ ਆ ਉਹਨੂੰ ਹੁਣ ਮੇਰੇ ਵੀ ਯਾਰ ਦੋਸਤ ਕਈ ਬਾਹਰ ਚੱਲ ਗਏ ਉਹਨਾਂ ਨੂੰ ਪੁੱਛੀਦਾ ਹੁੰਦਾ ਇੱਥੇ ਕਰਾਂਗੇ ਕੀ ਜੇ ਆਪਾਂ ਕਿਸਾਨੀ ਵੀ ਕਰਾਂਗੇ ਆਂਦਾ ਆਪਾਂ ਨੂੰ ਕਿਸਾਨੀ ਤੋਂ ਮਿਲ ਨਹੀਂ ਘਟਿਆ ਆਂਦਾ ਵੀ ਇੱਥੇ ਤੇ ਜ਼ਿੰਦਗੀ ਖਰਾਬ ਆ ਉਹ ਜੀ ਤੋਂ 10 15 20 ਕਿੱਲੇ ਵੀ ਪੈਲੀ ਹੈ ਨਾ ਆਪਣਾ ਉਹ ਟਾਈਮ ਸਾਥ ਸਕਦਾ ਉਹ ਡਰਦਾ ਹੋਇਆ ਹੀ ਬਾਹਰ ਤੁਰਿਆ ਜਾਣ ਦਿਆ ਅਸਲ ਵਿੱਚ ਨਾ ਵੀ ਇੱਥੇ ਨਹੀਂ ਆ ਮੇਰਾ ਸਰਨਾ ਵੀ ਆਉਣ ਵਾਲਾ ਜਿਹੜਾ ਗਾਂ ਮਹਿੰਗਾਈ ਬੜੀ ਜ਼ਿਆਦਾ ਵੱਧ ਗਈ ਆ ਗਾੜੀ ਬੱਚਿਆਂ ਦੀ ਪੜ੍ਹਾਈ ਦਾ ਲਾ ਲਈਏ ਉਸ ਤਰ੍ਹਾਂ ਵੇਖੋ ਜੋ ਲਾ ਲਈਏ ਸਭ ਬਹੁਤ ਜ਼ਿਆਦਾ ਤੋਂ ਵੱਧ ਗਿਆ ਖਤਰਨਾਕ ਆਦਮੀ ਹੁੰਦਾ ਭੁੱਖਾ ਆਦਮੀ ਮੇਰੀ ਗੱਲ ਨੂੰ ਯਾਦ ਰੱਖ ਮੈਂ ਪਹਿਲਾਂ ਕਹਿੰਦਾ ਸੀਗਾ ਉਦੋਂ ਦਾ ਇਸੇ ਕਰਕੇ ਮੈਂ ਲੜਦਾ ਇਸੇ ਕਰਕੇ ਮੈਂ ਛੋਟੇ ਗਰੀਬ ਕਿਸਾਨ ਲੜਦਾ ਮੈਂ ਦੇਖਦਾ ਵੀ ਜਦੋਂ ਸਰਕਾਰ ਕੋਈ ਨਿਰਣੇ ਲੈਂਦੀ ਹੈ ਤੇ ਜਿਹੜਾ ਸਭ ਤੋਂ ਪਛੜਿਆ ਉਹਦੇ ਤੇ ਕੀ ਅਸਰ ਆਊ ਨਹੀਂ ਤੇ ਲੋਕ ਸ਼ੀਸ਼ੇ ਭੰਨ ਕੇ ਘਰਾਂ 'ਚ ਵੜਨਗੇ ਪੰਜਾਬੀ ਭੀਖ ਥੋੜਾ ਨਾ ਮੰਗਦਾ ਮੈਂ ਤਾਂ ਦੇਖਿਆ ਨਹੀਂ ਕੋਈ ਅੱਜ ਤੱਕ ਸਰਦਾਰ ਹੱਥ ਐਂ ਅੜਦਾ ਹੋ ਸਰਦਾਰਾਂ ਦੇ ਹੱਥ ਐ ਰਹੇ ਆ ਉਹ ਫਿਰ ਆਪਦੇ ਹੱਕ ਦੇ ਲਈ ਕੀ ਕਰੂਗਾ ਜਦੋਂ ਦਾ ਆਪਣੇ ਇਹਨੂੰ ਆਪਣੇ ਪੰਜਾਬ ਦੇ ਵਿੱਚ ਮੰਨ ਲਓ ਲਾਕਡਾਊਨ ਹੋਇਆ ਵਾ ਜਦੋਂ ਦੀਆਂ ਟ੍ਰੇਨਾਂ ਬੰਦ ਹੋਈਆਂ ਵਾ ਹਰ ਇੱਕ ਚੀਜ਼ ਬੰਦ ਹੋਈ ਆ ਕਿੰਨਾ ਘਾਟਾ ਪਿਆ ਅੰਬਾਨੀ ਨੂੰ ਤਾਂ 1,70,000 ਕਰੋੜ ਰੁਪਏ ਦਾ ਫਾਇਦਾ ਹੋਇਆ ਤੇ ਤੁਸੀਂ ਗੋਡਿਆਂ ਥੱਲੇ ਲਿਆ ਤਾਂ ਘਾਟਾ ਪਿਆ ਉਹਨੂੰ 15 ਮੰਨ ਲਓ ਜੇ ਕਦੇ ਇਹੋ ਹੀ ਚੱਲਦਾ ਰਹਿੰਦਾ ਇਹੋ ਪੰਜਾਬ ਨੂੰ ਦਿੰਦੇ ਨਾ ਕੱਲ ਪੰਜਾਬ ਨੂੰ ਵੀ ਤੇ ਤਾਂ ਵੀ ਪੰਜਾਬ ਜਿਹੜਾ ਵਾ ਬਿਲਕੁਲ ਅਮੀਰ ਹੋਣਾ ਇੱਕੋ ਜਿਹਾ ਹੋਣਾ ਹਿਸਾਬ ਨਾਲ ਬਰਾਬਰ ਕੋਈ ਗਰੀਬ ਵਾਲਾ ਕੰਮ ਨਹੀਂ ਸਰ ਵੇਖੋ ਨਾ ਹੁਣ ਵੇਖੋ ਵੀ ਆ ਕਿਸਾਨ ਆ ਹੁਣ ਜਿਹੜਾ ਡੀਜ਼ਲ ਪੈਟਰੋਲ ਉਹਦਾ ਰੇਟ ਖਲੋਤਾ ਰਹਿਣਾ ਜਿੱਦਣ ਸਾਡਾ ਟਾਈਮ ਆ ਗਿਆ
ਵੀ ਅਸੀਂ ਇਹਨੂੰ ਵਾਹੁਣਾ ਹੈ, ਜਤਾਈ ਕਰਨੀ ਪਤਾ ਵੀ ਆ, ਇਹ ਉਦੋਂ ਹੀ ਤੇਲ ਵਧਣਾ ਸ਼ੁਰੂ ਹੋ ਜਾਣਾ, ਉਹ ਖਲੋਣਾ ਨਹੀਂ। 30 ਰੁਪਏ ਤੇਲ ਵਧਾਇਆ, ਹਾਂਜੀ 30 ਰੁਪਏ ਤੇ ਕਿਸਾਨ ਦੀ ਐਮਐਸਪੀ ਮਤਲਬ ਇਹ 41% ਵਧਾਇਆ ਇਹ ਤੇਲ, ਤੇ ਕਿਸਾਨ ਦੀ ਐਮਐਸਪੀ ਵਧਾਈ ਹੈ 2%। ਸਰ 2% ਜੀਰੀ ਤੇ ਵਧਾਈ ਜਦ ਜੀਰੀ ਤੇ 2.9 ਤੇ 2.6 ਇਸ ਸਾਲ ਡੀਜ਼ਲ ਵਧਿਆ 41%। ਇਸ ਸਾਰੇ ਸਾਲ ਜਿਹੜੇ ਪਿਆਰਿਆ ਮੈਂ ਕਹਿੰਦਾ ਕੋਈ ਮੇਲ ਹੈ ਮਿੱਤਰ ਪਿਆਰਿਆ, ਤੂੰ ਧਿਆਨ ਨਾਲ ਸੁਣ। ਸਾਡੇ ਜਾਂਦੇ ਵਿਚੋਲੀਏ ਖਤਮ ਕਰਨੇ ਆ ਤੇ ਤੇਲ ਚੋਂ ਵਿਚੋਲੀਏ ਖਤਮ ਕਰ ਦਿਓ। ਹਾਂ ਉਹ ਤਾਂ ਪੂੰਜੀਪਤੀ ਨੇ ਨਾ। ਮੈਂ ਕਿਹਾ 30-35 ਰੁਪਏ ਮਿਲੂਗਾ। ਨਾਲੇ ਹੋਰ ਗੱਲ ਆ ਜੀ, ਉਹਨਾਂ ਦਾ ਡਰ ਹੈ ਉਹਨਾਂ ਇਹ ਨੂੰ। ਸਾਰਾ ਫਾਇਦਾ ਇਹ ਦੇਖੋ GST ਥੱਲੇ ਲੈ ਆਉਣ, ਉਹ ਚੋਂ ਵਿਚੋਲੀਏ ਖਤਮ ਕਰ ਦੇਣਾ, ਅਸੀਂ ਤਾਂ ਤੇਲ 30-35 ਰੁਪਏ ਵੇਖੋ ਤੁਹਾਨੂੰ ਮੈਂ ਅੱਜ ਇੱਕ ਗੱਲ ਦੱਸਦਾ, ਤੁਸੀਂ ਵਿਚੋਲੀਆਂ ਦੀ ਗੱਲ ਕਰਦੇ ਹੋ, ਇਹ ਸਾਰਾ ਫਾਇਦਾ ਵੱਡੀਆਂ ਕੰਪਨੀਆਂ ਨੂੰ ਦਿੰਦੇ। ਜੇ ਇਹਨਾਂ ਨੇ ਫਾਇਦਾ ਗਰੀਬ ਨੂੰ ਦੇਣਾ ਹੋਵੇ, ਮੈਂ ਤੁਹਾਨੂੰ ਦੱਸਦਾ ਸਰਦਾਰ ਮਨਮੋਹਨ ਸਿੰਘ ਹਾਂਜੀ ਜੇ $150 ਦੇ ਉੱਤੇ ਇੱਕ ਬੈਰਲ ਤੇਲ ਮਿਲਦਾ ਸੀਗਾ ਤੇ ਮਹਿੰਗਾਈ ਇੱਥੇ ਆਉਣੀ ਚਾਹੀਦੀ ਸੀ ਨਾ, ਉਹਨੇ ਉਦੋਂ ਵੀ ਡੀਜ਼ਲ ਨੂੰ ਨੱਥ ਪਾ ਕੇ ਰੱਖੀ ਵੀ ਡੀਜ਼ਲ ਕਿਸਾਨ ਦੇ ਲਈ ਅਹਿਮ ਹੈ, ਇਸ ਕਰਕੇ ਇਹਨੂੰ ਵਧਾਉਣਾ ਨਹੀਂ, ਸਿਰਫ 3 ਰੁਪਏ ਰੈਗੂਲੇਟ ਕਰਕੇ ਇਹਨਾਂ ਨੇ ਆ ਕੇ ਡੀਜ਼ਲ ਦੇ ਉੱਤੇ ਟੈਕਸ ਲਾਏ। ਔਰ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਕਿ ਉਹ 150 ਰੁਪਏ ਉਦੋਂ ਤੇਲ ਦੀ ਕੀਮਤ ਹੁੰਦੀ, ਜਦੋਂ ਇਹ ਆ ਨਾ 40 ਰੁਪਏ ਹੋ ਗਈ, 40 ਰੁਪਏ ਹੋ ਗਈ, 4 ਗੁਣਾ ਘਟ ਗਈ। ਇਹਦਾ ਮਤਲਬ ਇਹਨਾਂ ਨੂੰ ਉਹ 4 ਗੁਣਾ ਫਾਇਦਾ ਗਰੀਬਾਂ ਨੂੰ ਦੇਣਾ ਚਾਹੀਦਾ ਸੀ, ਆਮ ਬੰਦੇ ਨੂੰ ਦੇਣਾ ਚਾਹੀਦਾ ਸੀ। ਸਾਰਾ ਅੰਬਾਨੀ ਗ੍ਰੋਸ ਰਿਫਾਈਨਰੀ ਪ੍ਰੋਫਿਟ ਵਧਾ ਕੇ ਸਾਰਾ ਉਹ 1,12,000 ਕਰੋੜ ਦੀ ਗੱਲ ਕਰ ਰਹੇ ਸੀ, ਸਿੱਧਾ ਰਿਲਾਇੰਸ ਪਿਆ। 1,20,000 ਕਰੋੜ ਕੰਪਨੀਆਂ ਨੇ ਪਾਇਆ ਇਹਦੇ ਕੋਸਟ। ਇੱਕ ਟਾਈਮ ਤੇ ਆਪਣੇ ਕਿਤੇ ਇੰਦਰ ਖਾਮਾਰ ਗੁਜਰਾਲ ਜੋ ਮੈਂ ਛੋਟਾ ਜਿਹਾ ਸੁਣਿਆ ਸੀ, ਉਹ ਦੱਸਦੇ ਵੀ ਥੋੜਾ ਪੰਜਾਬ ਬਾਰੇ ਸੋਚਣ ਲੱਗਾ ਤੇ ਉਹਨੂੰ ਇਹਨਾਂ ਨੇ ਉਤਰਾਂ ਵਿੱਚੋਂ ਹੀ ਡਾਲਤਾ ਵੀ ਨਹੀਂ ਰਹਿਣ ਨਹੀਂ ਉਹਨੇ ਕਰਜ਼ੇ ਮਾਫ ਕੀਤੇ, ਕਰਜ਼ੇ ਮਾਫ ਜੇ ਕੋਈ ਕੀਤੇ, ਕਰਜ਼ੇ ਮਾਫ ਪੰਜਾਬ ਕੀਤੀ ਦਾ ਇਹਨਾਂ ਨੇ 5 ਮਾਫ ਕੀਤੀ ਉਹ ਤੇ ਮੈਨੂੰ ਦੱਸ ਹਾਂ। ਨਹੀਂ ਨਾਲੇ ਹੋਰ ਗੱਲ ਹੈ ਨਾ, ਉਹ ਜੇ 6 ਲੱਖ ਕਰੋੜ ਉਹਨਾਂ ਦਾ ਮਾਫੀ। 72,000 ਕਰੋੜ ਰੁਪਇਆ ਹੁਣ ਥੋੜਾ ਜਿਹਾ ਕਰਜ਼ਾ ਹੁਣ ਮਾਫ ਹੋਇਆ ਹਾਂਜੀ। ਪੰਜਾਬ ਕਾਂਗਰਸ ਸਰਕਾਰ ਚ, ਵਰਨਾ ਕਿਸੇ ਨੇ ਸੋਚਿਆ ਵੀ ਹੈ ਮਾਫ ਨਹੀਂ ਕਰਨਾ। 6 ਲੱਖ ਰੁਪਇਆ 8 ਲੱਖ ਦੀ ਲਿਮਟ ਵਿੱਚ 2 ਤਾਰਿਆ 6 ਲੱਖ ਰੁਪਇਆ ਮਾਫ ਹੋਇਆ। ਉਤਾਰਿਆ ਨਾ ਤੇ ਮਿੱਤਰ ਪਿਆਰਿਆ ਇਹਨਾਂ ਨੇ 6 ਲੱਖ ਕਰੋੜ ਰੁਪਈਆ, ਉਹਨਾਂ ਨੇ ਤਾਂ 72,000 ਕਰੋੜ ਦਿੱਤਾ ਸੀ ਨਾ ਸਾਰਿਆਂ ਨੂੰ, ਇਹਨੇ 6 ਲੱਖ ਕਰੋੜ ਰੁਪਈਆ 5-7 ਬੰਦਿਆਂ ਨੂੰ ਮਾਫ ਕੀਤਾ। ਵੱਡੀਆਂ ਸਰਕਾਰ ਨੇ ਮਾਫ ਕੀਤਾ। ਸੈਂਟਰ ਸਰਕਾਰ ਨੇ ਹੁਣ 6 ਲੱਖ ਕਰੋੜ ਰੁਪਈਆ ਮਾਫ ਕਰਤਾ। ਨਾਲੇ ਇੱਕ ਹੋਰ ਮਸਲਾ ਨਾ, ਸਾਡਾ ਤੇ ਰੇਟ ਵਧਾਉਂਦੇ ਕੁਇੰਟਲਾਂ 'ਚ ਤੇ ਆਪਣਾ ਵਧਾਉਂਦੇ ਲੀਟਰਾਂ 'ਚ। ਸਾਡਾ ਵੀ ਉਹ 30 ਰੁਪਏ ਵਧਾਉਣ ਕਿਲੋ ਮਗਰ, ਤੇ ਸਾਡਾ ਕਿੱਥੇ 70 ਹੋਗਾ। ਇੱਕ ਨੰਬਰ ਉੱਤੇ ਲੈ ਗਿਆ ਅੱਗੇ ਚੱਲ ਪਈ। ਮੈਂ ਸੋਚ ਰਿਹਾ ਸੀ ਕਿ ਇਹ ਜਿਵੇਂ ਹੁਣ ਆਪਾਂ ਗੱਲ ਕਰਦੇ ਨਾ ਕਿ ਐਗਰੀਕਲਚਰ ਦੀ ਪੈਸੇ ਨਹੀਂ ਪਾ ਸਕਦੇ, ਉਹਨੂੰ ਸਵਾਮੀਨਾਥਨ ਦਾ C2 ਫਾਰਮੂਲਾ ਨਹੀਂ ਦੇ ਸਕਦੇ, ਅੰਨ ਦੀ ਮਹਿੰਗਾਈ ਆਜੂ, ਉਧਰ ਐਸੈਂਸ਼ੀਅਲ ਕੁਆਲਿਟੀ ਐਕਸਚੇਂਜ ਕਰ ਦਿੰਦੇ ਨੇ, ਪਰ ਕਹਿੰਦੇ ਵੀ ਐਗਰੀਕਲਚਰ ਨੂੰ ਬਹੁਤ ਜ਼ਿਆਦਾ ਸਬਸਿਡੀ ਦਿੱਤੀ ਦੇਸ਼ ਨੇ। ਜੇ ਆਪਾਂ ਇਹਨੂੰ ਕੰਪੇਅਰ ਕਰਕੇ ਦੇਖੀਏ ਤੇ ਯੂਰਪ ਦੇ ਬਜਟ ਦਾ 1/3 ਹਿੱਸਾ 35% ਐਗਰੀਕਲਚਰ ਸਬਸਿਡੀ ਜਾਂਦਾ ਹੈ। ਦੇਖੋ ਜਾਪਾਨ 1/3 ਹਿੱਸਾ ਉਹ ਕਿਸਾਨਾਂ ਨੂੰ ਦਿੰਦੇ ਆ। ਜਾਪਾਨ, ਚਾਈਨਾ, ਇੰਡੋਨੇਸ਼ੀਆ, ਸਾਊਥ ਮੈਂ ਕੋਰੀਆ। ਕਹਿੰਦਾ ਚਾਈਨਾ ਜਿੰਨਾ ਦਿੰਦਾ ਆਪਣਾ ਨਾ, ਦਿੰਦਾ। ਆਪਾਂ 10% ਵੀ ਨਹੀਂ ਦਿੰਦੇ ਉਹਦਾ। ਸੋਚੋ ਤੁਸੀਂ, ਮਤਲਬ ਉਹਨਾਂ ਨੇ ਮੁਲਕ ਖੜੇ ਕੀਤੇ ਆ ਕਿਸਾਨ ਨੂੰ, ਪਿਛੜੇ ਵਰਗ ਨੂੰ। ਫਿਰ ਆਪਾਂ ਉਹਨਾਂ ਨਾਲ ਰਲ ਵੀ ਨਹੀਂ ਨਾ ਸਕਦੇ ਨਾ, ਜੇ ਉਹ ਦੇਖੋ ਭਾਈ, ਦੇਖੋ ਇਹ ਤੇ ਫਿਰ ਨੀਤੀਆਂ ਨੀਅਤ ਨਾਲ ਚੱਲਦੀਆਂ ਨਾ, ਸਹੀ ਸਮੇਂ ਦੇ ਇਹਨਾਂ ਉੱਤੇ। ਦੀਆਂ ਨੀਤੀਆਂ ਹੈਗੀਆਂ ਮਾਰਨ ਦੀਆਂ ਬਸ। ਵੀ ਇਹ ਕਿਸਾਨ ਇਹ ਮਰਦੇ ਖਤਮ ਨੇ, ਕਰਨਾ ਬਸ ਚਾਹੁੰਦੇ ਕੰਮ ਹੈਗੇ, ਹੈ। ਕਿਸਾਨ ਉਹਨਾਂ ਦੀ ਨੂੰ ਨੀਤੀ ਖਤਮ ਹੈਗੀ ਆ ਕਰਨਾ ਦੇਸ਼ ਨੂੰ ਇਹ ਪਤਾ ਕਿਹਦੇ ਕਹੇ ਤੇ ਚੱਲਦੇ ਆ, ਮਤਲਬ ਸਰਕਾਰਾਂ ਤੇ ਚੱਲਦੀਆਂ ਨੇ, ਅੰਬਾਨੀ ਤੇ ਅਡਾਨੀ ਦੇ ਕਹੇ ਦੇ ਉੱਤੇ, ਤੇ ਹੋਰ ਕਿਹਦੇ ਕਹੇ ਤੇ ਚੱਲਦੀਆਂ ਵੀ WTO ਦੇ ਕਹਿਣ ਤੇ ਚੱਲਦੀਆਂ ਕਿ ਨਹੀਂ ਚੱਲਦੀਆਂ? ਬਿਲਕੁਲ ਹੈ। ਐਸੇ ਜੇ ਇੱਕ ਆਪਾਂ ਹੋਰ ਤੁਣਕਾ ਦੇਖੀਏ ਨਾ, ਪਿੱਛੇ ਵੱਜ ਰਿਹਾ ਇਹ ਜਿਹੜਾ ਤੁਣਕੇ ਵੱਜਦੇ, ਪਿੱਛੋਂ ਖੜ ਕੇ ਮਾਰਦੇ ਆ, ਕਟਪੁਤਲੀ ਉਹ ਨੱਚਦੀ ਆ ਨਾ WTO ਜਦੋਂ, ਤਾਂ ਕੋਈ ਪਿੱਛੋਂ ਨਚਾਉਂਦਾ ਉਹਨੂੰ, ਸਮਝੋ? ਉਹ ਸਮਝਾ ਪੁੱਤ, ਮੈਨੂੰ ਯਾਦ ਆਇਆ ਉਹ WTO। ਹੁਣ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਜੋ, ਉਹਨਾਂ ਦਾ ਆਪਣਾ ਇੱਕ ਏਜੰਡਾ ਹੈ। ਉਹਨਾਂ ਨੂੰ ਜਦੋਂ ਅਮਰੀਕਾ ਦੇ ਪ੍ਰੋਡਕਟਸ ਪੂਰੀ ਦੁਨੀਆ 'ਚ ਵੇਚਣ ਨੇ, ਜਿਹੜਾ ਦੁਨੀਆ 'ਚ ਆਲਰੇਡੀ ਦੇਸ਼ ਡਿਵੈਲਪ ਹੋ ਚੁੱਕੇ ਨੇ। ਹੁਣ ਤੁਸੀਂ ਉਰੇ ਫੈਕਟਰੀ ਲਾ ਲਓ ਫੋਨ ਬਣਾਉਣ ਦੀ, ਠੀਕ ਹੈ, ਕਹਿ ਦੋ ਫ੍ਰੀ ਟ੍ਰੇਡ ਕਰਨੀ ਹੈ ਜੀ, ਇਹ ਫੈਕਟਰੀ ਅਮਰੀਕਾ ਦੀ ਕੈਲੀਫੋਰਨੀਆ ਵਾਲੀ ਕੰਪਨੀ ਲੜ ਲੂਗੀ ਨਹੀਂ ਲੜ ਸਕਦੀ, ਠੀਕ ਹੈ। ਉਹਨਾਂ ਨੇ ਜਦੋਂ ਆਪਣਾ ਦੇਸ਼ ਬਣਾਇਆ ਤੇ ਸਲੇਵਰੀ ਕਰ, ਦੁਨੀਆ ਤੇ ਕਬਜ਼ਾ ਕਰ, ਪੈਸਾ ਲੁੱਟ ਖੜਾ ਕਰ ਲਿਆ, ਤੇ ਹੁਣ ਉਹਨਾਂ ਦਾ ਏਜੰਡਾ ਹੈ ਕਿ ਅਸੀਂ ਫ੍ਰੀ ਟ੍ਰੇਡ ਕਰਕੇ ਦੁਨੀਆ ਦਾ ਫਾਇਦਾ ਕਰਾਂਗੇ। ਇਹ ਗਿਆਨ ਉਹ ਦੁਨੀਆ ਨੂੰ ਵੰਡ ਰਹੇ ਨੇ। ਜੇ ਆਪਾਂ ਉਹਨਾਂ ਦਾ ਇਸ ਗਿਆਨ ਨੂੰ ਮੰਨੀਏ, ਜਿਹਨੂੰ ਇਹ ਮੰਨ ਚੁੱਕੇ ਨੇ ਕਿ WTO ਕਹਿੰਦੀ ਹੈ ਜੀ ਫ੍ਰੀ ਟ੍ਰੇਡ ਹੋਵੇ, ਉਹ ਫ੍ਰੀ ਟ੍ਰੇਡ ਕਰਨ ਵਾਸਤੇ ਸਾਨੂੰ MSP ਹਟਾਣੀ ਪਊ, PDS ਹਟਾਣਾ ਪਊ, ਜਿਹੜਾ ਕਿਸਾਨੀ ਨੂੰ ਅਸੀਂ ਰਾਹਤ ਦਿੰਦੇ ਹਾਂ ਉਹ ਹਟਾਣੀ ਪਊ। ਜੇ ਅਸੀਂ ਉਹ ਹਟਾ ਦਾਂਗੇ ਫਿਰ ਅਸੀਂ ਦੁਨੀਆ 'ਚ ਫ੍ਰੀ ਟ੍ਰੇਡ ਕਰ ਸਕਦੇ ਹਾਂ। ਤੇ ਜੇ ਆਪਾਂ ਉਸੇ ਗੱਲ ਨੂੰ ਦੇਖ ਲਈਏ, ਜਿਹੜੀਆਂ ਚੀਜ਼ਾਂ ਦੀ, ਜਿਹੜੇ ਫਸਲਾਂ ਦੀ ਫ੍ਰੀ ਟ੍ਰੇਡ ਹੈ ਹਿੰਦੁਸਤਾਨ 'ਚ, ਜੀਰੀ ਕਣਕ ਨੂੰ ਛੱਡ ਦਿਓ, ਜਿਹੜੀਆਂ ਬਾਕੀ ਚੀਜ਼ਾਂ ਨੂੰ ਆਪਾਂ ਫ੍ਰੀ ਮਾਰਕੀਟ 'ਚ ਵੇਚਦੇ ਹਾਂ, ਕੀ ਆਪਾਂ ਉਹ ਐਕਸਪੋਰਟ ਕਰ ਰਹੇ ਹਾਂ ਜਾਂ ਇੰਪੋਰਟ ਕਰ ਰਹੇ ਹਾਂ? ਮੈਂ ਦੱਸ ਦਿੰਦਾ, ਮੈਂ ਇੱਕ ਸਵਾਲ ਮਤਲਬ ਇਸ ਸੈਂਟਰ ਦੀ ਸਰਕਾਰ ਨੂੰ ਕਰਦਾ ਔਰ ਟਿਕਾ ਕੇ ਕਰਦਾ ਵੀ ਭਾਈ, ਜੋ ਹਿੰਦੁਸਤਾਨ ਖਾਂਦਾ ਹੈ, ਠੀਕ ਹੈ, ਸਵਾਏ ਕਣਕ ਜਿਹਦੀ MSP ਹੈ, ਤੁਸੀਂ ਸਾਰਾ ਕੁਝ ਬਾਹਰੋਂ ਮੰਗਵਾਉਂਦੇ। ਪੰਜਾਬ ਦਾਲਾਂ ਬਾਹਰੋਂ ਮੰਗਵਾਉਂਦਾ, ਪੰਜਾਬ ਦਾਲਾਂ ਬਾਹਰੋਂ ਮੰਗਵਾਉਂਦਾ। ਇਦਾਂ ਹੀ ਇਹ ਮੇਰੇ ਖਿਆਲ 'ਚ 70% ਚੀਜ਼ਾਂ ਜਿਹੜੀਆਂ ਖਾਣ ਪੀਣ ਵਾਲੀਆਂ ਇਹ ਬਾਹਰੋਂ ਮੰਗਵਾਉਂਦੇ ਆ। ਕਿਉਂ ਮੈਂ ਠੀਕ ਕਹਿ ਰਿਹਾ ਕਾਕਾ? ਆਪਣੇ ਦੇਖੋ, ਤੇਲ 70% ਬਾਹਰੋਂ ਆਉਂਦਾ। ਆ ਮੱਕੀ ਦੀ ਗੱਲ ਕਰ ਲਓ, ਮੱਕੀ 3200 ਦੀ ਬਾਹਰੋਂ ਲਿਆਉਂਦੇ ਆ ਇਹ।
ਦੇਖੋ ਤੁਸੀਂ ਹੈਰਾਨ ਨੇ, ਤੁਹਾਨੂੰ ਕਿੰਨੇ ਦਿੰਦੇ ਆ ਭਾਈ? 600 800 600 800 1850 ਬਾਹਰੋਂ ਮੰਗਾਉਂਦੇ ਆ 3200 1850 ਦੀ MSP ਅਨਾਉਂਸ ਕਰਕੇ 600 ਤੋਂ 800 ਦੇ ਵਿੱਚ ਵਿਕਿਆ ਪੂਰਾ ਪੰਜਾਬ। ਮੇਲਾ ਸਭ ਤੋਂ ਘੱਟ 600 ਗਿਆ ਰਾਜਪੁਰਾ ਤੇ 800 900 800 900 ਇਹ ਬਾਹਰੋਂ ਮੰਗਾਈ ਇਹਨਾਂ ਨੇ ਕਿੰਨੇ ਦੀ? 3200 ਰੁਪਏ ਦੀ। ਮੈਂ ਠੀਕ ਕਰ ਪਿਛਲੀ ਰਿਹਾ ਨਾ? ਵਾਰ ਉਹ ਤੋਂ ਪਿਛਲੀ ਵਾਰ 1600 ਨੂੰ ਮੱਕੀ ਵਿਕੀ ਸੀ, ਐਰਕੀ 600 ਤੋਂ 800 ਰੁਪਏ ਵਿਕੀ। ਵੇਖੋ ਤੇ ਉਹ ਤੇ ਭਾਈ ਇਹੀ ਜੇ ਤੁਸੀਂ ਬਾਹਰੋਂ ਮੰਗਾਉਂਦੇ ਤੋਂ ਹੋ 8 ਕਿੱਲੇ ਲਾਏ ਹੋਣਗੇ ਤੇ ਉਹਦਾ ਤੇ ਕੰਮ ਤੇ ਹੋ ਗਿਆ। ਭਾਈ ਜੇ ਤੁਸੀਂ ਬਾਹਰੋਂ ਮੰਗਾਉਂਦੇ ਹੋ ਮੱਕੀ 3200 ਦੀ ਤੇ ਤੁਸੀਂ ਕਿਸਾਨ ਨੂੰ ਦੇ ਲਓ ਭਾਈ, ਉਹਨੂੰ ਕਹੋ ਬਈ ਅਗਾਹ ਅਸੀਂ ਤੁਹਾਨੂੰ MSP ਅਸੀਂ ਤੇ ਆਨੇ ਇਹਨੂੰ ਉਹ ਦੱਸਣ ਕਮਲਾ ਲਈ ਹੋਰ ਕੁਝ ਲਾਈ ਜਾ ਰਹੇ ਆ। ਫਿਰ ਨਾਲ ਦੇ ਦੇਣ ਤੇ ਕਣਕ ਮਕਈ ਮਕਈ ਸਾਰੀਆਂ ਚੀਜ਼ਾਂ ਵਾਧੂ ਕਰ ਦੂ ਕਿਸਾਨ। ਮੇਰੀ ਗੱਲ ਨੂੰ ਸੁਣੋ ਨਾ, ਹੁਣ ਇਹ WTO ਇਹ ਹਵਾਈ ਕਿਲੇ ਬਣਾਉਂਦੇ ਆ, ਦਰਸ਼ਨੀ ਹੈ ਇਹ। ਕੋਈ ਮਤਲਬ ਕੋਈ ਰੇਸ ਜਿਤਾਉਣ ਵਾਲੇ ਘੋੜੇ ਥੋੜਾ ਨੇ, ਮਤਲਬ ਜਿਹੜੀ ਆ ਇਹ ਕੋਈ ਅਰਬੀ ਘੋੜੇ ਥੋੜਾ ਨੇ। ਅਰਬੀ ਘੋੜਾ ਤੇ ਜੇ ਕਮਜ਼ੋਰ ਵੀ ਹੋ ਜਾਏ ਖੋਤਿਆਂ ਦੇ ਅਸਤਬਲ ਨਾਲ ਤਕੜਾ ਹੁੰਦਾ। ਕਿਉਂ ਬਾਪੂ ਯਾਰ ਸਹੀ ਕਿ ਨਹੀਂ? ਬਾਪੂ ਗਿਆ ਟੀਮ ਭੁੱਖੀ ਦੀ ਕਹਾਣੀ ਇਹਨਾਂ ਨੇ ਕੰਮ ਕੀਤੀ। ਮੈਂ ਤੁਹਾਨੂੰ ਦੱਸਦਾ, ਚੱਲ ਨਾ ਬਾਪੂ ਇਹ ਫਿਰ ਆ ਕੰਪੀਟੀਸ਼ਨ ਜਾ ਪ੍ਰਾਪਰਟੀ ਹੋ ਜਾਣੀ ਪੰਜਾਬ ਨੇ ਤੇ ਬੜਾ ਤਾਂ ਨਿਕਲ ਜਾਣਾ ਹੈ। ਇਸੇ ਕਰਕੇ ਨਹੀਂ ਫੀਮ ਭੁੱਖੀ ਦੀ ਇਹਨਾਂ ਨੇ ਕੰਮ ਕੀਤੀ। ਤੁਸੀਂ ਇਹ ਆ ਸਹੀ ਗੱਲ ਕਹੀ ਜੀ ਵਾਹ ਸਹੀ ਗੱਲ ਕਹੀ, ਉਹ ਸਟੋਰ ਵੀ ਕਰ ਸਕਦੀ ਨਾ। ਆਪਾਂ ਕਾਨੂੰ ਉਧਰ ਨੂੰ ਜਾਣਾ ਕਰਵਾਉਂਗੇ ਮੇਰੇ ਮਿੱਤਰੋ। ਆਪਾਂ WTO ਤੇ ਆਈਏ। ਦਰਸ਼ਨੀ ਘੋੜੇ ਜਿਹੜੇ ਹਵਾਈ ਖਾਬ ਦਿਖਾਉਂਦੇ ਆ ਨਾ, ਉੱਚੇ ਉੱਚੇ ਖਾਬ ਦਿਖਾਉਂਦੇ, ਗੱਲਾਂ ਚ ਸਾਰਦੇ ਆ। ਇਹਨਾਂ ਦੇ ਪੱਲੇ ਹੱਲੇ ਕੁਛ ਨਹੀਂ। ਦਰਸ਼ਨੀ ਨੇ ਜਿਵੇਂ ਕਾਠ ਦੀ ਤਲਵਾਰ ਕੱਟਦੀ ਨਹੀਂ, ਉਹ ਇੱਕ ਬੰਦਾ ਲਈ ਜਾਂਦਾ ਸੀ। ਹੁਣ ਆਪਣੇ ਪਿੰਡਾਂ ਦੇ ਵਿੱਚ ਪੁੱਛਦੇ ਹੀ ਆ ਵੀ ਇਹਦੇ ਅੱਗੇ ਕੀ ਹੈ, ਗਊ ਲਈ ਜਾਂਦਾ ਸੀ ਵੀ ਉਹ ਬੱਚਾ ਹੈ ਬੱਚੀ ਹੈ ਕੀ। ਉਹ ਕਹਿੰਦਾ ਇਹਦੇ ਅੱਗੇ ਕੀ ਹੈ, ਕਹਿੰਦਾ ਘੰਟੀ। ਘੰਟੀ ਉਹਨੇ ਸਮਝ ਨਹੀਂ ਆਈ, ਕੋਈ ਗੱਲ ਨਹੀਂ। ਉਹ ਕਹਿੰਦਾ ਫਿਰ ਬਾਪੂ ਇਹਦੇ ਪਿੱਛੇ ਕੀ ਹੈ? ਉਹਨੇ ਕਿਹਾ ਬੱਚਾ ਬੱਚੀ। ਕਹਿੰਦਾ ਪਿੱਛੇ ਪੂੰਛ ਹੈ। ਉਹ ਕਹਿੰਦਾ ਪਤੰਦਰਾ ਦੁੱਧ ਕਿੰਨਾ ਦਿੰਦੀ ਹੈ? ਕਹਿੰਦਾ ਦੁੱਧ ਨਹੀਂ ਦਿੰਦੀ, ਇਹ ਤਾਂ ਦਰਸ਼ਨ ਦਿੰਦੀ। ਕਿਉਂ ਪਾ ਫਿਰ ਜੱਫੀ ਅੱਗੇ ਅੱਗੇ ਮਾਰਿਆ ਗੋਲਾ ਸਿੱਧਾ। ਇਹ ਦਰਸ਼ਨ ਦਿੰਦੇ ਆ। ਪੰਜਾ ਮਾਰਿਆ ਇਹ ਦਰਸ਼ਨ ਦਿੰਦੇ ਆ। ਮੇਰੀ ਗੱਲ ਨੂੰ ਸੁਣੋ, ਇਹ ਮਤਲਬ ਦਰਸ਼ਨੀ ਗੱਲਾਂ ਨੇ। ਕੋਈ ਪਾਏਦਾਰ ਗੱਲ ਹੋਵੇ ਤੇ ਆਪਾਂ ਉਹਨੂੰ ਨੇਪਰੇ ਚਾੜੀਏ ਹੈ, ਕੋਈ ਕਿਸੇ ਪਾਸਿਓਂ ਵੀ। ਇਸ ਕਰਕੇ ਮੈਂ ਇਹ ਗੱਲ ਦਾ ਯਕੀਨ ਰੱਖਦਾ ਕਿ ਇਹ ਤੁਹਾਡੇ ਉੱਤੇ ਹੈ। ਮੈਂ ਕਿਉਂ ਇੱਥੇ ਆ ਕੇ ਤੁਹਾਡੇ ਨਾਲ ਗੱਲਾਂ ਮਾਰਦਾ, ਕਿਉਂਕਿ ਮੈਨੂੰ ਦਿਖਦਾ ਹੈ ਕਿ ਪੰਜਾਬੀਆਂ ਦੇ ਵਿੱਚ ਅਲਖ ਜਾਗੀ ਨਾ ਜਦੋਂ, ਤੇ ਉਹ ਫਿਰ ਦਿਖਦੇ। ਇਹ ਤੇ ਕੌਮ ਹੀ ਐਸੀ ਹੈ ਕਿ ਦੁਨੀਆ ਲਈ ਜੀ ਹੈ, ਅਮਨ ਦੇ ਗੀਤ ਗਾਉਂਦੀ ਹੈ ਲੇਕਿਨ ਜ਼ੁਲਮ ਨਹੀਂ ਸਹਿੰਦੀ। ਦੇਖੋ ਮੁਸਤਫਾ ਕਮਾਲ ਹੁੰਦਾ ਸੀਗਾ ਤੁਰਕੀ ਦਾ ਜਰਨੈਲ, ਜਦੋਂ ਗੋਰਿਆਂ ਨੇ ਨਾ ਤੁਰਕੀ ਦੇ ਉੱਤੇ ਕਬਜ਼ਾ ਕੀਤਾ, ਉਹ ਗੈਲੀਪੋਲੀ ਬੇਸਨ ਸੀ ਇੱਕ, ਗੈਲੀਪੋਲੀ ਬੇਸਨ ਤੇ ਉਹਨਾਂ ਨੇ 50 ਵਾਰ ਅਟੈਕ ਕੀਤਾ, ਬਾਕੀ ਸਾਰਾ ਤੁਰਕੀ ਜਿੱਤ ਲਿਆ। ਉਹਨਾਂ 50 ਵਾਰ ਅਟੈਕ ਕੀਤਾ, ਉੱਥੇ ਉਹਨਾਂ ਦਾ ਜਰਨੈਲ ਸੀ ਮੁਸਤਫਾ, ਉਹ ਇੱਕ ਵਾਰ ਨਹੀਂ ਜਿੱਤ ਸਕੇ। ਗੱਲ ਕਾਰਨ ਉਹ ਅਲਖ ਜਗਾਉਂਦਾ, ਉਹ ਖੋਚੇ तुम्हारे बाप दादे ये थे, वो चे तुम्हारा ये था। ਉਹ ਮੈਂ ਕਹਿੰਦਾ ਪਠਾਨ ਦੇ ਸਿੱਖਾਂ 'ਚ ਤੇ ਉਹਦੇ ਨਾਲੋਂ ਲੱਖਾਂ ਗੁਣੇ ਜ਼ਿਆਦਾ ਅਲਖ ਹੈ। ਜੇ ਭਾਜੀ ਸਾਡਾ ਇਤਿਹਾਸ, ਸਾਡੀ ਕੌਮ, ਸਾਡੇ ਬਲਿਦਾਨ ਇਹਨੇ ਜਿੱਤਣ ਜੋਗੇ ਹੁੰਦੇ ਤੇ ਸਾਡੇ ਛੋਟੇ ਸਾਹਿਬਜ਼ਾਦਿਆਂ ਦੇ ਉਹਨਾਂ ਨੂੰ ਨਾ। ਦੇਖੋ ਮੇਰੀ ਗੱਲ ਨੂੰ ਸੁਣੋ, ਉਹਨਾਂ ਦੀ ਸੇਧ ਲੈਨੇ ਆ। ਜੇ ਉਹ 7 ਸਾਲ 9 ਸਾਲ ਉਹਦੀ ਸਾਰੀ ਦੇਖੋ ਅੱਜ ਪੋਲਿਟਿਕਸ ਗੰਦੀ ਕਿਉਂ ਹੋ ਗਈ? ਕਿਉਂਕਿ ਧੰਦੇ ਬਣ ਗਏ ਹੈ। ਉਹ ਜੀਏ ਸਮਾਜ ਲਈ। ਉਹਨਾਂ ਨੇ ਦੇਖੋ ਗੁਰੂ ਸਾਹਿਬ ਨੇ ਕੀ ਕਿਹਾ, ਜਦੋਂ ਚਾਰੇ ਸਾਹਿਬਜ਼ਾਦੇ ਸ਼ਹਾਦਤ ਪਾ ਗਏ ਤੇ ਉਹਨਾਂ ਨੂੰ ਕਿਸੇ ਨੇ ਆ ਕੇ ਅੱਖ 'ਚ ਹੰਝੂ ਨਹੀਂ ਆਇਆ ਕਿ ਇਹਨ ਸੁਤਰਨ ਕੇ ਸੀਸ ਪਰ ਵਾਰ ਦੀਏ ਸਤਿਕਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ। ਤੇ ਉਹਦੀ ਧਰਤੀ ਬਰਬਾਦ ਹੋਣ ਦੇਾਂਗੇ? ਸਵਾਲ ਪੈਦਾ ਨਹੀਂ ਹੁੰਦਾ ਮਿੱਤਰ ਪਿਆਰਿਓ। ਸਵਾਲ ਪੈਦਾ ਕਈ ਵਾਰ ਬਾਹਰਲੇ ਵੀਰ ਇਹ ਕਹਿੰਦੇ ਆ ਵੀ ਅਸੀਂ ਇੱਥੋਂ ਸਾਰੇ ਉਧਰ ਨੂੰ ਚਲੇ ਜਾਣਾ, ਪਰ ਦੇਖੋ ਕੋਈ ਦਰਬਾਰ ਸਾਹਿਬ ਥੋੜਾ ਲੈ ਜੀ। ਨਹੀਂ ਆਦੀ ਅਨੰਤ ਅਸੀਂ ਉੱਥੋਂ ਸੇਧ ਲੈਨੇ ਆ। ਕੋਈ ਮਤਲਬ ਇਸ ਕਰਕੇ ਇਹ ਗੈਰਤ ਜਾਗਣੀ ਚਾਹੀਦੀ ਹੈ ਯਾਰ, ਇਹ ਅਲਖ ਜਾਗਣੀ ਚਾਹੀਦੀ ਹੈ। ਤੁਹਾਡੇ ਵਰਗੇ ਚਾਰ ਬਾਪੂ ਵਰਗੇ ਚਾਰ ਕਹਾਣੀਆਂ ਸੁਣਾਉਣ ਵਾਲੇ ਦੱਸੋ ਜੀ, ਆਪਣੀ ਹਿਸਟਰੀ ਜਿਹੜੀ ਆ ਉਹ ਨਹੀਂ ਸਾਹਮਣੇ ਆਉਣ ਦਿੰਦੇ। ਦੇਖੋ ਸਿੱਖ ਹਿਸਟਰੀ ਸਭ ਤੋਂ ਟੌਪ ਦੀ ਲੜਾਈ ਜਿਹੜੀ ਸਾਰਾਗੜੀ ਦੀ ਹੈ, ਜਿਹੜੀ ਅਫਗਾਨੀਆਂ ਨੂੰ ਉਹਨਾਂ ਪਤਾ ਜੀ, ਮੈਨੂੰ ਪਤਾ ਉਹ ਵੀ ਨਹੀਂ ਅੱਗੇ ਆਉਣ ਦਿੰਦੇ। ਅਮਰੀਕਾ ਫੇਲ ਹੋ ਗਿਆ, ਰਸ਼ੀਆ ਫੇਲ ਹੋ ਗਿਆ, ਅਫਗਾਨਿਸਤਾਨ ਤੇ ਰਾਜ ਕੀਤਾ ਸਿੱਖਾਂ ਨੇ। ਹਰੀ ਸਿੰਘ ਨਲੂਏ ਦੀ ਕਹਾਣੀ ਅੱਗੇ ਨਹੀਂ ਆਉਣ ਦਿੰਦੇ, ਸ਼ਾਮ ਸੋਟਾਰੀ ਉਹਨਾਂ ਦੀ ਆਉਂਦੇ। ਸਿੱਖ ਰਾਜ ਦੀ ਤੇ ਹਿਸਟਰੀ ਖਤਮ ਕਰਨ ਡਿਆ। ਬੱਚਿਆਂ ਨੂੰ ਪਤਾ ਲੱਗੂ ਫੇਰ ਹੀ ਉਹ ਚੀਜ਼ ਅੱਗੇ ਇਹ ਸਾਡੀ ਹਿਸਟਰੀ ਅੱਗੇ ਆ ਜਾਏ ਤੇ ਸਾਡਾ ਸਾਰੇ ਇੰਡੀਆ ਦੇ ਹੀ ਰਾਜ ਹੋ। ਪਰ ਜਿਹੜਾ ਤੁਸੀਂ ਇਹ ਮੋਰਚਾ ਦਿੱਲੀ ਬੰਨਿਆ ਨਾ, ਇਹਨੇ ਆਪਣੇ ਯੁਵਾ ਦੀ, ਆਪਣੇ ਯੂਥ ਦੀ ਪੂਰੀ ਇਮੇਜ ਬਦਲਤੀ। ਦੂਜੀ ਗੱਲ, ਮੈਂ ਉੱਥੇ ਕਿਸੇ ਨਾਲ ਗੱਲ ਕਰ ਰਿਹਾ ਸੀ ਬੇਟਾ, ਤੇ ਉਹ ਕਹਿੰਦਾ ਜੀ ਜਦੋਂ ਉਹਨਾਂ ਨੇ ਉੱਥੇ ਆ ਕੇ ਲੋਕੀ ਬੈਠੇ, ਲੋਕੀ ਘਬਰਾ ਗਏ ਵੀ ਇੰਨੇ ਬੰਦੇ ਵੀ ਸਾਡੀਆਂ ਕੁੜੀਆਂ ਲੰਘਦੀਆਂ ਹੋਰ ਇਹ ਕੀ ਬਣੂਗਾ।
ਤੇ ਉਹਨਾਂ ਨੇ ਜਾ ਕੇ ਫਾਰਮੈਲਿਟੀ ਕਰਕੇ ਪੁੱਛਿਆ ਵੀ ਤੁਹਾਡੀ ਸੇਵਾ ਕਰੀਏ, ਕਹਿੰਦੇ ਸੇਵਾ ਤੁਸੀਂ ਨਹੀਂ ਕਰਨੀ, ਸੇਵਾ ਅਸੀਂ ਕਰਨੀ ਹੈ। ਦੇਖੋ ਸੇਵਾ ਅਸੀਂ ਕਰਨੀ ਹੈ, ਰੋਟੀ ਰਾਟੀ ਤੁਸੀਂ ਸਾਡੇ ਤੋਂ ਖਾਣੀ ਹੈ। ਜਦੋਂ ਕੋਈ ਕੁੜੀ ਧੀ ਪੈਣ ਲੱਗੇ ਤੇ ਉਹ ਕਹੇ ਪਹਿਲਾਂ ਤੇ ਮੈਨੂੰ ਮਵਾਲੀ ਚਾਰ ਛੇੜ ਦਿੰਦੇ ਸੀ ਤੇ ਹੁਣ ਤੇ ਕੋਈ ਜ਼ਰੂਰਤ ਨਹੀਂ ਕਰਦਾ। ਮੈਂ ਕਿਹਾ ਪੂਰਾ ਮਤਲਬ ਸਾਰਾ ਮਾਹੌਲ ਬਦਲਿਆ ਪਿਆ ਹੈ। ਇਹ ਸਿੱਖ ਕੌਮ ਦਾ ਕਿਰਦਾਰ ਹੈ। ਇਹ ਕਿਰਦਾਰ ਮੁੱਕੇ ਭਾਜੀ, ਇਹ ਕਿਰਦਾਰ ਖਤਮ ਹੋ ਗਏ। ਕਿਰਦਾਰ ਖਤਮ ਹੋਏ ਤੇ ਵਿਸ਼ਵਾਸ ਖਤਮ ਹੋ ਗਏ। ਗੱਲ ਸਮਝੋ, ਇਸ ਕਰਕੇ ਅਲਖ ਜਗਾਉਣੀ ਇਹਦੇ ਪੈਣੀ। ਵਿੱਚ ਜਿਹੜਾ ਨਾ ਜਿਹੜਾ ਹੁਣ ਇਸ ਅੰਦੋਲਨ ਨਾਲ ਆਪਣੀ ਲੜਾਈਆਂ ਇਹਨਾਂ ਜਿਹੜੀ ਹੈ ਨਾ ਦੀਆਂ ਬੜੀ ਉਹ ਵੀ ਆਪ ਬਦਲੀਆਂ ਮੈਂ ਕਿਹਾ ਆਪ ਮੇਰਾ ਤੁਹਾਨੂੰ ਅੱਜ ਦੱਸਤਾ, ਇਹ ਕਿਸਾਨਾਂ ਨੇ ਝੰਡਾ ਜਿਹੜਾ ਗੱਡਤਾ ਪਵਿੱਤਰ ਸੰਘਰਸ਼ ਇਹ ਜ਼ੋਰ ਲਾ ਲੈਣ। ਇਹ ਸਾਰਾ ਉਹਦਾ ਕੀ ਗੱਲ ਆ ਹੁਣ ਜਿਸ ਤਰ੍ਹਾਂ ਉਹ ਸ਼ਰਮ ਦੇ ਮਾਰੇ ਬਿਆਨ ਨਹੀਂ ਦੇਣ ਬਾਕੀ ਪੱਲੇ ਕੱਖ ਨਹੀਂ ਰਿਹਾ ਮਾਰੇ ਪੂਰੀ ਦਾ ਬਾਕੀ ਜਿੰਨੀਆਂ ਉਹਨਾਂ ਹੁਣ ਇਹ ਘੋੜੇ ਵਾਲੀ ਗੱਲ ਹੋ ਗਈ। ਉਹ ਕਹੇ ਚੌਧਰੀ ਦਾ ਨਾਮ ਘੋੜਾ ਫਾਡੀ ਆਉਂਦਾ ਸੀ ਹੈ, ਚੌਧਰੀ ਦਾ ਘੋੜਾ ਫਾਡੀ ਆਉਂਦਾ ਬਾਪੂ। ਲੈ ਹੁਣ ਮੈਂ ਬਾਦਸ਼ਾਹ ਮਾਰਨ ਲੱਗਾ, ਉਹ ਘੋੜਾ ਫਾਡੀ ਆਉਂਦਾ, ਘੋੜੇ ਦੀਆਂ ਰੇਸਾਂ ਹੁਣ। ਅੱਛਾ ਚੌਧਰੀ ਦੇਖੇ ਵੀ ਉਹਦਾ ਘੋੜਾ ਟਿਚਕ ਪਿੱਛੇ ਸਾਰੇ ਪੁੱਛਣ ਚੌਧਰੀ ਸਾਹਿਬ ਤੁਹਾਡਾ ਘੋੜਾ ਕਿਹੜਾ? ਚੌਧਰੀ ਪੂਰਾ ਸਜਿਆ ਤਜਿਆ ਹੈ 6 ਫੁੱਟ 2। ਉਹਨਾਂ ਸੋਚਿਆ ਘੋੜਾ ਬੜਾ ਤਕੜਾ ਹੋਊ। ਚੌਧਰੀ ਸਾਹਿਬ ਤੁਹਾਡਾ ਘੋੜਾ ਕਿਹੜਾ? ਉਹ ਬੋਲੀ ਨਾ ਉਹ ਘੋੜਾ ਪਿੱਛੇ ਆ ਟਿਚਕ। ਉਹਨੇ ਕਿਹਾ ਸ਼ਾਇਦ ਹੁਣ ਲੰਗੂ। ਜਦੋਂ ਆਖਰੀ ਆਇਆ ਨਾ ਉਹ ਬਿਲਕੁਲ ਹੀ ਫਾਡੀ ਹੋ ਗਿਆ, ਸਾਹੋਂ ਸਾਹੀ ਹੋ ਗਿਆ। ਚੌਧਰੀ ਨੇ ਕਿਹਾ ਹੁਣ ਕੀ ਕਰੀਏ ਪਤੰਤਰਾ? ਉਹ ਕਹਿੰਦੇ ਚੌਧਰੀ ਸਾਹਿਬ ਤੁਹਾਡਾ ਘੋੜਾ ਕਿਹਾ? ਕਹਿੰਦਾ ਮੇਰਾ ਘੋੜਾ ਉਹ ਹੈ ਜਿਹਨੇ ਸਾਰੇ ਅੱਗੇ ਲਾਏ ਮੈਂ ਵੀ ਮਾਰੀਆ ਮਿੱਤਰਾ, ਹੁਣ ਕਾਸੇ ਵੀ ਮਾਰੇ। ਚਲੋ ਬਹੁਤ ਵਧੀਆ ਨਹੀਂ ਇਹ ਤਾਂ ਗੱਲ ਵੇਖੋ ਜੀ ਇੱਕ ਵੀ ਚੱਲਦੀ ਰਹਿੰਦੀ ਆ। ਗੱਲ ਇਸ ਤਰ੍ਹਾਂ ਉਹ ਮਾਦਾ ਬਿਆਨ ਸੁਣ ਡਿਆ ਹਾਂ। ਇੱਕ ਮਿੰਟ ਵੀਰ ਜੀ, ਚਲੋ ਤੁਸੀਂ ਗੱਲ ਉਹ ਕਿਉਂ ਮੁੜ ਕੇ ਮੇਰਾ ਯੱਕਾ ਹੀ ਲੱਗਦੇ ਪਰਾਂ ਚੱਲ ਜੇ। ਓਏ ਜਿਹਦੇ ਕੋ ਬਾਪੂ ਜਿਹਦੇ ਕੋ ਤਿੰਨ, ਤੇਰੇ ਕੋ ਇੱਕ ਯੱਕਾ ਪਰ ਤਿੰਨ ਮੇਰੇ ਕੋਲੇ ਸੁੱਡੇ ਪਾਏ, ਮੈਂ ਟੱਕਦੇ ਲਾ ਦੇ ਕਿੰਨਾ ਵੇਰਨਾ ਹੀ ਆ। ਜਿਸ ਤਰ੍ਹਾਂ ਰੋਟੀ ਦੇਣ ਆਈ ਨਾ ਮਾਤਾ ਦਿਵਾਡੀ ਕਰਨ ਡਿਆ ਸੀ, ਹਾਂ ਉਹ ਮੁੰਡਾ ਛੋਟੀ ਜੀ ਬਰਾਤ ਲੈ ਕੇ ਤੇ ਉਹਦਾ ਗਾਂ ਤੁਰਿਆ ਜਾਵੇ ਤੇ ਉਹ ਨਾ ਵੇਖ ਨਾ ਮੇਰਾ ਪੁੱਤ ਸਾਰਿਆਂ ਨੂੰ ਖਿੱਚੀ ਆਉਂਦਾ। ਜਿਹੜੇ ਮਗਰਲੇ ਲੇਟ ਸੀ ਜਿੰਨਾ ਚੌੜਾ ਥਾਂ ਵੱਢ ਕੇ ਆਉਣਾ ਸੀ, ਤੇ ਜਦੋਂ ਸ਼ਾਮੀ ਆਈ ਤੇ ਉਹ ਥੱਕਿਆ ਪਿਛੇ ਤੇ ਉਹ ਫੇਰ ਆ ਕੇ ਉਹਨੂੰ ਸ਼ਾਬਾਸ਼ ਦਿੱਤੀ। ਆਂਦੀ ਪੁੱਤ ਮੇਰਾ ਵੇਲਾ ਸਾਰਿਆਂ ਨੂੰ ਅੱਗੇ ਲਾਈ ਫਿਰਦਾ। ਉਹੀ ਕੰਮ ਹੈ। ਚਲੋ ਹੋਰ ਕੁਝ ਰਹਿ ਗਿਆ? ਮੈਂ ਸੋਚ ਰਿਹਾ ਸੀ ਜਿਹੜੀ ਤੁਸੀਂ ਗੱਲ ਤੋਂ ਸ਼ੁਰੂਆਤ ਕੀਤੀ ਨਾ, ਅਸਲ ਗੱਲ ਉਹੀ ਹੈ ਕਿ ਜਿਹੜਾ ਹੁਣ ਵੀ ਜੋ ਇਹ ਸ਼ਹਿਰੀ ਅੰਦੋਲਨ ਚੱਲ ਰਿਹਾ ਸੀ, ਜੋ ਸ਼ਹਿਰ 'ਚ ਗੱਲਾਂ ਚੱਲ ਰਹੀਆਂ ਸੀ, ਜੋ ਪੜ੍ਹੇ ਲਿਖੇ ਲੋਕ ਕਹਿੰਦੇ ਸੀ ਵੀ ਇਹ ਡਿਕਟੇਟਰਸ਼ਿਪ ਹੈ ਜੀ, ਇਹ ਗਲਤ ਹੈ ਜੀ, ਇਹ ਮਾੜਾ ਹੋ ਰਿਹਾ ਜੀ। ਜਿਵੇਂ ਆਜ਼ਾਦੀ ਵੇਲੇ ਵੀ ਐਂ ਸੀ ਨਾ, ਹੁਣ ਵੀ ਉਹੀ ਹੈ। ਜਦੋਂ ਆਜ਼ਾਦੀ ਦੇ ਝੰਡੇ 'ਚ ਡੰਡਾ ਲਾਇਆ ਕਿਸਾਨ ਨੇ ਤੇ ਉਹ ਅੰਦੋਲਨ ਜਿੱਤਿਆ ਸੀ। ਹੁਣ ਡੰਡਾ ਹੀ ਵੇਖੋ ਨਾ, ਹੁਣ ਉਹਨਾਂ ਐਡੇ ਮੋਟੇ ਲਾ ਕੇ ਕਿਸਾਨ ਨੇ ਡੰਡਾ ਲਾਇਆ, ਇਹ ਅਸਲ ਗੱਲ ਹੋਈ। ਇਹ ਡੰਡਾ ਲਾਈ ਬੈਠੇ ਨੇ ਹੁਣ ਸਾਰੇ। ਮੈਂ ਕਿਹਾ ਤੂੰ ਦੇਖ ਰਿਹਾ, ਇਹ ਡੰਡਾ ਨਹੀਂ, ਇਹ ਖੁੰਡਾ ਹੈ ਕਾਕਾ, ਖੁੰਡਾ। ਦੇਖਿਆ ਤੂੰ? ਇਹ ਸਾਰਾ ਹੁਣ ਡੰਡੇ ਐਡੇ ਐਡੇ ਮੋਟੇ ਕਰਤੇ, ਝੰਡਿਆਂ ਦੇ ਅੱਗੇ ਐਡੇ ਐਡੇ ਸੀ ਨਾ, ਹੁਣ ਐਡੇ ਐਡੇ ਕਰਤੇ ਨੇ, ਪਤਾ ਫੇਰਨਾ ਪੈਣਾ। ਉਹ ਮਿੱਤਰਾ ਤੁਸੀਂ ਰਹਿਣ ਦਿਓ, ਤੁਸੀਂ ਇਹਨੂੰ ਪਵਿੱਤਰ ਸੰਘਰਸ਼ ਰਹਿਣ ਦਿਓ, ਨੌਨ ਵਾਇਲੈਂਟ ਰਹਿਣ ਦਿਓ। ਕਦੇ ਦੇਖੀ ਕਿਤੇ ਉਧਰ ਨੂੰ ਤੁਰ ਜੇ ਛੋਟਿਆਂ ਵੱਲ। ਛੋਟਾ ਜਿਹਾ ਮੈਂ ਟਾਰਾ ਆਜੇ ਨਾ ਮਟਾਮਣਾ ਝੰਡੇ ਦਾ ਭਾਜੀ। ਬਿਆਨ ਸੁਣ ਡਿਆ ਹਾਂ। ਆਇਆ ਫੇਸਬੁੱਕ ਤੇ ਵੀ ਮਤਲਬ ਦੁੱਧ ਤੇ ਜਿਹੜੀ ਆ ਵੇਰਕਾ MSP ਦਿੰਦਾ ਹਨਾ, ਤੇ ਅੱਜ ਕੱਲ ਕੀ ਹੁੰਦਾ, ਹੁਣ ਵੇਰਕੇ ਦਾ 62 ਰੁਪਏ ਭਾਅ ਹੈ ਤੇ ਸਿਫਤੀ ਵਾਲੇ ਕੀ ਲੈਣ ਦੇ ਆ 30 ਰੁਪਏ। ਉਹ ਕਿੱਡਾ ਧੱਕਾ ਹੁੰਦਾ, ਉਹਦਾ ਕੀ ਬਣਨਾ? ਆਹੀ ਧੱਕਾ ਇੱਧਰ ਹੋਣ ਦੇ। ਵੇਖ ਲੈ, ਉਹ ਜੇ ਵੇਰਕੇ ਪਹੁੰਚ ਜਾਂਦੇ ਉਹ ਖਾਤਾ ਨਹੀਂ ਖੋਲਦਾ। ਦੇਖੋ ਸਰਕਾਰਾਂ ਜਿਹੜੀਆਂ ਨੇ ਨਾ ਮਾਂ ਪਿਓ ਵਰਗੀਆਂ ਹੁੰਦੀਆਂ, ਜਦੋਂ ਸਰਕਾਰਾਂ ਪਾਲਿਸੀ ਬਣਾ ਕੇ ਉਹਨੂੰ ਐਗਜ਼ੀਕਿਊਟ ਕਰਦੀਆਂ ਨੇ ਨਾ, ਧਰਤੀ ਦੇ ਉੱਤੇ ਲੈ ਕੇ ਆਉਂਦੀਆਂ ਨੇ ਤੇ ਲੋਕ ਜੈ ਜੈਕਾਰ ਕਰਦੇ। ਜਦੋਂ ਸਰਕਾਰਾਂ ਗਰੀਬ ਨੂੰ ਭੁੱਲ ਜਾਂਦੀਆਂ ਨੇ ਤੇ ਚੰਦ ਅਮੀਰ ਦੇ ਪਾਵੇ ਨਾਲ ਬੰਨੀਆਂ ਜਾਂਦੀਆਂ ਨੇ, ਤੇ ਫਿਰ ਇਹ ਸਵਾਲ ਉੱਠਦੇ ਛੋਟੇ ਪਰ। ਮੇਰੀ ਗੱਲ ਨੂੰ ਸੁਣ ਲੈ। ਅੱਛਾ ਦੇਖੋ ਵੇਰਕੇ ਵਾਲੀ ਗੱਲ ਮੈਂ ਕਿਉਂ ਕਰਦਾ, ਉਹ ਕੋਆਪਰੇਟਿਵਾਂ ਦੀ ਗੱਲ ਕਰਦਾ। ਕੋਆਪਰੇਟਿਵ ਕੀ, ਹੁਣ ਜੇ ਤੁਸੀਂ ਖਿੰਡੇ ਹੋਏ ਹੁੰਦੇ, ਜੇ ਇਹ ਜਿਹੜੀਆਂ ਯੂਨੀਅਨਾਂ ਨੇ ਇਹ ਖਿੰਡੀਆਂ ਹੋਈਆਂ ਹੁੰਦੀਆਂ, ਤੁਹਾਡਾ ਦਬਾਅ ਨਾ ਹੁੰਦਾ, ਤੁਹਾਡਾ ਪਿਆਰ ਨਾ ਹੁੰਦਾ, ਮੁਹੱਬਤ ਨਾ ਹੁੰਦੀ, ਤੇ ਤੋੜ ਦਿੰਦੇ। ਅੱਜ ਵੀ ਕੋਸ਼ਿਸ਼ ਕਰਦੇ ਕਿ ਨਹੀਂ ਕਰਦੇ? ਕਦੇ ਕੁਛ ਕਹਿੰਦੇ, ਕਦੇ ਅੱਤਵਾਦੀ ਕਹਿੰਦੇ, ਕਦੇ ਕੁਛ ਕਹਿੰਦੇ, ਕਦੇ ਕੁਛ ਕਹਿੰਦੇ। ਇਹ ਤੁਸੀਂ ਇਕੱਠੇ ਹੋ ਹਿਲਾ ਸਕੇ? 100 ਮਣ ਦੁੱਧ 'ਚ ਖੱਟਾ ਪਾਣ ਦੀ ਕੋਈ ਕੀਤੀ ਪਾ ਸਕੇ? ਮੈਨੂੰ ਦੱਸੋ, ਪਾ ਸਕੇ? ਜੇ ਤੁਸੀਂ ਇਕੱਠੇ ਹੋ ਔਰ ਤੁਸੀਂ ਕਹੋ ਯਾਰ ਇਕੱਠੇ ਹੋ ਕੇ ਅਸੀਂ ਰੇਟ ਫਿਕਸ ਕਰਾਂਗੇ, ਤੇ 2 ਏਕੜ ਵਾਲੇ ਨੂੰ ਵੀ ਉਹੀ ਰੇਟ ਮਿਲੂਗਾ ਵੇਰਕੇ ਵਾਂਗ, ਤੇ ਦੂਜਿਆਂ ਨੂੰ ਵੀ। ਇਹ ਵੀ ਅਮੂਲ ਦੇ ਵਿੱਚ ਹੁੰਦਾ, ਅਮੂਲ ਨੂੰ ਪਤੀੜਾਂ ਪਾਈਆਂ ਪਈਆਂ ਸੀ ਵੇਰਕੇ ਨੇ। ਗੱਲ ਨੂੰ ਸਮਝੋ। ਇਹ ਤੁਸੀਂ ਕੋਆਪਰੇਟਿਵ ਜਿੱਦਣ ਬਣਾਓਗੇ, ਛੋਟੇ ਫਾਰਮਰ ਦਾ ਮਾਡਲ ਬਣਾਓਗੇ, ਇਹ ਤੁਹਾਡੇ ਦਬਾਅ ਨਾਲ ਬਣਨਾ। ਅਸੀਂ ਤੇ ਜ਼ੋਰ ਲਾ ਲੇ, ਬੰਦ ਕਮਰਿਆਂ 'ਚ ਵੀ ਜ਼ੋਰ ਲਾ ਲੇ, ਹੋਰ ਥਾਵਾਂ ਤੇ ਵੀ ਜ਼ੋਰ ਲਾ ਲੇ। ਇਹ ਕ੍ਰਾਂਤੀ ਆਈ ਖੜੀ ਹੈ ਔਰ ਇਹ ਜਿੱਤ ਦੇ ਉੱਤੇ ਪੰਜਾਬ ਦਾ ਭਵਿੱਖ ਨਿਰਭਰ ਹੈ ਮਿੱਤਰੋ।
ਇਸ ਕਰਕੇ ਇਹ ਆ ਨਾ ਵੀ ਉਹ ਜਿਹੜਾ ਨਿੱਕਾ ਕਿਸਾਨ ਆ, ਮਤਲਬ ਦੁੱਧ ਲੈ ਕੇ ਸ਼ਹਿਰ ਜਾਂਦਾ, ਇਹ ਉਹਨਾਂ ਨੂੰ ਵੇਰਕਾ ਮੂਲ ਤੇ ਕੱਢਣਾ ਚਾਹੁਣ ਡਿਆ, ਉਹ ਕਿੱਧਰ ਜਾਊਗਾ? ਬਿਲਕੁਲ ਠੀਕ ਗੱਲ ਹੈ, ਇਹ ਇਸੇ ਕਰਕੇ ਤੇ ਮਰ ਰਹੇ ਆ ਸਾਰੇ। ਇਸ ਕਰਕੇ ਆਜ਼ਾਦੀ ਲੜਾਈ ਹੁਣ ਜਿੱਤਣ ਉਹਦੇ ਤੋਂ ਬਾਅਦ ਦੁਬਾਰਾ ਪੈਕਟਰ ਸੰਘਰਸ਼ ਆਟਾ ਲੜ ਰਹੇ ਮਿਲਣਾ ਹਾਂ। ਚਾਹੀਦਾ ਤੇ ਜਿਹੜਾ ਕੋ 10 ਕਿਲੋ ਖੜਦਾ ਸ਼ਹਿਰ ਉਹ ਬੰਦ ਹੋਣਾ ਚਾਹੀਦਾ। ਮਿੱਤਰ ਪਿਆਰੇ, ਇਹੀ ਤੇ ਸੰਘਰਸ਼ ਹੈ, ਹੋਰ ਕਾਹਦਾ ਸੰਘਰਸ਼ ਹੈ? ਐਮਐਸਪੀ ਦਾ ਸੰਘਰਸ਼ ਕੀ ਹੈ? ਆਹੀ ਤੇ ਸੰਘਰਸ਼ ਹੈ, ਇਹੀ ਹੈ। ਔਰ ਆਪਾਂ ਜਿੱਤਾਂਗੇ। ਉਹ ਸ਼ੇਰ ਸੁਣਾਉਂਦਾ ਹੁੰਦਾ ਮੈਂ, ਕੀ ਬਾਪੂ ਸੁਣ ਲੈ ਫਿਰ ਹੁਣ ਮੈਂ ਇੱਕ ਤਿੰਨ ਮਾਰੂੰਗਾ ਠਾ ਫਿਰ ਉਦੋਂ ਬਾਅਦ ਜੇ ਉੱਤੇ ਨੂੰ ਆ ਜਾਂ ਫਿਰ ਮੈਂ ਕਹਾਂ ਮੈਂ ਨਿਕਲ ਜੂੰਗਾ ਪਤਾ ਨਹੀਂ ਆਪਣੇ ਤੋਂ ਵੱਡਾ ਸ਼ਿਕਾਰੀ ਮਿਲ ਜੇ ਨਾ, ਜਿਵੇਂ ਹੁਣ ਕਿਸਾਨ ਮਿਲ ਗਏ ਮੋਦੀ ਸਰਕਾਰ ਨੂੰ ਤੇ ਉਹ ਡੰਡੀ ਪੈ ਜਾਂਦਾ ਫਿਰ ਸਿਆਣਾ ਆਦਮੀ ਤੋਂ ਪਹਿਲਾਂ ਹੀ ਡੰਡੀ ਪੈ ਜਾਂਦਾ। ਇਹ ਨਜ਼ਰਾਂ ਨਹੀਂ ਬਣੀਆਂ ਝੁਕਣ ਵਾਸਤੇ, ਇਹ ਸਿੱਖ ਕੌਮ ਇਹੀ ਕਹਿੰਦੀ ਹੈ, ਇਹ ਨਜ਼ਰਾਂ ਨਹੀਂ ਬਣੀਆਂ ਝੁਕਣ ਵਾਸਤੇ, ਇਹ ਤੇ ਬਣੀਆਂ ਨੇ ਸ਼ਹੀਦੀਆਂ ਤੇ ਖੁਮਾਰੀਆਂ ਦੇ ਲਈ। ਦੋ ਕੰਮਾਂ ਵਾਸਤੇ ਸਾਡੇ ਸਿਰ ਬਣੇ, ਜਾਂ ਆਰੀਆਂ ਦੇ ਲਈ ਤੇ ਜਾਂ ਸਰਦਾਰ। ਕਿਉਂ ਫਿਰ ਕੌਣ ਕਹਿੰਦਾ ਸਿੱਧੂ ਕਹਿੰਦਾ ਠੋਕੋ ਤਾੜੀ ਆਪ ਹੀ ਠੋਕੀ ਜਾਂਦੀ। ਚੱਲ ਬਾਪੂ ਚੱਲੀਏ ਹੁਣ। ਨਾ ਯਾਰ ਤੂੰ ਜੱਫੀ ਪਾ, ਤੇਰਾ ਜੱਫੀ ਪਾ ਕੇ ਤਰ ਜਾਾਂਗੇ ਅਸੀਂ। ਕਿਆ ਬਾਤ ਹੈ, ਦਿਲ ਖੁਸ਼ ਹੋ ਗਿਆ। ਆ ਕਿੱਥੇ ਗਿਆ ਬਾਪੂ? ਦਿਲ ਖੁਸ਼ ਕਰਤਾ, ਚੰਗਾ ਪਾ। ਐ ਸਵਾਦ ਆ ਗਿਆ, ਇੰਨੀ ਸ਼ੁੱਧ ਹਵਾ। ਪਾ ਤੇਰੀ ਗੱਲ ਬਿਲਕੁਲ ਯਾਦ ਰੱਖੂਗਾ। ਇਹ ਘਲਾਉਣੀ ਵੀ ਚਾਹੀਦੀ ਹੈ ਨਾ। ਕੀ ਹਾਲ ਹੈ ਮਿੱਤਰਾ? ਕਾਇਮ ਹੈ ਯਾਰ ਭਾਜੀ? ਤੁਸੀਂ ਵਿਆਹ ਤੋਂ ਬਾਅਦ ਪੁੱਛਾਂ ਖੜੀਆਂ ਰੱਖੀਆਂ, ਮਾਲ ਕੀਤੀ ਪਈ ਆ। ਮਾਲ ਕੀ ਦਿੱਤੀ ਯਾਰ ਭਰਾਵਾ? ਗਨ ਬੈਠਾ ਲਾਉਣਾ, ਲਾਇਸੈਂਸ ਪਾਇਆ ਹੈ। ਕੀ ਹਾਲ ਹੈ ਮਿੱਤਰਾ? ਕੀ ਹਾਲ ਚਾਲ? ਤਗੜੇ ਮੁੰਡੇ ਦੇਖ ਕੇ ਬੜਾ ਖੁਸ਼ ਹੋਣਾ ਹੈ। ਆਣਾ ਯਾਰ, ਤੌਰ ਬਣਾਤੀ ਮੇਰੀ ਤੁਸੀਂ ਅੱਜ ਯਾਰ, ਬਿਠਾ ਕੇ ਗੱਲਾਂ ਕਰਾ ਕੇ। ਹੈ ਅਬ ਆ ਜਾ ਬਾਪੂ ਪੈ ਗਿਆ ਅੱਜ ਵੀ, ਲੰਘ ਗਿਆ ਅੱਗੇ ਰੇਸ ਚ। ਆਓ ਤੇਰੀ ਲਈ ਆ, ਮੈਂ ਵੀ ਜਾਂਦਾ। ਬਾਪੂ ਕਿੰਨੀ ਉਮਰ ਹੈ ਮੇਰੀ ਹਾਂ? 16.5 ਦੱਸ ਦੇ। ਚਲੋ ਇਹ ਬੜੀ ਚੀਜ਼ ਹੈ ਬਾਪੂ। ਮੈਂ ਕਿਹਾ ਕਿੰਨੀ ਉਮਰ ਹੈ, ਕਹਿੰਦਾ 16.5 ਕੇ ਦੱਸ ਦੇ, ਕਹਿੰਦਾ ਆਹ ਨੰਬਰ ਪੂਰੇ ਲੈ ਗਿਆ ਤੇ ਮੈਂ ਹਾਰ ਮੰਨ ਲਈ ਬਈ। ਸਰੈਂਡਰ ਕਰਤਾ ਮੈਂ ਅੱਜ। ਕਹਿੰਦਾ 16.5। ਵਾਹ, ਇਹ ਕੰਨਾਂ ਤੇ ਇਹ ਲਾਇਆ ਜਿਹੜਾ ਇਹਦੇ ਦੇ ਇੰਸ਼ੋਰੈਂਸ ਠੀਕ ਆ, ਜਦੋਂ ਭਰਾਉਣੇ ਆਪਾਂ ਸਰਕਾਰੀ ਠੀਕ ਆ। ਉਹ ਨੰਬਰ ਦਾ ਯਾਦ ਨੰਬਰ ਲਾਈਦਾ। ਹਾਂਜੀ ਗਾਈ ਬੜੀ ਸੋਹਣੀ ਖੜੀ ਹੈ ਯਾਰ, ਕੀ ਬਾਤ ਹੈ। ਹਾਂਜੀ ਡਾਕਟਰ ਪੂਰਾ ਆਉਂਦਾ? ਹਾਂ ਡਾਕਟਰ ਆਉਂਦਾ ਸਰਕਾਰੀ। ਗਾਈਆਂ ਕਿੰਨੀਆਂ ਤੇ ਕਿੰਨੇ ਅੱਛਾ, ਇਹ ਜਿਹੜੀਆਂ ਬਾਹਰਲੀਆਂ ਗਾਈਆਂ ਨੇ ਜਿਹੜੀਆਂ ਉਹ ਨੇ ਨਾ ਬਾਹਰ ਨਹੀਂ ਆਚਾ ਪੀਏ ਕਿਉਂਕਿ ਅਮਰੀਕਾ ਦੀਆਂ। ਅਮਰੀਕਾ ਦੀ? ਹਾਂਜੀ। ਕਿੰਨਾ ਆਪਣੀ ਖੁਰਾਕ ਤੇ ਡਿਪੈਂਡ ਕਰਦਾ ਜੀ, ਜਿੰਨਾ ਜਿੰਨੀ ਪਾਈ ਉਹਨਾਂ ਚੋਈ ਦੁੱਧ ਇਹ 20-25 ਕਿਲੋ ਤੱਕ ਪਹੁੰਚ ਜਾਣਗੇ। 30 ਕਿਲੋ ਦੁੱਧ ਦੇ ਦਿੰਦੀ ਨਾ ਖੁਰਾਕ ਬਹੁਤ ਵਧੀਆ ਪਾ ਰਹੇ ਨੇ, ਤੇ ਖੁਰਾਕ ਲੋਕੀ ਜਦੋਂ ਮਾੜੇ ਪਾਉਂਦੇ ਨੇ। ਵੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਧੰਨਵਾਦੀ ਹਾਂ ਜੀ। ਕੀ ਹਾਲ ਨੇ? ਠੀਕ ਠਾਕ ਹੋ? ਠੀਕ ਠਾਕ। ਕਿਆ ਛੋਟੀ ਭੈਣ ਠੀਕ ਠਾਕ ਹੈ? ਖੁਸ਼ ਰਹੋ, ਜਾਂਦੇ ਰਹੋ, ਹੱਸਦੇ ਵਸਦੇ। ਉਹ ਗੱਲ ਸੁਣਾਉਂਦੇ ਹੁੰਦੇ ਨਾ, ਕੀ ਸੁਣਾਉਂਦੇ ਨੇ ਬਾਪੂ? ਨਹੀਂ ਆਨੋ ਕਰ ਲੈਂਦੇ। ਨਹੀਂ ਤਾਂ ਕੋਈ ਗੱਲ ਨਹੀਂ, ਉਹ ਖਿੱਚੀ ਜਾਂਦੇ ਨੇ, ਤੂੰ ਸੁਣਾ ਗੱਲ ਸੁਣਾ। ਮੈਂ ਤਾਂ ਇਹ ਗੱਲਾਂ ਸੁਣ ਕੇ ਪੂਰਾ ਦਿਵਾਦਾ ਹੋ ਗਿਆ। ਸੁਣਾ। ਉਹ ਚੂਹਾ ਸ਼ਰਾਬ ਵਾਲੇ ਡਰਾਮੇ 'ਚ ਦੇਖਦਾ, ਦੋ ਘੁੱਟਾਂ ਲੱਗਾਂ ਨਹੀਂ ਗਈਆਂ ਹੋਣਗੀਆਂ। ਅੱਛਾ। ਹਲਨੀ ਦਾ ਬੱਚਾ ਆਈ ਤੇ ਉਹ ਆਵੇ ਉਹਦੇ ਨਾਲ ਫੇਰ ਪਿਆ। ਹਾਂ। ਉਹ ਆਂਦਾ ਵੀ ਤੂੰ ਆਪਣੀ ਉਮਰ ਦੱਸ। ਉਹ ਆਂਦਾ ਵੀ ਮੇਰੀ 6 ਮਹੀਨੇ। ਤੇ ਉਹ ਚੂਹਾ ਕਹਿੰਦਾ ਤੇਰੀ ਕਿੰਨੀ ਹੈ? ਕਹਿੰਦਾ ਉਮਰ ਤੇ ਮੇਰੀ ਵੀ 6 ਮਹੀਨੇ, ਪਰ ਮਾਰਚ ਬਾਹਰ ਕੋ ਰਹਿੰਦਾ ਮੈਂ। ਇਹ ਤਾਰ ਜੇ ਉਹ ਸਾਹਮਣੇ। ਹਾਂ ਆਹ ਸੂਆ ਪਹਿਲਾਂ ਜਾਂਦਾ ਆਉਂਦਾ ਨਾ ਜਿੰਨਾ ਦੀ ਗੱਲ ਦੀ ਨਹੀਂ ਤੁਸੀਂ ਗੱਲ ਪਹਿਲੀ ਕਰਦੇ। ਉੱਥੇ ਤੱਕ ਹੈ? ਪਹਿਲੀ ਆਪਣੀ ਤੇ ਤਾਰ ਉਹ ਸਾਹਮਣੇ। ਤਾਰ ਹੈ। ਹਾਂ। ਇਹ ਤੋਂ ਗਾੜੀ ਕਿੱਲਾ ਦਾ ਅੱਛਾ, ਇਹਦੂ ਗਾੜੀ, ਇਹਦੂ ਗਾੜੀ ਕਿੱਲਾ। ਕਿੱਲਾ ਇੱਕ ਆਪਣੀ ਮਤਲਬ ਤੇ ਗਾੜੀ। ਉਹ ਫਿਰ ਟਾਈਮ ਦੇ ਉੱਤੇ ਜਾਣ ਦਿੰਦੇ ਹੋਣੇ ਵੀ ਸ਼ਾਮ ਉਹ ਨੂੰ, ਜਾਣ ਦਿੰਦੇ 9 ਵਜੇ ਤੋਂ 5 ਵਜੇ ਤੱਕ ਤੇ ਉਦੋਂ ਬਾਅਦ ਵਾਪਸ ਆਉਣਾ ਪੈਂਦਾ। ਵਾਪਸ। ਤੇ ਉਹ ਕਾਰਡ ਕੂਡ ਜੇ ਵੀ ਬਣਾਏ ਹੋਣੇ? ਸਾਡੇ ਕਾਰਡ ਪਏ। ਕਾਰਡ ਵੀ ਨਾਲ, ਫਿਰ ਉਹਨਾਂ ਦੇ ਬੰਦੇ ਵੀ ਜਾਂਦੇ। ਜਿਹੜਾ ਉਹ ਤਾਰ ਦੇ ਬੰਦੇ ਵੀ ਨਾਲ ਜਾਂਦੇ? ਬੰਦੇ ਵੀ ਨਾਲ ਜਾਂਦੇ, ਜੇ ਜਨਾਨੀਆਂ ਜਾਣਾ ਜਨਾਨੀਆਂ ਨਾਲ ਜਾਂਦੀਆਂ। ਬਲਦੀ ਦੇ ਬੂਥੇ ਬੈਠੇ ਹੋ? ਹਾਂ ਹਾਂ। ਹੈ ਮਤਲਬ ਜੇ ਸਾਡਾ ਕੰਮ ਕੋਈ ਬੜਾ ਰਹਿ ਗਿਆ, ਔਖਾ ਹੀ ਅਗਲਾ ਸਿਸਟਮ ਜੇ ਕੋਈ ਰਹਿ ਗਿਆ ਨਾ ਸਾਡਾ ਕੰਮ, ਬਹੁਤ ਜ਼ਿਆਦਾ। ਮਤਲਬ ਵੀ ਵਿੱਚੇ ਭਰਨਾ ਨਾ ਰਹਿ ਗਿਆ, ਉਹਨਾਂ ਟਾਈਮ ਤੋਂ 10 ਮਿੰਟ ਪਹਿਲਾਂ ਪਹੁੰਚਾ ਦੇਣਾ ਵੀ ਨਿਕਲ ਜਾਓ। ਚਲੋ ਚਲੋ ਚਲੋ। ਆ ਚਲੋ ਜੀ। ਬਾਕੀ ਅੜੀ ਨਾਲ ਆ ਵੀ ਭੇਤੀ ਹੋਏ ਆ, ਤੇ ਬਾਕੀ ਦਾ ਜਾਂ ਫਿਰ ਤੂੰ ਚਲ ਜਾ। ਸਲਾਮ ਹੈ ਯਾਰ, ਹਾਂ। ਸਲਾਮ ਹੈ, ਸਲੂਟ ਹੈ ਤੁਹਾਨੂੰ, ਕਸਮ। ਆ ਵੇਖੋ ਕਾਕਾ, ਇਧਰ ਆ ਤੈਨੂੰ ਦਿਖਾਵਾਂ। ਐਂਦੀ ਹੋਰ ਸਾਫ ਕਿਸ਼ੂ ਉਹ ਵੇਖ,
ਜ਼ਰੂਰ ਉਹ ਆਪਣਾ ਹੀ ਉੱਥੇ ਜੇ ਸ਼ਾਮ ਨੂੰ ਜਾਣਾ ਹੈ ਤੇ ਤੁਸੀਂ 5 ਵਜੇ ਵਾਪਸ ਆਉਣਾ ਹੈ। ਨਹੀਂ 4 ਟਾਈਮ ਵਜੇ ਹੁੰਦਾ ਜੀ ਉਹਨਾਂ ਦਾ ਟਾਈਮ ਹੁੰਦਾ ਨਾ ਟਾਈਮ ਹੁੰਦਾ। 5 ਵਜੇ ਤੱਕ ਹੀ ਹੋਣਾ, ਕਿੰਨੇ ਵਜੇ 5 ਵਜੇ 9 ਤੋਂ 5 ਵਜੇ ਤੱਕ ਰਿਹਾ ਨਾ। ਪਤਾ 9 ਤੋਂ 5 ਤੇ ਉੱਥੋਂ ਵਾਪਸ ਆਉਣਾ ਤੁਸੀਂ, ਅੰਦਰ ਨਹੀਂ ਖੜ ਸਕਦੇ ਤੁਸੀਂ। ਨਾ ਜੇ ਕੋਈ ਸਾਡੀ ਮਸ਼ੀਨਰੀ ਖਰਾਬ ਹੋ ਗਈ ਨਾ ਉਹਦਾ ਉਹਨਾਂ ਆਖਣਾ ਮੈਂ ਕ੍ਰੇਨ ਲਿਆ ਕੇ ਨੂੰ ਚੁੱਕ ਕੇ ਇੱਧਰ ਸੁੱਟੋ ਪਕੜੀ ਜੇ ਵੀ ਟਰੈਕਟਰ ਖਰਾਬ ਹੋ ਹੀ ਸਕਦਾ, ਕੰਪਾਈਨ ਵੀ ਹੋ ਜਾਂਦੀ ਆ, ਉਹ ਬੜੀ ਬਿਪਤਾ ਪਾਉਂਦੇ ਉਹ। ਨਹੀਂ ਫਿਰ ਪਾਸ ਬਣਦੇ ਆ ਹਰ ਰੋਜ਼ ਦੇ ਜਾਂ ਕਿਵੇਂ ਬਣਦਾ? ਮਤਲਬ ਪਾਸ ਤੇ ਆਇਡੈਂਟੀ ਕਾਰਡ ਪੱਕੇ ਬਣੇ ਆ ਤੇ ਬਾਕੀ ਹਰ ਰੋਜ਼ ਗੇਟ ਦੇ ਉੱਤੇ ਉਹਨਾਂ ਐਂਟਰੀ ਪਾਉਣੀ ਆ। ਪਹਿਲਾਂ ਚੌਕੀ ਜਾਣਾ ਸਵੇਰੇ ਕਿ ਅਸੀਂ ਇੰਨੇ ਬੰਦਿਆਂ ਲੇਬਰ ਨਾਲ ਖੜਨੀ ਆ, ਉਹਨਾਂ ਨੂੰ ਨਾਲ ਲੇਬਰ ਦੇ ਵੱਖਰੇ ਮਤਲਬ ਕਾਪੀ ਬਣਨੀ ਤੇ ਮੁੜ ਕੇ ਉੱਥੇ ਐਂਟਰੀ ਪਾਉਣੀ। ਜੇ ਉਹਨਾਂ ਮਨਜ਼ੂਰੀ ਦਿੱਤੀ ਵੀ ਅੱਜ ਤੁਸੀਂ ਖੜ ਸਕਦੇ ਜੋ ਉਹ ਕਾਰਡ ਹੁੰਦੇ ਆ, ਠੀਕ ਆ, ਨਹੀਂ ਤੇ ਨਹੀਂ ਖੜਦੇ। ਦੇਖ ਕਿੰਨੀਆਂ ਔਖੀਆਂ ਆਈਆਂ ਜਿਹੜੇ ਇੱਥੇ ਸਟੋਰ ਕਰ ਲੈਂਦੇ ਜਿਵੇਂ ਕਣਕ ਵਗੈਰਾ ਹੋਈ ਜਾਂ ਅੱਛਾ ਇੱਥੇ ਕਰਕੇ ਸਟੋਰ ਆਪਣਾ ਤੇ ਉਹ ਫਿਰ ਇਹ ਬਹੁਤ ਵਧੀਆ ਗੱਲ ਹੈ। 3-4 ਮਹੀਨੇ ਆਹ ਹੀ ਮੈਂ ਕਹਿਣਾ ਦੇਖ ਹੁਣ ਕਿ ਕਿਹਦੇ ਕੀ ਦੇਖ ਉਸਮਤ ਇਹ ਕੀ ਕੰਸਟਰਕਸ਼ਨ ਲੱਗਦੀ ਹੈ। ਦੇਖ ਹੁਣ ਇੱਥੇ ਕਣਕ ਰੱਖ ਲੈਂਦੇ ਆ ਸਟੋਰੇਜ ਕਰਕੇ, ਜਦੋਂ ਥੋੜੀ ਜਿਹੀ ਮਹਿੰਗੀ ਹੁੰਦੀ ਹੈ ਵੇਚ ਦਿੰਦੇ ਆ। ਇਹੀ ਤਾਂ ਹੈ ਅਸਲ ਕੀ ਹਰ ਛੋਟੇ ਕਿਸਾਨ ਹਾਂ, ਨੂੰ ਛੋਟੇ- ਇੰਨੀ ਹੋਲਡਿੰਗ ਕੈਪੈਸਿਟੀ ਦੇ ਦਿਓ ਮੈਂ ਕਿਹਾ ਤੁਸੀਂ ਇੰਨੇ ਹੀ ਬਣਾ ਦਿਓ ਤੇ ਸਾਰੀ ਮੰਡੀਆਂ ਦੇ ਇਹ ਨਾਲ ਕੋਲਡ ਮਤਲਬ ਸਟੋਰੇਜ ਬਣਾ ਸਰਕਾਰ ਦਿਓ ਨੂੰ ਇਹ ਵੇਖਣਾ ਚਾਹੀਦਾ ਤੇ ਇਹ ਮੰਡੀਆਂ ਵੇਖਣਾ ਚਾਹੀਦਾ। ਹੁਣ ਤੂੰ ਦੇਖ ਇਹਦੇ ਤੇ ਕਿੰਨੀ ਕੰਸਟਰਕਸ਼ਨ ਹੈ, ਦੇਖ ਤੂੰ ਇਹ ਤਾਂ ਪੰਚਾਇਤਾਂ 'ਚ ਕੀਤਾ ਜਾਂਦਾ ਪੰਚਾਇਤਾਂ 'ਚ ਹੋ ਸਕਦਾ ਹੈ ਤੇ ਹਰ ਮੰਡੀ ਦੇ ਨਾਲ ਕੋਲਡ ਸਟੋਰੇਜ ਮੈਂ ਬਣਾ ਕਿਹਾ ਦਿਓ। ਸ਼ਾਮ ਲਾਟ ਦੀਆਂ ਜ਼ਮੀਨਾਂ ਦੱਬੀ ਜਾਂਦੇ ਆ, ਸ਼ਾਮ ਲਾਟ ਦੀਆਂ ਜ਼ਮੀਨਾਂ ਨੂੰ ਉੱਤੇ ਹੋਣਾ ਉੱਤੇ ਬਣਾਇਆ ਹੋਵੇ ਵੇਖ ਉੱਤੇ ਕੀ ਹੈ, ਟੀਨ ਹੈ ਇੱਕ ਬਿਲਕੁਲ ਤੇ ਕਣਕ ਤਾਂ ਰੱਖੀ ਦੂਣਾ ਤੀਨਾ ਰੇਟ ਬਣ ਜਾਂਦਾ ਚਾਹੇ ਪੱਠੇ ਰੱਖ ਲਓ, ਕੁਝ ਮਰਜ਼ੀ ਰੱਖ ਲਓ, ਜੋ ਮਰਜ਼ੀ ਸਰਕਾਰ ਸਟੋਰ ਨੇ- ਤੇ ਉਹ ਜਿਹੜਾ ਟਮਾਟਰ 3 ਰੁਪਏ ਨੂੰ ਦਿੰਦਾ ਹੈ ਉਹ ਪੂਰੀ ਸਰਦੀ ਸਟੋਰ ਕਰ ਲੈ ਜਦੋਂ ਮਰਜ਼ੀ ਕਰ ਉਹਦੇ ਕੋਲਡ ਸਟੋਰੇਜ ਨਾਲੋਂ ਮੰਡੀਆਂ ਨਾਲ ਨਾਲ ਮੈਂ ਕਿਹਾ ਕੋਲਡ ਸਟੋਰੇਜ ਸਰਕਾਰ ਬਣਾ ਕੇ ਦੇਵੇ ਨਾਲ, ਇਹੋ ਚੀਜ਼ ਇਹੀ ਤਾਂ ਮੈਂ ਕਹਿੰਦਾ ਇਹਨਾਂ ਕਿਸਾਨ ਦੀਆਂ ਬਾਹਾਂ ਮੌਜੂਦ ਹੋਣਗੀਆਂ। ਕਿਸਾਨ ਸਿਸਟਮ ਇਹਨਾਂ ਬਣਾਇਆ ਜੀ ਕਿਸਾਨ ਜਿਹੜਾ 3 ਰੁਪਏ ਨੂੰ ਦੇ ਕੇ ਕਾਮਯਾਬ ਨਹੀਂ ਹੋਏ, ਮੁੜ ਕੇ ਸਰਕਾਰ ਨੇ ਧਿਆਨ ਨਹੀਂ ਦਿੱਤਾ। ਸਿਸਟਮ ਇਹੋ ਬਣਾਇਆ ਸੀ ਫੋਕਲ ਪੁਆਇੰਟਾਂ ਤੇ ਕੋਆਪਰੇਟਿਵ ਸੁਸਾਇਟੀਆਂ, ਬੈਂਕਾਂ, ਹਸਪਤਾਲ, ਡਿਸਪੈਂਸਰੀਆਂ, ਡੰਗਰਾਂ ਦੀਆਂ ਮੰਡੀ, ਉਹ ਸਾਰਾ ਕੁਝ ਸਿਸਟਮ ਚੱਲਿਆ ਸੀ। ਉਹ ਅੱਜ ਕਾਮਯਾਬ ਨਹੀਂ ਹੋਇਆ, ਉਧਰ ਧਿਆਨ ਨਹੀਂ ਸਰਕਾਰ ਦਾ ਹੈ। ਮੈਂ ਕਿਹਾ ਦੇਖੋ ਗੱਲ ਜੇ ਉਧਰ ਥੋੜਾ ਜਿਹਾ ਧਿਆਨ ਦੇ ਦੇਣ, ਦੇਖੋ ਹੁਣ ਇਹ ਮਜਬੂਰੀ ਸਾਰਾ ਸਿਸਟਮ ਹੋ ਸਕਦਾ। ਹੁਣ ਮਜਬੂਰੀ ਚ ਦੇਖੋ ਅਸੀਂ ਤੇ ਜਾ ਕੇ ਅਮਰੀਕਾ ਵਸਾਤਾ, ਹਾਂਜੀ, ਹਾਂਜੀ, ਕੈਨੇਡਾ ਹਾਂਜੀ, ਵਸਾਤਾ, ਹਾਂਜੀ, ਕਿਸਾਨਾਂ ਨੇ ਉੱਥੇ ਜਾ ਕੇ ਵਸਾਤਾ ਹਾਂਜੀ, ਤੇ ਹਾਂਜੀ। ਤੁਹਾਨੂੰ ਲੱਗਦਾ ਵੀ ਜੇ ਪੰਜਾਬ ਦੇ ਕਿਸਾਨ ਨੂੰ ਮਾੜਾ ਜਿਹਾ ਇਹਦਾ ਮਤਲਬ ਉਂਗਲ ਫੜਾ ਬਾਂਹ ਫੜਦਾ ਹੈ, ਕੋਈ ਗੱਲ ਹਾਂਜੀ, ਕਾਦੀ ਹਾਂਜੀ, ਹਾਂਜੀ। ਪਾਣੀ ਨੂੰ ਨਾ ਜਦੋਂ ਡੈਮ ਲੱਗਿਆ ਹੁੰਦਾ ਨਾ ਪਾਣੀ ਨੂੰ ਥੋੜੀ ਜਿਹੀ ਤੇੜ ਚਾਹੀਦੀ ਉਹ ਲੰਘ ਜਾਂਦਾ। ਇਹ ਤੇ ਪਾਣੀ ਵਾਂਗ ਨੇ, ਦਰਿਆ ਵਾਂਗ ਨੇ, ਇਹਨਾਂ ਨੂੰ ਕੌਣ ਰੋਕ ਦੂ? ਇਹ ਸਿਸਟਮ ਉਹ ਚੱਲਿਆ ਹੈ, ਫੋਕਲ ਪੁਆਇੰਟ ਸਿਸਟਮ ਹੈ। ਫੋਕਲ ਪੁਆਇੰਟ ਨੂੰ ਕਾਮਯਾਬੀ ਵਾਸਤੇ ਉਹ ਕੋਲਡ ਸਟੋਰ ਵੀ ਦੇ ਸਕਦੇ ਆ, ਜਿਵੇਂ ਕੋਆਪਰੇਟਿਵ ਬੈਂਕ ਚੱਲਦੀ ਆ, ਕੋਆਪਰੇਟਿਵ ਸੁਸਾਇਟੀ ਚੱਲਣ ਦੀ ਤਿੰਨਾਂ ਪਿੰਡਾਂ ਦੀ, ਚੌਂ ਪਿੰਡਾਂ ਦੀ, ਇਹ ਜੀ ਉਹ ਨਾਲ ਕੋਲਡ ਸਟੋਰ ਵੀ ਦੇ ਦੇਣ। ਦੇਖੋ ਇਹਦਾ ਤੇ ਉਹ ਸਾਰੇ ਚੱਲ ਦਾ ਸਕਦਾ। ਇਹਦਾ ਵਧੀਆ ਚੱਲ ਸਾਰੇ ਦਾ ਸਕਦਾ। ਇੱਕੋ ਹੀ ਤਰੀਕਾ ਹੈ ਹਾਂਜੀ। ਕਿ ਤੁਸੀਂ ਸਾਰੇ ਇਕੱਠੇ ਰਹੋ। ਜੇ ਤੁਸੀਂ ਇਕੱਠੇ ਹੋ ਤੇ ਸਭ ਨੇ ਮੰਨਣਾ ਤੇ ਵੇਰ ਦਾ ਦਾਮ ਵੀ ਦੇਗਾ। ਹਾਂ ਹਾਂਜੀ, ਹਾਂਜੀ। ਤੇ ਸਭ ਮੰਡੀ ਨੂੰ ਵੀ ਦਾਮ ਮਿਲੂਗਾ ਤੇ ਜਿੱਦਣ ਮਾਲੀ ਤੁਸੀਂ ਡਾਲੀ ਖਿੰਡ ਗਏ ਹਾਂਜੀ। ਇਹ ਦੇਖੋ ਇਸ ਆਪਦਾ ਨੇ ਇੱਕ ਸਭ ਤੋਂ ਵੱਡੀ ਗੱਲ ਕੀਤੀ ਹੈ ਵੀ ਸਾਰੇ ਇਕੱਠੇ ਕਰ ਵੀ ਜੇ ਤਾਂ ਜਾਂ ਤੇ ਹੁਣ ਮੁੱਕਾਂਗੇ, ਇਹ ਮਤਲਬ ਜੀਓ ਮਰੋ ਵਾਲੀ ਗੱਲ ਆ ਗਈ ਬਿਲਕੁਲ। ਨਹੀਂ ਜੀ, ਹੁਣ ਤੇ ਆਰ ਪਾਰ ਦੀ ਗੱਲ ਹੈ। ਇਸ ਕਰਕੇ ਮੁੱਛ ਦਾ ਖੜੇ ਸਵਾਲ ਹੋਣ ਦੀ ਤੇ ਤੁਸੀਂ ਦੇਖੋ ਇਹ ਮੁੱਛ ਤੁਸੀਂ ਇੱਥੇ ਨਹੀਂ ਨੀਵੀਂ ਕੀਤੀ ਬਲਕਿ ਦੇ ਬੂਥੇ ਤੇ ਹੁਣ ਕਿੱਥੇ ਗੱਲ ਥੱਲੇ ਹੋ ਜੇ। ਪਤਾ ਨਹੀਂ ਕਿੰਨੀਆਂ 2-3 ਲੜਾਈਆਂ ਜੀ, ਚੱਲ ਬਈ, ਸਾਰਾ ਸਮਾਨ ਗੁੱਡ ਬਾਏ। ਕਰਨਾ ਪੈਂਦਾ।